ਸਾਡਾ ਅੱਜ ਦਾ ਜਿਹੜਾ ਵਿਸ਼ਾ ਆ ਜਵਾਨੀ ਤੇ ਕਿਸਾਨੀ। ਮੈਂ ਇਹ ਸਮਝਦਾ ਹਾਂ ਕਿ ਇਹ ਦੋ ਐਸੇ ਸ਼ਬਦ ਨੇ ਜਾਂ ਦੋ ਐਸੀਆਂ ਚੀਜ਼ਾਂ ਆ ਜਿਹੜੀਆਂ ਸਮਾਜ ਨੂੰ ਅੱਗੇ ਲਿਜਾਣ ਦੇ ਵਿੱਚ ਜਾਂ ਸਮਾਜ ਨੂੰ ਚਲਾਈ ਰੱਖਣ ਦੇ ਵਿੱਚ ਹਮੇਸ਼ਾ ਹੀ ਸਹਾਈ ਹੁੰਦੀਆਂ ਹੈ। ਜੇਕਰ ਕਿਸੇ ਖਿੱਤੇ ਦੀ ਜਾਂ ਕਿਸੇ ਕੌਮ ਦੀ ਜਵਾਨੀ ਬਰਬਾਦ ਹੋ ਜਾਏ ਤਾਂ ਜ਼ਾਹਿਰ ਜੀ ਗੱਲ ਆ ਕਿ ਉਸ ਕੌਮ ਦਾ ਜਾਂ ਉਸ ਖਿੱਤੇ ਦਾ ਜਿਹੜਾ ਫਿਊਚਰ ਆ ਉਹ ਵੀ ਖਰਾਬ ਹੋ ਜਾਂਦਾ। ਔਰ ਜੇ ਕਿਸਾਨੀ ਆ, ਕਿਸਾਨੀ ਦੇ ਬਾਰੇ ਤੇ ਕਿਸੇ ਨੂੰ ਮੇਰੇ ਹਿਸਾਬ ਨਾਲ ਦੱਸਣ ਦੀ ਹੁਣ ਜ਼ਰੂਰਤ ਨਹੀਂ ਕਿ ਕਿਸਾਨੀ ਤੋਂ ਬਿਨਾਂ ਨਾ ਤਾਂ ਦੁਨੀਆ ਅੱਜ ਤੱਕ ਚੱਲੀ ਹੈ ਤੇ ਨਾ ਅੱਗੇ ਚੱਲਣੀ। ਸੋ ਇਸ ਗੱਲ ਦੇ ਵਿੱਚ ਕੋਈ ਵੀ ਦੋ ਰਾਵਾਂ ਨਹੀਂ ਆ ਕਿ ਜਵਾਨੀ ਤੇ ਕਿਸਾਨੀ ਜਿਹੜੀਆਂ ਉਹ ਆਪਸ ਦੇ ਵਿੱਚ ਜੁੜੀਆਂ ਹੋਈਆਂ ਆ। ਅਸੀਂ ਇਸ ਦੇ ਬਾਰੇ ਅੱਗੇ ਜਿਹੜੀ ਉਹ ਸਾਰੀ ਗੱਲਬਾਤ ਕਰਾਂਗੇ, ਪਰ ਜਿਹੜਾ ਇਹ ਵੈਬੀਨਾਰ ਆਪਾਂ ਰੱਖਿਆ ਸਭ ਤੋਂ ਪਹਿਲਾਂ ਤੇ ਮੈਂ ਜਿਹੜੇ ਇਹਨਾਂ ਦੇ ਆਰਗੇਨਾਈਜ਼ਰਸ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਉਹਨਾਂ ਨੂੰ ਵਧਾਈ ਵੀ ਦਿੰਦਾ ਕਿ ਉਹਨਾਂ ਨੇ ਇਹ ਇਨੀਸ਼ੀਏਟਿਵ ਲਿਆ ਆ। ਔਰ ਇਹੋ ਜਿਹੇ ਜਿਹੜੇ ਵੈਬੀਨਾਰਸ ਨੇ ਜਾਂ ਸੈਮੀਨਾਰਸ ਅਲੱਗ-ਅਲੱਗ ਹੁੰਦੇ ਨੇ, ਇਹਨਾਂ ਦੀ ਸਮਾਜ ਨੂੰ ਜ਼ਰੂਰਤ ਹੁੰਦੀ ਆ। ਖਾਸ ਤੌਰ ਦੇ ਉੱਤੇ ਜਿਸ ਵਰਗ ਨੇ ਇਹ ਲਿਆ, ਤੁਸੀਂ ਸਾਰੇ ਪ੍ਰੋਫੈਸ਼ਨਲ ਅਲੱਗ-ਅਲੱਗ ਪ੍ਰੋਫੈਸ਼ਨਸ ਦੇ ਵਿੱਚ ਕੰਮ ਕਰਦੇ ਹੋ, ਬਹੁਤਾਤ ਜਿਹੜੇ ਆ ਉਹ ਟੀਚਿੰਗ ਲਾਈਨ ਦੇ ਨਾਲ ਸੰਬੰਧਿਤ ਰੱਖਦੇ ਆ। ਸੋ ਇਹ ਇੱਕ ਬੜਾ ਵਧੀਆ ਉਪਰਾਲਾ ਹੈ ਕਿਉਂਕਿ ਮੈਨੂੰ ਤਕਰੀਬਨ 8-9 ਸਾਲ ਹੋ ਚੁੱਕਿਆ ਐਜ਼ ਐਨ ਐਕਟਿਵਿਸਟ ਪੰਜਾਬ ਦੇ ਵਿੱਚ ਵਿਚਰਦਿਆਂ। ਔਰ ਇਹ ਹਮੇਸ਼ਾ ਹੀ ਇੱਕ ਪ੍ਰੋਬਲਮ ਰਹੀ ਆ, ਜਾਂ ਜਦੋਂ ਅਸੀਂ ਵਿਚਰਦੇ ਸੀ ਤਾਂ ਹਮੇਸ਼ਾ ਇੱਕ ਪ੍ਰੋਬਲਮ ਰਹਿੰਦੀ ਸੀ ਕਿ ਜਿਹੜਾ ਇੰਟਲੈਕਚੁਅਲ ਵਰਗ ਹੁੰਦਾ ਆ, ਜਿਹਨੂੰ ਅਸੀਂ ਪੜ੍ਹਿਆ ਲਿਖਿਆ ਵਰਗ ਕਹਿੰਦੇ ਆ, ਜਾਂ ਜਿਹੜਾ ਸਮਾਜ ਦੇ ਵਿੱਚ ਸੋਝੀ ਰੱਖਦਾ ਹੈ, ਸਮਝ ਰੱਖਦਾ ਹੈ, ਜਾਂ ਉਹਨਾਂ ਨੂੰ ਸਮਾਜ ਦੇ ਵਿੱਚ ਇੱਕ ਆਈਡੀਆ ਜਿਹੜਾ ਹੈ ਉਸਨੂੰ ਡਿਵੈਲਪ ਕਰਨ ਦੇ ਵਿੱਚ ਸਹਾਈ ਹੁੰਦਾ ਆ, ਉਹ ਹਮੇਸ਼ਾ ਹੀ ਸ਼ਾਂਤ ਰਹਿੰਦਾ ਸੀ ਜਾਂ ਕਹਿ ਲਓ ਕੋਈ ਇਨਐਕਟਿਵ ਰਹਿੰਦਾ ਸੀ। ਇਹ ਪਿਛਲੇ 8-9 ਸਾਲਾਂ ਦੇ ਵਿੱਚ ਮੈਂ ਪਹਿਲੀ ਵਾਰ ਵੇਖ ਰਿਹਾ ਕਿ 2020 ਤੇ 21 ਦੇ ਵਿੱਚ ਉਹ ਜਿਹੜਾ ਵਰਗ ਜਿਹੜਾ ਹਮੇਸ਼ਾ ਸ਼ਾਂਤ ਰਹਿੰਦਾ ਸੀ, ਜਿਸ ਨੂੰ ਇਹ ਲੱਗਦਾ ਹੈ ਕਿ ਇਹ ਮੇਰਾ ਵਿਸ਼ਾ ਨਹੀਂ ਗਾ ਬੋਲਣ ਦਾ। ਜਿਹੜੇ ਵੀ ਸਮਾਜ ਦੇ ਵਿੱਚ ਅਲੱਗ-ਅਲੱਗ ਚੈਲੰਜਿਸ ਆਉਂਦੇ ਸੀਗੇ ਯੂਥ ਨੂੰ ਜਾਂ ਪੰਜਾਬ ਨੂੰ ਜਾਂ ਸਾਡੀ ਸੁਸਾਇਟੀ ਨੂੰ, ਉਹਦੇ ਵਿੱਚ ਇਹ ਵਰਗ ਹਮੇਸ਼ਾ ਹੀ ਜਾਂ ਤਾਂ ਚੁੱਪ ਰਹਿ ਕੇ ਉਸ ਚੀਜ਼ ਨੂੰ ਵੇਖਦਾ ਸੀਗਾ, ਔਰ ਜੇ ਐਕਟਿਵ ਹੁੰਦਾ ਸੀ ਤਾਂ ਬਹੁਤ ਸੀਮਤ ਅਦਾਰਾ ਜਿਹੜਾ ਆ ਉਹ ਐਕਟਿਵ ਹੁੰਦਾ ਸੀ। ਪਰ ਇਸ ਵਾਰ ਇਹ ਅਦਾਰੇ ਜਿੰਨੇ ਐਕਟਿਵ ਹੋਏ ਨੇ ਇਹ ਸ਼ਲਾਘਾਯੋਗ ਹੈ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਜਿਹੜਾ ਜਵਾਨੀ ਤੇ ਕਿਸਾਨੀ ਦੀ ਗੱਲ ਆ, ਜੇ ਇਸ ਨੂੰ ਪੰਜਾਬ ਦੇ ਨਾਲ ਜੋੜ ਕੇ ਵੇਖਿਆ ਜਾਵੇ, ਕਿਉਂਕਿ ਅਸੀਂ ਸਾਰੇ ਦੇ ਸਾਰੇ ਤਕਰੀਬਨ ਪੰਜਾਬ ਦੇ ਨਾਲ ਸੰਬੰਧਿਤ ਹਾਂ ਔਰ ਮੈਂ ਪੰਜਾਬ ਦੇ ਨਾਲ ਰਿਲੇਟਡ ਹੀ ਗੱਲ ਕਰਾਂਗਾ। ਇਹਦੇ ਵਿੱਚ ਕੋਈ ਦੋਰਾਵਾ ਨਹੀਂ ਆ ਕਿ ਦੂਸਰੇ ਸੂਬਿਆਂ ਦੇ ਲੋਕ ਵੀ ਜਿਹੜਾ ਮੌਜੂਦਾ ਸੰਘਰਸ਼ ਚੱਲ ਰਿਹਾ ਉਸ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ, ਪਰ ਉਸ ਦੇ ਬਾਵਜੂਦ ਜਿਹੜੀ ਇੱਕ ਬਹੁਤਾਤ ਆ ਜਾਂ ਜਿਹੜੀ ਐਜ਼ ਐਨ ਲੀਡ ਕਰਦਾ ਪਿਆ ਆ ਕੋਈ ਵਰਗ, ਉਹ ਪੰਜਾਬ ਦਾ ਆ। ਸੋ ਮੈਂ ਉਸ ਚੀਜ਼ ਨੂੰ ਮੁੱਖ ਰੱਖ ਕੇ ਗੱਲ ਕਰਾਂਗਾ ਕਿ ਜਿਹੜਾ ਪੰਜਾਬ ਦਾ ਜਵਾਨ ਤੇ ਕਿਸਾਨ ਆ ਉਹ ਆਪਸ ਦੇ ਵਿੱਚ ਕਿਵੇਂ ਤਾਲਮੇਲ ਰੱਖਦਾ ਜਾਂ ਇਹਦੀ ਕਿੰਨੀ ਜ਼ਰੂਰਤ ਆ ਸਾਨੂੰ, ਔਰ ਇਹ ਕਿੰਨਾ ਗੰਭੀਰ ਵਿਸ਼ਾ ਆ। ਇਹਦੇ ਵਿੱਚ ਕੋਈ ਦੋਰਾਵਾ ਨਹੀਂ ਆ ਕਿ ਜਦੋਂ ਵੀ ਕੋਈ ਇਨਸਾਨ ਆਪਣੀ ਜਵਾਨੀ ਦੇ ਵਿੱਚ ਆਉਂਦਾ ਆ ਤੇ ਉਹਦਾ ਪਹਿਲਾ ਸਭ ਤੋਂ ਜਿਹੜਾ ਮਕਸਦ ਹੁੰਦਾ ਆ ਉਹ ਹਮੇਸ਼ਾ ਲੁਕ ਆਨ ਕਰਦਾ ਆ ਆਪਣੇ ਗ੍ਰੀਨਰ ਪਾਸਚਰ ਦੇ ਲਈ, ਆਪਣਾ ਇੱਕ ਵਧੀਆ ਭਵਿੱਖ ਸਿਰਜਣ ਦੇ ਲਈ ਉਹ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ। ਬਹੁਤਾਤ ਜਾਂ ਪਹਿਲੀ ਪ੍ਰਾਇੋਰਟੀ ਉਹਦੀ ਇਹੀ ਹੁੰਦੀ ਹੈ ਕਿ ਉਹ ਆਪਣੇ ਪਰਿਵਾਰ ਦੇ ਵਿੱਚ ਬੈਠਾ ਰਵੇ, ਜਾਂ ਆਪਣੇ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਆਪਣਾ ਜਿਹੜਾ ਰੋਜੀ ਦਾ ਕਾਰੋਬਾਰ ਆ ਜਾਂ ਪ੍ਰੋਫੈਸ਼ਨਲ ਲਾਈਫ ਆ ਉਹ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਬਤੀਤ ਕਰੇ। ਪਰ ਕਿਉਂਕਿ ਪਿਛਲੇ ਤਕਰੀਬਨ ਜੇ ਮੈਂ ਕਹਾਂ ਕਿ 10-15 ਸਾਲ ਤੋਂ ਇੱਕ ਟ੍ਰੈਂਡ ਪੰਜਾਬ ਦੇ ਵਿੱਚ ਚੱਲਿਆ ਕਿ ਲੋਕਾਂ ਨੇ ਪੰਜਾਬ ਦੀ ਧਰਤੀ ਨੂੰ ਛੱਡ ਕੇ ਤੇ ਵਿਦੇਸ਼ਾਂ ਦੀ ਧਰਤੀ ਨੂੰ ਤਰਜੀਹ ਦੇਣੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਸੀ। ਔਰ ਅੱਜ ਵੀ ਉਹ ਟ੍ਰੈਂਡ ਜਿਹੜਾ ਉਹ ਬੇਸ਼ੱਕ ਖਤਮ ਨਹੀਂ ਆ, ਅੱਜ ਵੀ ਐਜ਼ ਇਟ ਇਜ਼ ਚੱਲਦਾ ਪਿਆ ਹੈ। ਪਰ ਇਹ ਕਦੇ ਵੀ ਪੋਸੀਬਲ ਨਹੀਂ ਆ ਕਿ ਉਹ ਹਰ ਜਾਂ ਪੰਜਾਬ ਦਾ ਹਰ ਨੌਜਵਾਨ ਜਾਂ ਪੰਜਾਬ ਦਾ ਹਰ ਆਉਣ ਵਾਲਾ ਨੌਜਵਾਨ ਆਪਣਾ ਫਿਊਚਰ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਵੇਖੇ, ਕਿਉਂਕਿ ਅਜਿਹਾ ਪ੍ਰੈਕਟੀਕਲੀ ਪੋਸੀਬਲ ਨਹੀਂ ਗਾ। ਬੇਸ਼ੱਕ ਸਾਰੇ ਚਾਹਣ, ਦਿਲੋਂ ਚਾਹੁੰਦੇ ਵੀ ਹੋਣ ਕਿ ਚਲੇ ਜਾਣ, ਉਹਨਾਂ ਦੇ ਮਾਂ-ਬਾਪ ਵੀ ਚਾਹੁੰਦੇ ਹੋਣ ਕਿ ਉਹ ਇੱਥੋਂ ਚਲੇ ਜਾਣ, ਕਿਉਂਕਿ ਉਹਨਾਂ ਨੂੰ ਇੱਥੇ ਦਾ ਜਿਹੜਾ ਸਿਸਟਮ ਹੈ ਉਹ ਠੀਕ ਨਹੀਂ ਲੱਗਦਾ, ਜਾਂ ਉਹਨਾਂ ਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਜਿਹੜਾ ਇੱਥੇ ਦਾ ਸਿਸਟਮ ਹੈ ਉਹ ਸਾਡੀ ਪੀੜ੍ਹੀ ਨੂੰ ਅਗਲੀ ਨੂੰ ਨਿਗਲ ਜਾਏਗਾ ਔਰ ਇਸ ਦਾ ਫਿਊਚਰ ਜਿਹੜਾ ਹੈ ਇੱਥੇ ਠੀਕ ਨਹੀਂ ਆ। ਤਾਂ ਉਹ ਵੀ ਉਹਨਾਂ ਨੂੰ ਇਨਕਰੇਜ ਕਰਦੇ ਨੇ ਕਿ ਉਹ ਇੱਥੋਂ ਚਲੇ ਜਾਣ ਔਰ ਵਿਦੇਸ਼ਾਂ ਦੇ ਵਿੱਚ ਜਾ ਕੇ ਸੈਟਲ ਹੋਣ। ਪਰ ਜੇਕਰ ਇਸ ਦੀ ਪ੍ਰੈਕਟੀਕੈਲਿਟੀ ਵੇਖੀ ਜਾਵੇ ਤਾਂ ਇਹ ਕਦੇ ਵੀ ਪੋਸੀਬਲ ਨਹੀਂ ਗਾ ਕਿ ਸਾਰੇ ਦਾ ਸਾਰਾ ਪੰਜਾਬ ਜਾਂ ਸਾਰੀ ਦੀ ਸਾਰੀ ਪੰਜਾਬ ਦੀ ਨੌਜਵਾਨੀ ਉਹ ਪੰਜਾਬ ਨੂੰ ਛੱਡ ਕੇ ਤੇ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣਾ ਫਿਊਚਰ ਸੈੱਟ ਕਰੇ।
ਸੋ ਉਸ ਤੋਂ ਬਾਅਦ ਜਿਹੜਾ ਖਿੱਤਾ ਬਚਦਾ ਆ ਪ੍ਰਮੁੱਖ ਤੌਰ ਦੇ ਉੱਤੇ, ਇਹਦੇ ਵਿੱਚ ਹੁਣ ਮੈਂ ਫੇਰ ਕਹਿ ਰਿਹਾ ਕਿ ਮੌਜੂਦਾ ਸਮੇਂ ਦੇ ਵਿੱਚ ਇਸ ਵਿੱਚ ਕੋਈ ਦੋ ਰਾਹ ਨਹੀਂ ਆ ਕਿ ਨੌਜਵਾਨ ਨੌਕਰੀ ਦੀ ਤਲਾਸ਼ ਕਰਦਾ ਹੈ। ਪਰ ਜਿਹੜੇ ਸਾਡੇ ਬਜ਼ੁਰਗ ਨੇ ਉਹ ਇਹ ਬਖੂਬੀ ਜਾਣਦੇ ਨੇ, ਜਾਂ ਉਹਨਾਂ ਨੂੰ ਇਹ ਪਤਾ ਆ, ਔਰ ਇਹ ਧਾਰਨਾ ਵੀ ਰਹੀਆਂ ਵਾ, ਲੋਕ ਤੱਥ ਵੀ ਰਹੇ ਨੇ, ਔਰ ਪੁਰਾਣੇ ਜ਼ਮਾਨੇ ਦੀ ਇਹ ਕਹਾਵਤ ਵੀ ਰਹੀ ਆ ਕਿ ਉੱਤਮ ਖੇਤੀ ਮੱਧਮ ਬਾਣ ਕਰੇ ਚਾਕਰੀ ਕੁਕਰ ਨਿਦਾਨ। ਇਹ ਸਭ ਤੋਂ ਉੱਤਮ ਚੀਜ਼ ਜਿਹੜੀ ਮੰਨੀ ਜਾਂਦੀ ਸੀ ਉਹ ਸੀ ਕਿ ਬੰਦਾ ਖੇਤੀ ਕਰੇ, ਔਰ ਇਹਦੀ ਪ੍ਰਮੁੱਖ ਮਿਸਾਲ ਜਿਹੜੀ ਆ ਉਹ ਗੁਰੂ ਨਾਨਕ ਪਾਤਸ਼ਾਹ ਨੇ। ਤੁਸੀਂ ਉਹਨਾਂ ਦਾ ਜਦੋਂ ਆਪਾਂ ਜੀਵਨ ਕਾਲ ਵੇਖਦੇ ਆ ਸਾਰਾ ਗੁਰੂ ਨਾਨਕ ਪਾਤਸ਼ਾਹ ਦਾ, ਔਰ ਜਦੋਂ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੂੰ ਕਿਸੇ ਪ੍ਰੋਫੈਸ਼ਨ ਦੇ ਵਿੱਚ ਪਾਉਂਦੇ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਖੇਤੀ ਕਰਨ ਦੇ ਲਈ ਪ੍ਰੇਰਿਤ ਕਰਦੇ ਆ। ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਇਹਨਾਂ ਦਾ ਮਨ ਨਹੀਂ ਲੱਗਾ, ਦੂਸਰੇ ਨੰਬਰ ਤੇ ਉਹਨਾਂ ਨੂੰ ਵਪਾਰ ਕਰਨ ਦੇ ਲਈ ਭੇਜਦੇ ਨੇ। ਔਰ ਉਹ ਜਿਹੜਾ 20 ਰੁਪਈਆਂ ਦਾ ਸੀ ਸੱਚਾ ਸੌਦਾ ਸਾਰਾ, ਉਹ ਅਸੀਂ ਸਾਰੇ ਜਾਣਦੇ, ਮੈਂ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ। ਸੋ ਖੇਤੀ ਤੋਂ ਬਾਅਦ ਦੂਸਰੇ ਨੰਬਰ ਤੇ ਉਹਨਾਂ ਨੇ ਉਹਨਾਂ ਨੂੰ ਵਪਾਰ ਕਰਨ ਦੇ ਲਈ ਪ੍ਰੇਰਿਤ ਕੀਤਾ। ਜਦੋਂ ਉੱਥੇ ਵੀ ਉਹਨਾਂ ਨੂੰ ਲੱਗਾ ਦੁਨਿਆਵੀ ਤੌਰ ਦੇ ਉੱਤੇ ਕਿ ਉਹ ਉੱਥੇ ਕਾਮਯਾਬ ਨਹੀਂ ਹੋਏ, ਤੇ ਅਖੀਰ ਤੇ ਉਹਨਾਂ ਨੇ ਉਹਨਾਂ ਨੂੰ ਮੋਦੀਖਾਨੇ ਦੇ ਵਿੱਚ ਨੌਕਰੀ ਕਰਨ ਦੇ ਲਈ ਭੇਜਿਆ। ਮਤਲਬ ਕਿ ਇਹ ਸਾਡੇ ਸਮਾਜ ਦੀ ਜਿਹੜੀ ਇੱਕ ਚੱਲਦੀ ਆ ਰੀਤ, ਉਹਦੇ ਵਿੱਚ ਇਹ ਤੈਅ ਸੀ, ਜਾਂ ਉਹਦੇ ਵਿੱਚ ਮੰਨਿਆ ਜਾਂਦਾ ਸੀ ਕਿ ਖੇਤੀ ਕਰਨਾ ਸਭ ਤੋਂ ਉੱਤਮ ਆ, ਔਰ ਵਪਾਰ ਕਰਨਾ ਦੂਸਰੇ ਨੰਬਰ ਤੇ, ਔਰ ਨੌਕਰੀ ਕਰਨਾ ਹਮੇਸ਼ਾ ਤੀਸਰੇ ਨੰਬਰ ਦਾ ਕਿੱਤਾ ਰਿਹਾ ਸੀ। ਪਰ ਜਿਉਂ-ਜਿਉਂ ਸਾਰਾ ਸਿਸਟਮ ਬਦਲਿਆ, ਜਿਵੇਂ ਜਿਵੇਂ ਸਾਰੀ ਗਲੋਬਲਾਈਜੇਸ਼ਨ ਹੋਈ, ਅਲੱਗ-ਅਲੱਗ ਮਟੀਰੀਅਲਿਸਟਿਕ ਵਰਲਡ ਦਾ ਬੋਲਬਾਲਾ ਹੋਇਆ, ਤੇ ਇਹ ਰਿਵਰਸ ਹੋ ਗਿਆ। ਜਿਹੜੀ ਨੌਕਰੀ ਆ ਹੁਣ ਉਹ ਪਹਿਲੇ ਤੇ ਆ ਗਈ ਆ। ਤੇ ਅਸੀਂ ਅੱਜ ਵੀ ਆਪਣੇ ਸਮਾਜ ਦੇ ਵਿੱਚ ਵੇਖ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਜੇ ਮਾਂ-ਬਾਪ ਕਿਸੇ ਨੂੰ ਆਪਣੇ ਬੱਚੇ ਨੂੰ ਕੁਝ ਕਰਨ ਲਈ ਕਹਿੰਦੇ ਨੇ ਤਾਂ ਕਹਿੰਦੇ ਨੇ ਕਿ ਨੌਕਰੀ ਕਰੇ। ਫਿਰ ਦੂਸਰੇ ਨੰਬਰ ਤੇ ਵਪਾਰ, ਉਹ ਉੱਥੇ ਦਾ ਉੱਥੇ ਖਲੋਤਾ ਹੋਇਆ ਹੈ, ਉਸ ਨੂੰ ਮਤਲਬ ਨਾ ਤੇ ਉੱਪਰ ਆ ਨਾ ਥੱਲੇ ਆ। ਔਰ ਖੇਤੀ ਕਰਨਾ ਖਾਸ ਕਰਕੇ ਪੰਜਾਬ ਦੇ ਵਿੱਚ ਅੱਜ ਤੀਸਰੇ ਨੰਬਰ ਦਾ ਧੰਦਾ ਬਣ ਗਿਆ। ਸੋ ਇਹ ਕਿਤੇ ਨਾ ਕਿਤੇ ਸਵਾਲ ਆ ਸਾਡੇ ਸਿਸਟਮ ਦੇ ਉੱਤੇ ਜਾਂ ਸਾਡੇ ਮਨਾਂ ਦੇ ਵਿੱਚ ਕਿ ਐਸਾ ਕਿਉਂ ਹੋਇਆ ਕਿ ਉਹ ਚੀਜ਼ ਜਿਸ ਨੂੰ ਹਮੇਸ਼ਾ ਹੀ ਉੱਤਮ ਮੰਨਿਆ ਜਾਂਦਾ ਸੀ ਉਹ ਨੀਵੇਂ ਦਰਜੇ ਦੀ ਹੋ ਕੇ ਰਹਿ ਗਈ। ਸੋ ਇਹਨੂੰ ਹੁਣ ਜੇ ਮੈਂ ਥੋੜਾ ਆਪਣੇ ਸਮਾਜ ਦੇ ਵਿੱਚ ਆਪਾਂ ਜੋੜ ਕੇ ਗੱਲ ਕਰੀਏ ਤਾਂ ਜਿਵੇਂ ਮੈਂ ਪਹਿਲਾਂ ਵੀ ਪਿੱਛੇ ਗੱਲ ਕਰ ਰਿਹਾ ਸੀ ਕਿ ਇਹ ਕਦੇ ਵੀ ਪੋਸੀਬਲ ਨਹੀਂ ਗਾ ਕਿ ਸਾਰੀ ਦੀ ਸਾਰੀ ਦੁਨੀਆ ਵਿਦੇਸ਼ਾਂ ਦੇ ਵਿੱਚ ਚਲੀ ਜਾਵੇ, ਔਰ ਇਹ ਵੀ ਕਦੀ ਪੋਸੀਬਲ ਨਹੀਂ ਹੈਗਾ ਪੰਜਾਬ ਦੀ ਨੌਜਵਾਨੀ ਦੇ ਲਈ ਕਿ ਸਾਰੇ ਦੇ ਸਾਰੇ ਜੌਬ ਲੈ ਲੈਣਗੇ, ਸਾਰੇ ਦੇ ਸਾਰੇ ਨੌਕਰੀਆਂ ਮਿਲ ਜਾਣਗੀਆਂ, ਇਹ ਵੀ ਪੋਸੀਬਲ ਨਹੀਂ ਹੈਗਾ। ਸੋ ਤੀਸਰੇ ਨੰਬਰ ਦੀ ਚੀਜ਼ ਜਿਹੜੀ ਪ੍ਰੈਕਟੀਕਲੀ ਪੋਸੀਬਲ ਕਿਤੇ ਨਾ ਕਿਤੇ ਬਹੁਤਾਤ ਦੇ ਵਿੱਚ ਲੱਗਦੀ ਆ, ਉਹ ਇਹੀ ਆ ਕਿ ਜਿਹੜੀ ਕਿਸਾਨੀ ਆ, ਕਿਉਂਕਿ ਉਹ ਹਰ ਪਰਿਵਾਰ ਦੇ ਨਾਲ ਜੁੜਿਆ ਆ ਜਿਹੜਾ ਵਰਗ ਆ ਖਾਸ, ਕਿਉਂਕਿ ਬਹੁਤਾਤ ਜਿਹੜੇ ਮੈਂ ਬਹੁਤਾਤ ਦੀ ਗੱਲ ਕਰਦਾ, ਮੈਂ ਹਮੇਸ਼ਾ ਜਿਹੜੀ ਗੱਲ ਆ ਉਹ ਇਹ ਨਹੀਂ ਕਰਾਂਗਾ ਕਿ ਸਾਰੇ ਦੇ ਸਾਰੇ, ਬਹੁਤਾਤ ਜਿਹੜਾ ਆ ਸਾਡਾ ਪਿਛੋਕੜ ਜਿਹੜਾ ਆ ਉਹ ਕਿਸਾਨੀ ਦੇ ਨਾਲ ਜੁੜਿਆ ਆ। ਔਰ ਜੇਕਰ ਕਿਸੇ ਨੂੰ ਸਭ ਤੋਂ ਜ਼ਿਆਦਾ ਇੰਪਲੋਇਮੈਂਟ ਦਿੱਤੀ ਜਾ ਸਕਦੀ ਪੰਜਾਬ ਦੀ ਨੌਜਵਾਨੀ ਨੂੰ ਕਿਸੇ ਫੀਲਡ ਦੇ ਵਿੱਚ ਉਹ ਐਕਟਿਵਲੀ ਕੰਮ ਕਰ ਸਕਦਾ ਆ ਆਪਣਾ ਰਾਜਾ ਬਣ ਕੇ, ਤੇ ਉਹ ਕਿਸਾਨੀ ਆ, ਉਹ ਆਪਣੇ ਖੇਤ ਨੇ ਉਹਦੇ। ਪਰ ਜੇਕਰ ਉਹ ਵੀ ਉੱਥੇ ਲਾਹੇਵੰਦ ਨਹੀਂ ਹੁੰਦਾ ਤੇ ਫਿਰ ਉਸ ਦਾ ਜਿਹੜਾ ਫਿਊਚਰ ਆ ਉਹ ਪੰਜਾਬ ਦੇ ਵਿੱਚ ਧੁੰਦਲਾ ਹੁੰਦਾ ਜਿਹੜਾ ਆ ਉਹ ਦਿਖਾਈ ਦਿੰਦਾ ਹੈ। ਔਰ ਜਿਹੜੀ ਜਦੋਂ ਕਿਸੇ ਨੌਜਵਾਨ ਦਾ ਫਿਊਚਰ ਧੁੰਦਲਾ ਹੁੰਦਾ ਤੇ ਫਿਰ ਜ਼ਾਹਿਰ ਜਿਹੀ ਗੱਲ ਆ ਕਿ ਉਹ ਆਪਣਾ ਫਿਊਚਰ ਜਿਹੜਾ ਉਹਨੂੰ ਬ੍ਰਾਈਟ ਕਰਨ ਦੇ ਲਈ, ਆਪਣੇ ਭਵਿੱਖ ਦੇ ਲਈ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਫਿਰ ਹੋਰ ਯਤਨ ਕਰਦਾ, ਔਰ ਉਸੇ ਯਤਨਾਂ ਦੇ ਵਿੱਚੋਂ ਹੀ ਫਿਰ ਅਗਲੀਆਂ ਚੀਜ਼ਾਂ ਨਿਕਲੀਆਂ ਆ, ਜਿਵੇਂ ਬਾਹਰ ਜਾਣਾ। ਇੱਕ ਮੈਸੇਜ ਆਈ ਥਿੰਕ ਵਿੱਚ ਆਇਆ ਕਿ ਆਡੀਬਲ ਨਹੀਂ ਆ, ਮੈਨੂੰ ਇੱਕ ਵਾਰੀ ਫਿਰ ਕਨਫਰਮ ਕਰ ਦਿਓ ਕਿ ਮੇਰੀ ਆਵਾਜ਼ ਆ ਰਹੀ ਸਾਰੇ? ਹਾਂਜੀ ਹਾਂਜੀ ਸਰ, ਤੁਹਾਡੀ ਆਵਾਜ਼ ਆ ਰਹੀ ਹੈ, ਤੁਸੀਂ ਸ਼ੁਕਰੀਆ। ਹਾਂਜੀ ਜੀ ਠੀਕ। ਸੋ ਉਹ ਮਤਲਬ ਕਦੇ ਵੀ ਪੋਸੀਬਲ ਨਹੀਂਗਾ ਇੱਕ ਪੂਰੇ ਪੰਜਾਬ ਦੇ ਸਮਾਜ ਦੇ ਲਈ ਕਿ ਉਹ ਬਾਹਰ ਚਲਿਆ ਜਾਵੇ ਜਾਂ ਨੌਕਰੀ ਲੈ ਲਵੇ। ਸੋ ਪੋਸੀਬਿਲਿਟੀ ਜਿਹੜੀ ਆ, ਬਹੁਤਾਤ ਜਿਹੜੀ ਆ ਉਹ ਇਹੀ ਆ ਕਿ ਉਹ ਆਪਣੇ ਖੇਤਾਂ ਦੇ ਵਿੱਚ ਕੰਮ ਕਰਕੇ ਆਪਣਾ ਪਰਿਵਾਰ ਜਾਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਲ ਸਕੇ। ਸੋ ਇਹ ਜਿਹੜਾ ਹੁਣ ਖੇਤੀ ਦਾ ਧੰਦਾ ਆ, ਜਦੋਂ ਇਸ ਨੂੰ ਵੀ ਖੋਇਆ ਜਾ ਰਿਹਾ ਪੰਜਾਬ ਦੇ ਕੋਲੋਂ, ਜਿਹੜਾ ਥੋੜਾ ਬਹੁਤਾ ਹੈਗਾ ਉਹ ਲਾਹੇਵੰਦ ਹੈ ਨਹੀਂ ਹੈ ਉਹ ਬਾਅਦ ਦੀ ਗੱਲ ਹੈ। ਪਰ ਜਿਹੜਾ ਸੀਗਾ ਜ਼ਮੀਨਾਂ ਦੇ ਮਾਲਕ ਸੀਗੇ ਅਸੀਂ ਆਪਣੀਆਂ ਦੇ, ਔਰ ਬਿੱਲ ਸੁਣ ਲਿਆਂਦੇ ਗਏ ਉਹਨਾਂ ਦੇ ਬਾਰੇ ਬਹੁਤ ਲੰਬੀ ਚੌੜੀ ਗੱਲ ਹੋ ਚੁੱਕੀ ਹੈ ਆਲਰੇਡੀ। ਪਿਛਲੇ 8 ਮਹੀਨਿਆਂ ਤੋਂ ਪ੍ਰਚਾਰ ਬਹੁਤ ਜ਼ਿਆਦਾ ਉਹਦਾ ਚੱਲ ਰਿਹਾ ਆ, ਔਰ ਮੈਂ ਸਮਝਦਾ ਕਿ ਹੁਣ ਜਿਹੜਾ ਸਮਾਂ ਆ ਉਹ ਨਹੀਂ ਰਿਹਾ ਕਿ ਅਸੀਂ ਫਿਰ ਦੁਬਾਰਾ ਉਹਨਾਂ ਬਿਲਸ ਦੇ ਜਿਹੜੇ ਪ੍ਰੋਸ ਐਂਡ ਕੌਨਸ ਆ ਉਹਨਾਂ ਡਿਸਕਸ ਕਰੀਏ, ਕਿਉਂਕਿ ਇਹ ਆਲਰੇਡੀ ਗੱਲਾਂ ਜਿਹੜੀਆਂ ਨੇ ਹੋ ਚੁੱਕੀਆਂ ਨੇ, ਉਹਨੇ ਗੱਲ ਇੱਕ ਤਰਫਾ ਹੋ ਚੁੱਕੀ ਹੈ ਕਿ ਇਹ ਖੇਤੀ ਦੇ ਲਈ ਠੀਕ ਨਹੀਂ ਹੈਗੇ। ਸੋ ਜੇਕਰ ਫਿਰ ਵੀ ਕੋਈ ਇਹ ਸੋਚਦਾ ਹੈ ਕਿ ਉਹਨਾਂ ਦੇ ਬਾਰੇ ਅੱਜ ਵੀ ਗੱਲ ਹੋਣੀ ਚਾਹੀਦੀ ਹੈ ਬਿਲਸ ਦੇ ਬਾਰੇ, ਸੋ
ਫਿਰ ਤਾਂ ਮੈਨੂੰ ਲੱਗਦਾ ਕਿ ਵੀ ਸ਼ੁੱਡ ਰੀਥਿੰਕ ਕਿ ਅਸੀਂ ਇਸ ਸਮਾਜ ਦਾ ਹਿੱਸਾ ਹੈ ਜਾਂ ਨਹੀਂ ਆ। ਸੋ ਪਿਛਲੇ 8 ਮਹੀਨਿਆਂ ਤੋਂ ਉਹਦੇ ਬਾਰੇ ਗੱਲ ਪੂਰੀ ਹੋ ਰਹੀ ਹੈ, ਮੈਂ ਉਸ ਦੇ ਵਿੱਚ ਜਿਹੜਾ ਆ ਹੁਣ ਬਿਲਕੁਲ ਨਹੀਂ ਜਾਣਾ ਚਾਹਾਂਗਾ। ਪਰ ਜਿਹੜਾ ਨੌਜਵਾਨਾਂ ਦਾ ਰੋਲ ਰਿਹਾ ਆ ਉਸ ਦੇ ਉੱਤੇ ਜਿਹੜੀ ਗੱਲ ਆ ਉਹ ਕਰਨੀ ਹਮੇਸ਼ਾ ਬਣਦੀ ਆ ਔਰ ਸਾਨੂੰ ਕਰਨੀ ਵੀ ਚਾਹੀਦੀ ਆ। ਜਦੋਂ ਤੋਂ ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਪੰਥ ਹੋਂਦ ਦੇ ਵਿੱਚ ਆਇਆ ਆ, ਕਿਉਂਕਿ ਸਿੱਖ ਤੇ ਪੰਜਾਬ ਜਿਹੜਾ ਆ ਇਹ ਆਪਸ ਦੇ ਵਿੱਚ ਗੂੜੇ ਜੁੜੇ ਹੋਏ ਨੇ। ਤਕਰੀਬਨ 239 ਸਾਲ ਦਾ ਸਮਾਂ ਲਾ ਕੇ ਗੁਰੂ ਮਹਾਰਾਜ ਨੇ ਇੱਕ ਜਿਹੜਾ ਮਨੁੱਖ ਆ ਉਹ ਐਸਾ ਘੜਿਆ ਜਿਹੜਾ ਪਹਿਲਾਂ ਦਬੜਿਆ ਕੁਚਲਿਆ ਸੀਗਾ, ਜਿਹੜਾ ਆਪਣੇ ਹੱਕਾਂ ਦੇ ਲਈ ਆਵਾਜ਼ ਇੰਨੀ ਬੁਲੰਦ ਨਹੀਂ ਸੀ ਕਰਦਾ। ਉਸ ਨੂੰ ਜਦੋਂ ਇੱਕ ਖਾਲਸੇ ਦਾ ਰੂਪ ਦਿੱਤਾ, ਸਿੱਖੀ ਨੂੰ ਇਸ ਧਰਤੀ ਦੇ ਉੱਤੇ ਰੂਪਮਾਨ ਕੀਤਾ। ਜੇਕਰ ਉਦੋਂ ਤੋਂ ਅਸੀਂ ਪੂਰਾ ਇਤਿਹਾਸ ਪੰਜਾਬ ਦਾ ਫਰੋੜ ਕੇ ਵੇਖੀਏ, 1699 ਦੇ ਵਿੱਚ ਜਦੋਂ ਖਾਲਸਾ ਸਾਜ ਦਿੱਤਾ ਜਾਂਦਾ, 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਉਹ ਜੋਤੀ ਜੋਤ ਸਮਾ ਜਾਂਦੇ ਨੇ, ਉਦੋਂ ਤੋਂ ਲੈ ਕੇ ਤੇ ਅੱਜ ਤੱਕ 2021 ਤੱਕ ਦਾ ਜੇ ਅਸੀਂ ਇਤਿਹਾਸ ਵੇਖੀਏ ਤੇ ਇਹ ਕਦੀ ਵੀ ਨਹੀਂ ਹੋਇਆ ਕਿ ਪੰਜਾਬ ਦੀ ਕੋਈ ਐਸੀ ਪੀੜ੍ਹੀ ਲੰਘੀ ਹੋਵੇ ਜਿਸ ਨੇ ਸੰਘਰਸ਼ ਨਾ ਕੀਤਾ ਹੋਵੇ। ਔਰ ਮੈਕਸਿਮਮ ਟਾਈਮ ਪੀਰੀਅਡ ਜਿਹਦੇ ਵਿੱਚ ਜੇ ਪੰਜਾਬ ਦੀ ਜਵਾਨੀ ਨੇ ਜਾਂ ਪੰਜਾਬ ਦੀ ਕਿਸੇ ਪੀੜ੍ਹੀ ਨੇ ਸੰਘਰਸ਼ ਨਹੀਂ ਕੀਤਾ ਤੇ ਉਹ ਮੈਕਸਿਮਮ ਸਮਾਂ 40 ਸਾਲ ਦਾ ਰਿਹਾ ਹੈ। 18ਵੀਂ ਸਦੀ ਦਾ ਸਾਰਾ ਇਤਿਹਾਸ ਸਾਡੇ ਸਾਹਮਣੇ ਆ, ਉਹਦੇ ਵਿੱਚ ਤੇ ਇੱਕ ਮਹੀਨਾ ਜਾਂ ਇੱਕ ਸਾਲ ਤੇ ਦੂਰ ਦੀ ਗੱਲ ਆ, ਕੋਈ ਇੱਕ ਦਿਨ ਵੀ ਐਸਾ ਨਹੀਂ ਸੀ ਜਦੋਂ ਪੰਜਾਬ ਦੇ ਨੌਜਵਾਨਾਂ ਨੇ ਜਾਂ ਪੰਜਾਬ ਦੀ ਪੀੜ੍ਹੀ ਨੇ ਕਿਸੇ ਨੇ ਸੰਘਰਸ਼ ਨਾ ਕੀਤਾ ਹੋਵੇ। ਸੋ ਉਹ ਚੱਲਦਿਆਂ ਜੇ 40 ਸਾਲ ਦਾ ਸਮਾਂ ਵਿੱਚ ਆਇਆ ਜਿੱਥੇ ਸੰਘਰਸ਼ ਨਹੀਂ ਹੋਇਆ ਹਕੂਮਤ ਦੇ ਖਿਲਾਫ, ਮੇਰਾ ਕਹਿਣ ਤੋਂ ਮਤਲਬ ਹੈ ਕਿ ਉਸ ਸਿਸਟਮ ਦੇ ਖਿਲਾਫ ਕਿਸੇ ਦੇ ਖਿਲਾਫ ਸੰਘਰਸ਼ ਨਹੀਂ ਹੋਇਆ, ਤੇ ਉਹ ਸਮਾਂ ਰਿਹਾ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ। ਉਹਦੇ ਵਿੱਚ ਪੰਜਾਬ 40 ਸਾਲ ਜਿਹੜਾ ਆ ਉਹ ਸ਼ਾਂਤ ਰਿਹਾ ਆ। ਬੇਸ਼ੱਕ ਉਹ ਆਪਣੀਆਂ ਸਰਹੱਦਾਂ ਦੇ ਉੱਤੇ ਜ਼ਰੂਰ ਲੜਦਾ ਰਿਹਾ ਆ, ਆਪਣੀ ਜਿਹੜਾ ਉਹ ਟੈਰੀਟਰੀ ਆ ਉਹਨੂੰ ਐਕਸਪੈਂਡ ਕਰਨ ਦੇ ਲਈ ਜਿਹੜਾ ਆ ਉਹ ਜੰਗਾਂ ਹੁੰਦੀਆਂ ਰਹੀਆਂ, ਪਰ ਵਿਦਿਨ ਦੀ ਪੰਜਾਬ, ਵਿਦਿਨ ਜਿਹੜਾ ਪੰਜਾਬ ਦਾ ਸਿਸਟਮ ਚੱਲਦਾ ਸੀਗਾ ਉਹਦੇ ਖਿਲਾਫ ਜਿਹੜਾ ਆ ਉੱਥੇ ਸੰਘਰਸ਼ ਨਹੀਂ ਹੋਇਆ। ਔਰ ਉਸ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਜਾਂਦੀ ਹੈ, ਉਸ ਤੋਂ ਬਾਅਦ ਫਿਰ ਸੇਮ ਜਿਹੜਾ ਪੈਟਰਨ ਆ ਚੱਲਦਾ ਆ, ਔਰ ਪੂਰੇ ਦਾ ਪੂਰਾ 1947 ਤੱਕ ਆਉਂਦਿਆਂ ਫਿਰ ਅਸੀਂ ਇਹ ਜਾਣਦੇ ਆ ਕਿ ਸੰਘਰਸ਼ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਕਰਨਾ ਪਿਆ ਹੈ। ਔਰ 1947 ਦੇ ਵਿੱਚ ਆ ਕੇ ਇੱਕ ਆਸ ਵੱਜੀ ਸੀ ਜਾਂ ਪੰਜਾਬ ਵਾਸੀ ਜਿਹੜੇ ਆ ਉਹ ਆਪਣਾ ਜਿਹੜਾ ਪਹਿਲਾ ਘਰ ਆ ਜਿਹੜਾ ਹੁਣ ਮੌਜੂਦਾ ਪਾਕਿਸਤਾਨ ਦੇ ਵਿੱਚ ਰਹਿ ਗਿਆ ਆ, ਉਸ ਨੂੰ ਛੱਡ ਕੇ, ਜੇਕਰ ਉੱਥੇ ਆਪਣੀਆਂ ਆਬਾਦ ਕੀਤੀਆਂ ਜ਼ਮੀਨਾਂ ਨੂੰ ਛੱਡ ਕੇ ਔਰ ਉੱਜੜ ਕੇ ਉੱਥੋਂ ਇਸ ਮੌਜੂਦਾ ਜਿਸ ਪੰਜਾਬ ਦੇ ਵਿੱਚ ਅਸੀਂ ਰਹਿ ਰਹੇ ਹਾਂ, ਜਦੋਂ ਇੱਥੇ ਉਹ ਆਏ ਨੇ ਤੇ ਮਨ ਦੇ ਵਿੱਚ ਸਿਰਫ ਇੱਕ ਚੀਜ਼ ਲੈ ਕੇ ਆਏ ਨੇ, ਇੱਕ ਆਸ ਲੈ ਕੇ ਆਏ ਨੇ ਕਿ ਸ਼ਾਇਦ ਹੁਣ ਸਾਡਾ ਜਿਹੜਾ ਫਿਊਚਰ ਆ ਉਹ ਠੀਕ ਰਹੇਗਾ। ਔਰ ਉਹ ਸਾਰੀਆਂ ਚੀਜ਼ਾਂ ਛੱਡ ਕੇ ਜੇ ਨਾਲ ਕੋਈ ਚੀਜ਼ ਉਹ ਲੈ ਕੇ ਆਏ ਸੀ, ਔਰ ਜਦੋਂ ਉਹ ਵੀ ਚੀਜ਼ ਇਹਨਾਂ ਨੂੰ ਨਾ ਦਿਖੀ ਤੇ ਸਿਰਫ ਅਜੇ 2 ਸਾਲ ਬੀਤੇ ਸੀ ਕਿ ਪੰਜਾਬੀ ਸੂਬਾ ਮੋਰਚਾ ਜਾਂ ਪੰਜਾਬ ਦੇ ਹੱਕਾਂ ਦੇ ਲਈ ਜਿਹੜੇ ਵਾਅਦੇ ਕੀਤੇ ਗਏ ਸੀਗੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਸੰਘਰਸ਼ ਜਿਹੜੇ ਆ ਫਿਰ ਸ਼ੁਰੂ ਹੋ ਗਏ। ਔਰ ਲਗਾਤਾਰ ਫਿਰ ਉਹ ਸੰਘਰਸ਼ ਚੱਲਿਆ ਪੰਜਾਬੀ ਸੂਬੇ ਮੋਰਚੇ ਦੇ ਲਈ, 1666 ਤੱਕ ਪੰਜਾਬੀ ਸੂਬੇ ਮੋਰਚੇ ਲਈ ਸੰਘਰਸ਼ ਚੱਲਿਆ। ਔਰ ਜਦੋਂ ਉਹ ਮਿਲਿਆ ਉਹ ਇੰਨਾ ਕੁ ਛੋਟਾ ਮਿਲ ਗਿਆ ਜਾਂ ਉਹ ਇਸ ਤਰੀਕੇ ਨਾਲ ਦੇ ਦਿੱਤਾ ਗਿਆ ਕਿ ਉਸ ਤੇ ਵੀ ਸੰਤੁਸ਼ਟੀ ਜਿਹੜੀ ਆ ਪੂਰੀ ਨਹੀਂ ਰਹੀ, ਔਰ ਉਸ ਦੇ ਵੀ ਹੱਕ ਜਿਹੜੇ ਆ ਖੋਹ ਲਏ ਗਏ। ਉਹਦੇ ਬਹੁਤ ਸਾਰੇ ਕੁਦਰਤੀ ਸੋਮੇ ਜਿਹੜੇ ਪੰਜਾਬ ਦੇ ਆ ਖੋਹ ਲਏ ਗਏ। ਉਹਦੀ ਬੈਸਟ ਐਗਜ਼ਾਮਪਲ ਆ ਭਾਖੜਾ ਡੈਮ ਜਿਹੜਾ ਬਣਿਆ ਸੀਗਾ, ਬੇਸ਼ੱਕ ਉਹ 1948 ਦੇ ਵਿੱਚ ਉਹ ਬਣਨਾ ਸ਼ੁਰੂ ਹੋਇਆ, ਔਰ ਜਦੋਂ ਬਣਨਾ ਸ਼ੁਰੂ ਹੋਇਆ ਉਹ ਪੰਜਾਬ ਦੀ ਜ਼ਮੀਨ ਦੇ ਉੱਤੇ ਸੀ। ਪਰ ਜਦੋਂ 1666 ਦੇ ਵਿੱਚ ਜਾ ਕੇ ਵੰਡ ਕੀਤੀ ਗਈ ਔਰ 1661-62 ਦੇ ਵਿੱਚ ਉਹ ਪ੍ਰੋਜੈਕਟ ਸਾਰਾ ਸ਼ੁਰੂ ਹੋਇਆ, ਤੇ ਜਦੋਂ ਵੰਡ ਕੀਤੀ ਗਈ ਤੇ ਉਹਨੂੰ ਹਿਮਾਚਲ ਦੇ ਵਿੱਚ ਸੁੱਟ ਦਿੱਤਾ ਗਿਆ, ਬਿਲਕੁਲ ਬਾਰਡਰ ਦੇ ਉੱਤੇ ਇੱਕ ਲੀਕ ਵਾ ਦਿੱਤੀ ਗਈ। ਮਤਲਬ ਜਿਹੜਾ ਕੁਦਰਤੀ ਸੋਮਾ ਸੀਗਾ ਪੰਜਾਬ ਦਾ ਉਹ ਵੀ ਖੋਹ ਲਿਆ ਗਿਆ। ਔਰ ਉਸ ਤੋਂ ਬਾਅਦ ਵੀ ਫਿਰ ਜਿਹੜਾ ਲਗਾਤਾਰ ਸੰਘਰਸ਼, ਫਿਰ ਉਹ ਧਰਮਯੁੱਧ ਮੋਰਚਾ ਲੱਗਿਆ, ਆਨੰਦਪੁਰ ਸਾਹਿਬ ਦਾ ਮਤਾ ਆਇਆ, ਉਸ ਦੇ ਉੱਤੇ ਲਗਾਤਾਰ ਸੰਘਰਸ਼ ਚੱਲਿਆ। 1994-95 ਤੱਕ ਲਗਾਤਾਰ ਪੰਜਾਬ ਦੀ ਨੌਜਵਾਨੀ ਨੇ ਸੰਘਰਸ਼ ਕੀਤਾ। 95-96 ਦੇ ਤੱਕ ਆਉਂਦਿਆਂ ਉਹ ਸੰਘਰਸ਼ ਜਿਹੜੇ ਆ ਉਹ ਪੰਜਾਬ ਦੇ ਦੱਬ ਲਏ ਗਏ। ਔਰ ਉਸ ਤੋਂ ਬਾਅਦ ਫਿਰ ਹੁਣ ਜੇ ਵੇਖਿਆ ਜਾਵੇ ਤਾਂ ਕੋਈ ਤਕਰੀਬਨ 25-26 ਸਾਲ ਦਾ ਸਮਾਂ ਹੀ ਹੋਇਆ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਅਗਲੀ ਪੀੜ੍ਹੀ ਆ ਉਹ ਫਿਰ ਸੰਘਰਸ਼ ਦੇ ਵਿੱਚ ਆ। ਸੋ ਮਤਲਬ ਮੇਰਾ ਕਹਿਣ ਦਾ ਸਾਰੀ ਹਿਸਟਰੀ ਦੇ ਵਿੱਚ ਇਹ ਕਿ ਜਿਹੜਾ ਪੰਜਾਬ ਆ ਸੰਘਰਸ਼ ਕਰਨਾ ਇਸ ਦੀ ਤਾਸੀਰ ਦੇ ਵਿੱਚ ਆ, ਇਸ ਦੇ ਖੂਨ ਦੇ ਵਿੱਚ ਆ। ਇਹ ਕਦੀ ਵੀ ਨਹੀਂ ਹੋਇਆ ਕਿ ਕਿਸੇ ਹਕੂਮਤ ਨੇ ਇਹਨਾਂ ਦੇ ਉੱਤੇ ਜ਼ਬਰ ਕੀਤਾ ਹੋਵੇ, ਚਾਹੇ ਉਹ ਫਿਜ਼ੀਕਲੀ ਹੋਵੇ, ਚਾਹੇ ਮੈਂਟਲੀ ਹੋਵੇ, ਤੇ ਚਾਹੇ ਹੁਣ ਬਿਲਸ ਦੇ ਥਰੂ ਆਇਆ ਹੋਵੇ। ਇਹ ਕਦੀ ਪੋਸੀਬਲ ਹੀ ਨਹੀਂ ਆ ਕਿ ਪੰਜਾਬ ਰਿਟੈਲੀਏਟ ਨਾ ਕਰਦਾ, ਕਿਉਂਕਿ ਇਹ ਚੀਜ਼ਾਂ ਸਾਡੇ ਜੀਨਸ ਦੇ ਵਿੱਚ ਆ, ਸਾਡੀ
ਖੂਨ ਦੇ ਵਿੱਚ ਭਰ ਦਿੱਤੀਆਂ ਗਈਆਂ ਨੇ 240 ਸਾਲ ਦਾ ਸਮਾਂ ਲਾ ਕੇ, ਔਰ ਇਹ ਪੋਸੀਬਲ ਹੀ ਨਹੀਂ ਹੈ ਇਨ ਫਿਊਚਰ ਵੀ ਕਦੀ ਕਿ ਕੋਈ ਹਕੂਮਤ ਜਿਹੜੀ ਆ ਇੰਨੀ ਜਾਬਰ ਹੋ ਕੇ ਪੰਜਾਬ ਦੇ ਉੱਤੇ ਜਾਂ ਪੰਜਾਬ ਦੇ ਲੋਕਾਂ ਦੇ ਉੱਤੇ ਜਾਂ ਸਮਾਜ ਦੇ ਉੱਤੇ ਜੇ ਕਹਿਣਾ ਹੋਵੇ ਕਿ ਉਹ ਹੈਵੀ ਹੋਵੇ ਤੇ ਉਹਦਾ ਪੰਜਾਬ ਦਾ ਜਿਹੜਾ ਨੌਜਵਾਨ ਹੈ ਜਾਂ ਪੰਜਾਬ ਦੀ ਮੌਜੂਦਾ ਸਮੇਂ ਦੀ ਜਿਹੜੀ ਪੀੜ੍ਹੀ ਆ ਜਾਂ ਆਉਣ ਵਾਲੀਆਂ ਪੀੜ੍ਹੀਆਂ ਵੀ ਆ ਉਹ ਰਿਟੈਲੀਏਟ ਨਾ ਕਰਨ ਜਾਂ ਉਹ ਜਵਾਬ ਨਾ ਦੇਣ ਜਾਂ ਉਹ ਸੰਘਰਸ਼ ਨਾ ਕਰਨ, ਇਹ ਪੋਸੀਬਲ ਨਹੀਂ ਆ। ਸੋ ਉਹੀ ਚੀਜ਼ ਸਾਨੂੰ ਜਿਹੜਾ ਇਹ 2020 ਤੇ 21 ਦਾ ਸੰਘਰਸ਼ ਆ ਇਹਦੇ ਵਿੱਚ ਵੀ ਵੇਖਣ ਨੂੰ ਮਿਲਿਆ। ਅਸੀਂ ਆਪਣੇ ਬਜ਼ੁਰਗਾਂ ਨਾਲ ਜਦੋਂ ਗੱਲ ਕਰਦੇ ਆ ਤਾਂ ਬਹੁਤ ਸਾਰੇ ਇਹ ਗੱਲ ਸਾਫ਼ ਦੱਸਦੇ ਆ ਕਿ ਜਦੋਂ ਈਵਨ ਪੰਜਾਬੀ ਸੂਬਾ ਮੋਰਚਾ ਲੱਗਾ ਜਾਂ ਜਦੋਂ ਧਰਮਯੁੱਧ ਮੋਰਚਾ ਚੱਲਿਆ ਅਨੰਦਪੁਰ ਸਾਹਿਬ ਦੇ ਮਤੇ ਲਈ ਜਦੋਂ ਸੰਘਰਸ਼ ਹੋਇਆ ਤਾਂ ਉਦੋਂ ਵੀ ਨੌਜਵਾਨਾਂ ਦੀ ਜਿਹੜੀ ਸਿਚੁਏਸ਼ਨ ਸੀਗੀ ਉਹ ਠੀਕ ਇਸੇ ਤਰ੍ਹਾਂ ਦੀ ਹੀ ਜਿਵੇਂ ਸਾਡੀ ਇਸ ਪੀੜ੍ਹੀ ਦੀ ਪ੍ਰਚਾਰੀ ਜਾ ਰਹੀ ਸੀ ਕਿ ਨਸ਼ੇੜੀ ਹੋ ਗਏ, ਇਹ ਲੱਚਰਪੁਣੇ ਦੇ ਵਿੱਚ ਪੈ ਗਏ ਨੇ, ਇਹ ਪਤਿਤ ਹੋ ਗਏ ਨੇ। ਸੋ ਸਿਰਫ ਮੇਰੇ ਹਿਸਾਬ ਨਾਲ ਜੇ ਕੋਈ ਚੀਜ਼ ਵੱਖਰੀ ਸੀ ਤੇ ਸ਼ਾਇਦ ਹੋ ਸਕਦਾ ਕਿ ਪਤਿਤ ਪੁਣਾ ਥੋੜਾ ਘੱਟ ਹੋਵੇ, ਪਰ ਜਿਹੜੇ ਬਜ਼ੁਰਗ ਨੇ ਉਹ ਸਾਨੂੰ ਦੱਸਦੇ ਨੇ ਕਿ ਉਦੋਂ ਵੀ ਨੌਜਵਾਨ ਨਸ਼ਿਆਂ ਦੇ ਵਿੱਚ ਗੁਲਤਾਨ ਹੋਏ ਸੀ। ਬੇਸ਼ੱਕ ਉਹ ਨਸ਼ੇ ਅਲੱਗ ਪ੍ਰਕਾਰ ਦੇ ਸੀ, ਉਦੋਂ ਵੀ ਨੌਜਵਾਨ ਜਿਹੜੇ ਆ ਉਹ ਲੱਚਰਪੁਣੇ ਦੇ ਵਿੱਚ ਗੁਲਤਾਨ ਹੋਏ ਸੀਗੇ। ਬੇਸ਼ੱਕ ਉਹਦਾ ਸਿੰਗਰ ਅਲੱਗ ਸੀ ਜਾਂ ਅਖਾੜੇ ਅਲੱਗ ਤਰੀਕੇ ਦੇ ਲੱਗਦੇ ਸੀ, ਪਰ ਜਦੋਂ ਉਹ ਮਹਿਸੂਸ ਕਰਦੇ ਨੇ ਕਿ ਨਹੀਂ ਹੁਣ ਉਹਨਾਂ ਦੀ ਹੋਂਦ ਦੀ ਲੜਾਈ ਆ ਗਈ ਆ ਤੇ ਉਹੀ ਨੌਜਵਾਨ ਜਿਹੜੇ ਨੇ ਜਿਨ੍ਹਾਂ ਨੂੰ ਸਮਾਜ ਇੰਝ ਸਮਝ ਲੈਂਦਾ ਹੈ ਕਿ ਸ਼ਾਇਦ ਹੁਣ ਇਹ ਕਿਸੇ ਜੋਗੇ ਨਹੀਂ ਰਹੇ ਜਾਂ ਇਹਨਾਂ ਦੇ ਕੋਲੋਂ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨਾ ਜਿਹੜਾ ਆ ਬੜਾ ਮੁਸ਼ਕਿਲ ਹੋ ਚੁੱਕਿਆ, ਉਹ ਨੌਜਵਾਨ ਇੱਕਦਮ ਪਲਟਾ ਖਾ ਜਾਂਦੇ ਨੇ। ਔਰ ਉਹੀ ਚੀਜ਼ ਸਾਨੂੰ ਇਸ ਵਾਰ ਵੀ ਵੇਖਣ ਨੂੰ ਮਿਲੀ ਆ। ਪਿਛਲੇ ਤਕਰੀਬਨ 10-15 ਸਾਲਾਂ ਤੋਂ ਆਮ ਪ੍ਰਚਾਰਿਆ ਜਾ ਰਿਹਾ ਸੀ ਕਿ ਪੰਜਾਬ ਦਾ ਨੌਜਵਾਨ ਜਿਹੜਾ ਆ ਉਹ ਬਰਬਾਦ ਹੋ ਗਿਆ ਜਾਂ ਪੰਜਾਬ ਦਾ ਨੌਜਵਾਨ ਜਿਹੜਾ ਆ ਉਹ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨੀ ਛੱਡ ਚੁੱਕਿਆ ਆ ਜਾਂ ਉਹ ਆਪਣੇ ਜਿਹੜੇ ਉਹਦੇ ਰੋਲ ਆ ਜਾਂ ਜਿਹੜੀਆਂ ਉਹਦੀਆਂ ਡਿਊਟੀਜ਼ ਆ ਸਮਾਜ ਦੇ ਪ੍ਰਤੀ ਉਸ ਤੋਂ ਮੂੰਹ ਮੋੜ ਕੇ ਤੇ ਵਿਦੇਸ਼ਾਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਚੁੱਕਿਆ। ਪਰ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਹੁਣ ਇਹ ਬਿੱਲ ਆਏ ਨੇ ਉਹਨਾਂ ਨੂੰ ਲੱਗਿਆ ਕਿ ਸਾਡੀ ਹੋਂਦ ਦੀ ਲੜਾਈ ਆ ਤੇ ਉਹ ਇੱਕਦਮ ਤੁਸੀਂ ਵੇਖੋ ਕਿ ਉਹ ਪਲਟਾ ਖਾ ਗਏ ਨੇ। ਔਰ ਇਹਦੇ ਵਿੱਚ ਜੇ ਕੋਈ ਦੋਰਾਵਾ ਨਹੀਂ ਗਿਆ ਕਿਉਂਕਿ ਇੱਕ ਇੰਟੈਲੈਕਚੁਅਲ ਜਦੋਂ ਗੱਲ ਕਰਦਾ ਹੈ ਤੇ ਇੱਕ ਐਕਟਿਵਿਸਟ ਜਦੋਂ ਗੱਲ ਕਰਦਾ ਹੈ ਹਮੇਸ਼ਾ ਫਰਕ ਰਹਿੰਦਾ ਆ। ਔਰ ਐਜ਼ ਐਨ ਐਕਟਿਵਿਸਟ ਹੁੰਦਿਆਂ ਆ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਜੇਕਰ ਦਿੱਲੀ ਕਿਸਾਨੀ ਸੰਘਰਸ਼ ਨੂੰ ਕੋਈ ਲੈ ਕੇ ਗਿਆ ਆ ਤੇ ਉਹ ਨੌਜਵਾਨ ਨੇ। ਜਿੱਦਣ ਕਿਸਾਨ ਜਥੇਬੰਦੀਆਂ ਦੀ ਇਹ ਕਾਲ ਆਈ ਸੀ ਕਿ ਅਸੀਂ 26, 27 ਤੇ 28 ਤਰੀਕ ਦਿੱਲੀ ਜਾਣਾ ਆ ਔਰ ਅਸੀਂ ਉਸ ਦੇ ਵਿੱਚ ਐਕਟਿਵਲੀ ਪਾਰਟਿਸਿਪੇਟ ਕੀਤਾ। ਤੁਹਾਡਿਆਂ ਚੋਂ ਵੀ ਹੋ ਸਕਦਾ ਬਹੁਤਿਆਂ ਨੇ ਕੀਤਾ ਹੋਵੇ ਜਿਨ੍ਹਾਂ ਨੇ ਉਸ ਸਮੇਂ ਸ਼ੰਭੂ ਮੋਰਚੇ ਦੇ ਉੱਤੇ ਜਿਹੜੇ ਪਹੁੰਚੇ ਨੇ ਉਹ ਇਹ ਗੱਲ ਚੰਗੀ ਤਰ੍ਹਾਂ ਦੱਸ ਸਕਦੇ ਨੇ ਕਿ ਜਦੋਂ ਸ਼ੰਭੂ ਮੋਰਚੇ ਦੇ ਉੱਤੇ ਗਏ ਨੇ ਤੇ ਜਿਹੜੇ ਆਗੂ ਆ ਉਹ ਇੱਕ ਵਾਰੀ ਉੱਥੇ ਸ਼ੰਭੂ ਮੋਰਚੇ ਦੇ ਉੱਤੇ ਬਹਿਣ ਦੇ ਲਈ ਤਿਆਰ ਹੋ ਚੁੱਕੇ ਸੀ। ਮੈਂ ਨਾਮ ਨਹੀਂ ਲੈਣਾ ਚਾਹੂੰਗਾ ਪਰ 2-3 ਸਿਰ ਕੱਢ ਆਗੂ ਜਿਹੜੇ ਮੌਜੂਦਾ ਸਮੇਂ ਦੇ ਸਿਰ ਕੱਢ ਆਗੂ ਨੇ ਉਹ ਉਸ ਸਮੇਂ ਸ਼ੰਭੂ ਮੋਰਚੇ ਦੇ ਉੱਤੇ ਮੌਜੂਦ ਸੀ। ਔਰ ਜਦੋਂ ਉਹ ਨੌਜਵਾਨਾਂ ਨੂੰ ਇੰਨੀ ਗੱਲ ਕਹਿ ਰਹੇ ਸੀ ਕਿ ਅਸੀਂ ਇੱਥੇ ਹੀ ਬਹਿ ਜਾਈਏ ਤਾਂ ਥੱਲੇ 2 ਨੌਜਵਾਨ ਉੱਠੇ, ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਬਹਿ ਜਾਓ, ਸਾਡੇ ਵੀਰ ਅੱਗੇ ਨਿਕਲ ਚੁੱਕੇ ਨੇ, ਸਾਨੂੰ ਕਾਲ ਦਿੱਲੀ ਜਾਣ ਦੀ ਸੀ, ਤੁਸੀਂ ਬਹਿਣਾ ਇੱਥੇ ਤੇ ਬੈਠੋ, ਅਸੀਂ ਦਿੱਲੀ ਜਾ ਰਹੇ ਹਾਂ। ਔਰ ਉਹ ਜਦੋਂ ਉੱਥੇ ਸਪੀਚਿਸ ਦੇ ਰਹੇ ਸੀ ਸ਼ੰਭੂ ਬਾਰਡਰ ਦੇ ਉੱਤੇ ਔਰ ਨੌਜਵਾਨ ਜਿਹੜੇ ਆ ਬੈਰੀਗੇਡਸ ਤੋੜ ਕੇ ਅੱਗੇ ਜਾ ਚੁੱਕੇ ਸੀ, ਇਹ ਬਾਅਦ ਵਿੱਚ ਉਹਨਾਂ ਦੇ ਪਿੱਛੇ ਤੁਰੇ ਨੇ। ਸੋ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਕਿ ਦਿੱਲੀ ਦੀਆਂ ਬਰੂਹਾਂ ਤੱਕ ਜੇ ਕਿਸਾਨੀ ਦਾ ਸੰਘਰਸ਼ ਕੋਈ ਲੈ ਕੇ ਗਿਆ ਆ ਤੇ ਉਹ ਨੌਜਵਾਨ ਨੇ ਔਰ ਉਹਨਾਂ ਨੂੰ ਇਹ ਵਧਾਈ ਦੇ ਪਾਤਰ ਨੇ ਔਰ ਹੱਲਾਸ਼ੇਰੀ ਦੇ ਹੱਕਦਾਰ ਨੇ। ਉਹਨਾਂ ਨੂੰ ਸਾਨੂੰ ਇਨਕਰੇਜ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਇੰਨਾ ਵੱਡਾ ਇਨੀਸ਼ੀਏਟਿਵ ਲਿਆ ਜਾਂ ਇਸ ਸੰਘਰਸ਼ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਹੁੰਚਾਇਆ ਹੈ। ਬੇਸ਼ੱਕ ਇਹਦੇ ਵਿੱਚ ਸੋਸ਼ਲ ਮੀਡੀਆ ਦਾ ਬੜਾ ਤਕੜਾ ਰੋਲ ਰਿਹਾ ਹੈ ਔਰ ਪਰ ਉਹਨਾਂ ਸੋਸ਼ਲ ਮੀਡੀਆਸ ਨੂੰ ਵੀ ਜੇ ਤੁਸੀਂ ਵੇਖੋ ਤੇ ਬਹੁਤਾਤ ਹੈਂਡਲ ਕਰਨ ਵਾਲੇ ਜਿਹੜੇ ਆ ਉਹ ਨੌਜਵਾਨ ਨੇ। ਸੋ ਬੇਸ਼ੱਕ ਐਕਟਿਵਲੀ ਜਾਂ ਪੈਸਿਵਲੀ ਕਿਸੇ ਵੀ ਤਰੀਕੇ ਦੇ ਨਾਲ ਇਸ ਮੂਵਮੈਂਟ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਲੈ ਕੇ ਜਾਣ ਦੇ ਵਿੱਚ ਨੌਜਵਾਨਾਂ ਦਾ ਇੱਕ ਵੱਡਾ ਹੱਥ ਰਿਹਾ ਹੈ। ਔਰ ਹੁਣ ਕਿਉਂਕਿ ਜਦੋਂ ਇਹ ਮੂਵਮੈਂਟ ਚੱਲ ਰਹੀ ਆ ਉੱਥੇ ਨੌਜਵਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਜਾ ਰਹੇ ਨੇ, ਪੱਕੇ ਤੰਬੂ ਲਾ ਕੇ ਉੱਥੇ ਅਲੱਗ-ਅਲੱਗ ਜਥੇਬੰਦੀਆਂ ਦੇ ਨੁਮਾਇੰਦੇ ਬੈਠੇ ਹੋਏ ਨੇ, ਅਲੱਗ-ਅਲੱਗ ਫੀਲਡ ਦੇ ਵਿੱਚ ਕੰਮ ਕਰਨ ਵਾਲੇ ਨੌਜਵਾਨ ਜਿਹੜੇ ਆ ਉੱਥੇ ਬੈਠੇ ਹੋਏ ਆ ਜਿਨ੍ਹਾਂ ਨੂੰ ਜਾਣ ਦਾ ਮੌਕਾ ਮਿਲਿਆ ਸਿੰਘੂ ਬਾਰਡਰ ਦੇ ਉੱਤੇ ਜਾਂ ਟਿਕਰੀ ਬਾਰਡਰ ਦੇ ਉੱਤੇ। ਉਹ ਤੇ ਇਹਨਾਂ ਗੱਲਾਂ ਨੂੰ ਬਖੂਬੀ ਜਾਣਦੇ ਨੇ ਕਿ ਉੱਥੇ ਨੌਜਵਾਨ ਜਿਹੜੇ ਆ ਉਹ ਕਿੰਨੀ ਬਹੁਤਾਤ ਦੇ ਵਿੱਚ ਪਹੁੰਚੇ ਹੋਏ ਆ। ਪਰ ਜਿਨ੍ਹਾਂ ਨੂੰ ਨਹੀਂ ਵੀ ਉੱਥੇ ਜਾਣ ਦਾ ਮੌਕਾ ਮਿਲਿਆ ਉਹ ਸੋਸ਼ਲ ਮੀਡੀਆ ਦੇ ਥਰੂ ਇਸ ਗੱਲ ਨੂੰ ਮੁਨਕਰ ਨਹੀਂ ਹੋ ਸਕਦੇ ਇਸ ਗੱਲ ਤੋਂ ਕਿ ਨੌਜਵਾਨਾਂ ਦਾ ਇਸ ਵਿੱਚ ਕਿੰਨਾ ਵੱਡਾ ਹੱਥ ਰਿਹਾ ਹੈ। ਔਰ ਇਸ ਮੂਵਮੈਂਟ ਦੇ ਵਿੱਚ ਚੱਲਦਿਆਂ ਜਿਹੜੀ ਇੱਕ ਹੋਰ ਬੜੀ ਵੱਡੀ ਗੱਲ ਵਾਪਰੀ ਆ ਉਹ ਇਹ ਆ ਕਿ ਜਿਵੇਂ ਸਰਕਾਰ ਚੱਲਦੀ, ਮੈਂ ਐਗਜ਼ਾਮਪਲ ਦੇ ਤੌਰ ਤੇ ਦੱਸ ਰਿਹਾ ਕਿ ਜਦੋਂ ਸਰਕਾਰ ਚੱਲਦੀ ਆ ਤਾਂ ਉਹਦੇ ਵਿੱਚ ਇੱਕ ਰੂਲਿੰਗ ਪਾਰਟੀ ਹੁੰਦੀ ਆ ਔਰ ਇੱਕ ਓਪੋਜੀਸ਼ਨ ਹੁੰਦੀ ਆ।
ਆਪੋਜੀਸ਼ਨ ਦਾ ਹਮੇਸ਼ਾ ਰੋਲ ਇਹ ਰਹਿੰਦਾ ਹੈ ਕਿ ਰੂਲਿੰਗ ਪਾਰਟੀ ਦੇ ਉੱਤੇ ਅੱਖ ਰੱਖੇ, ਉਸ ਦਾ ਇੱਕ ਪ੍ਰੈਸ਼ਰ ਜਿਹੜਾ ਆ ਉਹ ਰੂਲਿੰਗ ਪਾਰਟੀ ਦੇ ਉੱਤੇ ਬਣਿਆ ਰਵੇ, ਤਾਂ ਕਿ ਉਹ ਜਿਹੜੇ ਲੋਕ ਆ, ਜਿਹੜੇ ਰੂਲਿੰਗ ਪਾਰਟੀ ਦੇ ਵਿੱਚ ਲੋਕ ਆ, ਕੁਝ ਗਲਤ ਕੰਮ ਨਾ ਕਰਨ। ਠੀਕ ਇਸੇ ਤਰੀਕੇ ਦੇ ਨਾਲ ਜੇ ਵੇਖਿਆ ਜਾਵੇ ਤੇ ਇਸ ਸੰਘਰਸ਼ ਦੇ ਵਿੱਚ ਜੇ ਰੂਲਿੰਗ ਪਾਰਟੀ ਆਪਾਂ ਮੰਨੀਏ ਤੇ ਉਹ ਕਿਸਾਨ ਆਗੂ ਨੇ, ਔਰ ਜੇ ਪ੍ਰੈਸ਼ਰ ਗਰੁੱਪ ਕਿਸੇ ਦਾ ਬਣਿਆ ਆ ਤੇ ਉਹ ਨੌਜਵਾਨਾਂ ਦਾ ਹੈ। ਔਰ ਜਿਹੜੀ ਆਪੋਜੀਸ਼ਨ ਆ, ਜੇ ਕਹਿਣਾ ਹੋਵੇ ਕਿ ਆਪੋਜੀਸ਼ਨ ਦਾ ਰੋਲ ਇਸ ਸੰਘਰਸ਼ ਦੇ ਵਿੱਚ ਜੇ ਕਿਸੇ ਨੇ ਨਿਭਾਇਆ ਆ ਤਾਂ ਉਹ ਨੌਜਵਾਨਾਂ ਨੇ ਨਿਭਾਇਆ। ਪਰ ਉਸ ਤਰੀਕੇ ਦੀ ਆਪੋਜੀਸ਼ਨ ਨਹੀਂ ਮੈਂ ਕਹਿ ਰਿਹਾ ਕਿ ਜਿਹੜੀ ਕਿਸੇ ਰੂਲਿੰਗ ਪਾਰਟੀ ਨਾਲ ਸਹਿਮਤੀ ਨਾ ਹੋਵੇ। ਇਹ ਇੱਕ ਅਲੱਗ ਤਰ੍ਹਾਂ ਦੀ ਆਪੋਜੀਸ਼ਨ ਆ ਜਿਹੜੀ ਤੁਹਾਡੇ ਨਾਲ ਰਹਿੰਦਿਆਂ, ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜਦਿਆਂ ਆ ਤੁਹਾਡੇ ਆਪੋਜੀਸ਼ਨ ਦੇ ਤੌਰ ਦੇ ਉੱਤੇ ਕੰਮ ਕਰ ਰਿਹਾ ਹੈ। ਕਿ ਉਹ ਵੇਖੋ, ਦਿੱਲੀ ਜਦੋਂ ਉਹ ਲੈ ਕੇ ਗਏ ਨੇ, ਇਹ ਤਾਂ ਸਟੇਜ ਇਹਨਾਂ ਦੇ ਕੋਲੋਂ ਖੁੰਝ ਗਈ ਆਗੂ ਸਾਹਿਬਾਨਾਂ ਦੇ ਕੋਲੋਂ, ਦਿੱਲੀ ਜਾ ਕੇ ਫਿਰ ਉਹਨਾਂ ਨੂੰ ਸਟੇਜ ਦੇ ਦਿੱਤੀ ਗਈ, ਔਰ ਉੱਥੇ ਜਾ ਕੇ ਵੀ ਫਿਰ ਉਹਨਾਂ ਨੂੰ ਸਟੇਜ ਦੇ ਉੱਤੇ ਚੜਾ ਕੇ ਤੇ ਆਪ ਨੌਜਵਾਨ ਜਿਹੜਾ ਆ ਉਹ ਘੇਸਲਾ ਨਹੀਂ ਹੋਇਆ। ਉਹਦੀ ਪੂਰੀ ਅੱਖ ਰਹੀ ਆ ਉਹਨਾਂ ਦੇ ਉੱਤੇ ਕਿ ਉਹ ਕੀ ਕੰਮ ਕਰਦੇ ਨੇ, ਕੀ ਬੋਲਦੇ ਨੇ, ਕੀ ਬਿਆਨ ਦਿੰਦੇ ਨੇ, ਕਿਵੇਂ ਉਹ ਸਾਰੀ ਚੀਜ਼ ਨੂੰ ਚਲਾ ਰਹੇ ਨੇ। ਸੋ ਉਹਦੇ ਵਿੱਚ ਜਿਹੜਾ ਨੌਜਵਾਨ ਆ ਉਹਨੇ ਇੱਕ ਬਹੁਤ ਅਹਿਮ ਰੋਲ ਜਿਹੜਾ ਹੈ ਉਹ ਅਦਾ ਕੀਤਾ ਹੈ, ਜਿਹਦੇ ਕਾਰਨ ਅੱਜ ਜੇ ਅਸੀਂ ਇਹ ਕਹਿਣਾ ਹੋਵੇ ਕਿ ਜਿਹੜੇ ਆਗੂ ਨੇ ਉਹ ਕਿਸੇ ਸਮਝੌਤੇ ਦੇ ਉੱਤੇ ਪਹੁੰਚਣ ਦੇ ਲਈ ਜਿਹੜੇ ਆ ਉਹ ਇੰਨਾ ਡਰ ਰਹੇ ਨੇ, ਜਾਂ ਸਿੱਧਾ ਕਹਿਣਾ ਹੋਵੇ, ਜਾਂ ਉਹਨਾਂ ਦੇ ਮਨ ਦੇ ਵਿੱਚ ਇੰਨਾ ਇੱਕ ਹੈ ਕਿ ਜੇ ਉਹ ਪਿੱਛੇ ਮੁੜਦੇ ਨੇ ਜਿੰਨੀ ਗੱਲ ਕਹੀ ਸੀ ਉਸ ਤੋਂ, ਤਾਂ ਨੌਜਵਾਨ ਉਹਨਾਂ ਨੂੰ ਮੁੜਨ ਨਹੀਂ ਦੇਣਗੇ। ਔਰ ਇਹਦੇ ਹੋਰ ਜਿਹੜੀ ਇੱਕ ਬੜੀ ਸਿਆਣਪ ਵਾਲੀ ਗੱਲ ਵਾਪਰੀ ਉਹ ਇਹ ਆ ਕਿ ਜਦੋਂ ਵੀ ਕੋਈ ਆਗੂ ਥੋੜਾ ਬਹੁਤਾ ਥਿੜਕਦਾ ਆ ਤੇ ਪਹਿਲਾਂ ਤੇ ਇਹ ਹੁੰਦਾ ਸੀ, ਜਾਂ ਪਹਿਲਾਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੁੰਦਾ ਸੀ ਕਿ ਉਸ ਆਗੂ ਨੂੰ ਪਰੇ ਕਰ ਦਿਓ, ਲਾ ਦਿਓ ਉਹਨੂੰ। ਪਰ ਇਸ ਵਾਰ ਨੌਜਵਾਨਾਂ ਨੇ ਜਿਹੜਾ ਇੱਕ ਬੜਾ ਵਧੀਆ ਟ੍ਰੈਂਡ ਸੈੱਟ ਕੀਤਾ ਹੈ ਉਹ ਇਹ ਆ ਕਿ ਉਹ ਆਗੂ ਨੂੰ ਰਿਪਲੇਸ ਨਹੀਂ ਕਰਦੇ ਪਏ, ਪਰ ਜਿਵੇਂ ਆਪਾਂ ਪੰਜਾਬੀ ਕਹਿੰਦੇ ਨੇ ਕਿ ਬਾਹ ਫੜ ਕੇ ਉਹਨੂੰ ਖਿਲਾਰ ਲਈਦਾ ਕਿ ਨਹੀਂ ਤੂੰ ਹੀ ਅੱਗੇ ਲੱਗੇਗਾ, ਵੀ ਤੈਨੂੰ ਹਿੱਲਣ ਨਹੀਂ ਦੇਣਾ। ਜੇ ਠੇਠ ਪੰਜਾਬੀ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹੋਈਏ ਕਿ ਨਹੀਂ, ਭਾਵੇਂ ਤੂੰ ਚੰਗਾ ਆ ਮਾੜਾ ਆ, ਤੂੰ ਇਹਨੂੰ ਲੀਡ ਕਰਦਾ ਪਿਆ, ਹੁਣ ਤੈਨੂੰ ਅਸੀਂ ਥਿੜਕਣ ਨਹੀਂ ਦੇਣਾ, ਕਿ ਤੈਨੂੰ ਨਹੀਂ ਹਿੱਲਣ ਦੇਣਾ। ਇਹ ਨਹੀਂ ਹੈ ਕਿ ਤੁਸੀਂ ਆਪਣਾ ਫੀਲਡ ਛੱਡ ਕੇ ਉੱਥੋਂ ਨਿਕਲ ਜਾਓ ਤੇ ਜਿਹੜਾ ਸਾਰੀ ਜ਼ਿੰਮੇਵਾਰੀ ਆ ਉਹ ਕਿਸੇ ਹੋਰ ਦੇ ਮੋਢਿਆਂ ਦੇ ਉੱਤੇ ਸੁੱਟ ਦਿਓ। ਸੋ ਜ਼ਿੰਮੇਵਾਰੀ ਤੋਂ ਉਹਨਾਂ ਨੂੰ ਜੇ ਕੋਈ ਭਾਜੂ ਨਹੀਂ ਹੋਣ ਦੇ ਰਿਹਾ ਆਗੂ ਸਾਹਿਬਾਨਾਂ ਨੂੰ, ਤਾਂ ਉਹ ਇੱਕ ਨੌਜਵਾਨਾਂ ਦਾ ਗਰੁੱਪ ਆ, ਜਾਂ ਜਿਹੜੀ ਉੱਥੇ ਨੌਜਵਾਨਾਂ ਦੀ ਸ਼ਮੂਲੀਅਤ ਆ ਉਹੀ ਆ। ਔਰ ਇਸ ਸੰਘਰਸ਼ ਦੇ ਵਿੱਚ ਚੱਲਦਿਆਂ ਜਿਹੜੀ ਤੀਸਰੀ ਚੀਜ਼ ਵਾਪਰੀ ਆ ਉਹ ਸੀਗੀ 26 ਜਨਵਰੀ ਦਾ ਜਿਹੜਾ ਇਨਸੀਡੈਂਟ ਹੋਇਆ। ਔਰ ਇਹਦੇ ਵਿੱਚ ਵੀ ਜੇ ਵੇਖਿਆ ਜਾਵੇ ਤੇ ਨੌਜਵਾਨ ਜਿਹੜੇ ਆ ਉਹ 26 ਜਨਵਰੀ ਦੇ ਇਨਸੀਡੈਂਟ ਦੇ ਵਿੱਚ ਇਨਵੋਲਵਡ ਸੀਗੇ ਵੱਡੀ ਪੱਧਰ ਦੇ ਉੱਤੇ। ਪਰ ਜੇਕਰ ਤੁਸੀਂ ਵੇਖੋ ਕਿ ਉਹ ਸਾਰੀਆਂ ਕਾਲਸ ਜਿਹੜੀਆਂ ਦਿੱਤੀਆਂ ਗਈਆਂ ਆ, ਕਿਉਂਕਿ ਇਹ ਜਦੋਂ 26 ਜਨਵਰੀ ਦਾ ਸਾਰੀ ਘਟਨਾ ਵਾਪਰੀ ਆ, ਔਰ ਕਿਉਂਕਿ ਮੈਂ ਇਹ ਗੱਲਾਂ ਤਾਂ ਕਰ ਰਿਹਾ ਤੁਹਾਡੇ ਨਾਲ, ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਜੇਕਰ ਇੱਕ ਇੰਟੈਲੈਕਚੁਅਲ ਗੱਲ ਕਰੇ ਤੇ ਉਹ ਗੱਲਾਂ ਇੱਕ ਅਲੱਗ ਪੱਧਰ ਤੇ ਕਰਦਾ ਆ, ਉਹ ਹੋਰ ਤਰੀਕੇ ਨਾਲ ਖਿਆਲੀ ਗੱਲਾਂ ਜਿਹੜੀਆਂ ਬਹੁਤ ਸਾਰੀਆਂ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਮੈਂ ਐਜ਼ ਐਨ ਐਕਟਿਵ ਮੈਂਬਰ ਉਸ ਮੋਰਚੇ ਦਾ ਹੋਣ ਦੇ ਨਾਤੇ ਇਹ ਗੱਲਾਂ ਕਰ ਰਿਹਾ। ਅਸੀਂ ਉਸ ਮੋਰਚੇ ਦੇ ਵਿੱਚ ਰਹੇ ਹਾਂ, ਅੱਜ ਵੀ ਉੱਥੇ ਅਸੀਂ ਮੌਜੂਦ ਹਾਂ। ਈਵਨ ਜਿਹੜੇ ਵੀਰ ਸੁਖਵਿੰਦਰ ਸਿੰਘ ਉਹਨਾਂ ਨੇ ਬੋਲਣਾ ਹੈ, ਮੈਨੂੰ ਪਤਾ ਹੈ ਉਹ ਅੱਜ ਵੀ ਦਿੱਲੀ ਨੇ, ਮੇਰੀ ਕੱਲ ਹੀ ਉਹਨਾਂ ਦੇ ਨਾਲ ਗੱਲ ਹੋਈ ਸੀ। ਸੋ ਜੇ ਤੇ ਉੱਥੇ ਨੈਟਵਰਕ ਚੰਗਾ ਹੈ ਤੇ ਉਹ ਜ਼ਰੂਰ ਜੁਆਇਨ ਕਰਨਗੇ। ਸੋ ਉਹ ਵੀ ਆਉਂਦੇ ਜਾਂਦੇ ਰਹਿੰਦੇ ਨੇ, ਅਸੀਂ ਵੀ ਉੱਥੇ ਜਿਹੜਾ ਆਪਣਾ ਰੋਲ ਜਿਹੜਾ ਉਹ ਜਿੰਨਾ ਕੁ ਸਾਡਾ ਬਣਦਾ ਹੈ ਜਾਂ ਜਿੰਨਾ ਗੁਰੂ ਮਹਾਰਾਜ ਨੇ ਬਖਸ਼ਿਆ ਉਹ ਅਸੀਂ ਅਦਾ ਕਰ ਰਹੇ ਹਾਂ। ਸੋ ਜਿਹੜੀ 26 ਜਨਵਰੀ ਦੀ ਘਟਨਾ ਵਾਪਰੀ, ਉਸ ਤੋਂ ਬਾਅਦ ਜਿਹੜੀ 27 ਤੇ 28 ਤਰੀਕ ਦੀ ਤੇ 29 ਤਰੀਕ ਦੀ ਸਟੇਜ ਆ, ਉਹਨਾਂ ਦੇ ਜਿਹੜੇ ਬਿਆਨ ਆ ਉਹ ਬੜੇ ਮਤਲਬ ਡੇਂਜਰਸ ਸੀਗੇ, ਬੜੇ ਖਤਰਨਾਕ ਸੀਗੇ ਜਿਹੜੇ ਸਟੇਜ ਤੋਂ ਉੱਤੇ ਦਿੱਤੇ ਗਏ। ਔਰ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਟਾਰਗੇਟ ਕੀਤਾ ਗਿਆ ਆ ਉਹਨਾਂ ਬਿਆਨਾਂ ਦੇ ਵਿੱਚ ਕਿ ਨਹੀਂ, ਲਾਲ ਕਿਲ੍ਹੇ ਤੇ ਜਾਣ ਵਾਲੇ ਸਾਰੇ ਬੀਜੇਪੀ ਦੇ ਨੇ ਜਾਂ ਸਰਕਾਰ ਦੇ ਨੇ, ਇਹ ਤਾਂ ਗੱਦਾਰ ਨੇ, ਇੱਥੋਂ ਤੱਕ ਵੀ ਸ਼ਬਦ ਵਰਤੇ ਗਏ, ਇਹਨਾਂ ਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ। ਔਰ ਜਿਹੜੀ ਦੂਸਰੀ ਸਟੇਜ ਲੱਗੀ ਹੋਈ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ, ਜਦੋਂ ਉਸ ਦੇ ਉੱਤੇ ਹਮਲਾ ਹੋਇਆ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਆਗੂਆਂ ਨੇ ਸਟੇਜ ਤੇ ਗੱਲਾਂ ਕਹੀਆਂ ਕਿ ਉਸ ਸਟੇਜ ਵੱਲ ਨਹੀਂ ਜਾਣਾ ਕਿਸੇ ਨੇ, ਉਹ ਸਾਡੀ ਸਟੇਜ ਨਹੀਂ ਗਈ, ਉਹ ਬੀਜੇਪੀ ਦੀ ਸਟੇਜ ਆ। ਮਤਲਬ ਇਹ ਬੜਾ ਇੱਕ ਨੈਗੇਟਿਵ ਇੰਪੈਕਟ ਜਿਹੜਾ ਆ ਨੌਜਵਾਨਾਂ ਦੇ ਵਿੱਚ ਆਗੂ ਸਾਹਿਬਾਨਾਂ ਦਾ ਗਿਆ। ਪਰ ਉਸ ਦੇ ਬਾਵਜੂਦ, ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ, ਉਸ ਦੇ ਬਾਵਜੂਦ ਨੌਜਵਾਨਾਂ ਨੇ ਆਗੂਆਂ ਨੂੰ ਰਿਪਲੇਸ ਨਹੀਂ ਕੀਤਾ। ਉਹਨਾਂ ਨੇ ਉਹਨਾਂ ਨੂੰ ਫਿਰ ਉਸੇ ਗੱਲ ਤੇ ਦਰੁਸਤ ਕੀਤਾ ਹੈ ਕਿ ਨਹੀਂ, ਤੁਸੀਂ ਲਾਈਨ ਤੇ ਆਓ ਸਿੱਧੇ ਹੋ ਕੇ। ਜਿਵੇਂ ਉਹਨਾਂ ਦਾ ਬਿਆਨ ਆਇਆ ਸੀ, ਨਿਸ਼ਾਨ ਸਾਹਿਬ ਦੇ ਉੱਤੇ ਬਿਆਨ ਆਇਆ, ਜਾਂ ਹੋਰ ਨਿਹੰਗ ਸਿੰਘਾਂ ਦੇ ਉੱਤੇ ਬਿਆਨ ਆਇਆ, ਇੱਦਾਂ ਜਦੋਂ ਅਲੱਗ-ਅਲੱਗ ਬਿਆਨ ਆਗੂ ਸਾਹਿਬਾਨਾਂ ਦੇ ਗਲਤ ਆਉਂਦੇ ਸੀ ਤੇ ਉਹਨਾਂ ਨੂੰ ਦਰੁਸਤ ਕਰਦੇ ਸੀ। ਔਰ ਜਿਹੜਾ 26 ਜਨਵਰੀ ਵਾਲਾ ਘਟਨਾਕ੍ਰਮ ਆ, ਕਿਉਂਕਿ ਉਹਦੇ ਵਿੱਚ ਕਿਹਾ ਜਾਂਦਾ ਕਿ ਨੌਜਵਾਨ ਜਾ ਵੜੇ ਲਾਲ ਕਿਲ੍ਹੇ ਦੇ ਉੱਤੇ, ਇਹਨਾਂ ਨੇ ਹੁੱਲੜਬਾਜ਼ੀ ਕੀਤੀ, ਜਿਹੜੀ ਮੂਵਮੈਂਟ ਚੱਲਦੀ ਪਈ ਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਢਾਲ ਲੱਗੀ ਆ ਉਸ ਦਿਨ ਦੇ ਲਈ।
ਸੋ ਮੈਂ ਉਹਦੇ ਉੱਤੇ ਜ਼ਰੂਰ 2 ਮਿੰਟ ਗੱਲ ਕਰਨੀ ਚਾਹੂੰਗਾ, ਕਿਉਂਕਿ ਉਹ ਇੱਕ ਇਹੋ ਜਿਹਾ ਵਿਸ਼ਾ ਹੈ ਜਿਹੜਾ ਜਦੋਂ ਵੀ ਇਸ ਮੂਵਮੈਂਟ ਦਾ ਇਤਿਹਾਸ ਲਿਖਿਆ ਜਾਵੇਗਾ ਤੇ ਉਹ ਘਟਨਾ ਜਿਹੜੀ ਹੈ ਉਹ ਕਦੀ ਵੀ ਲਿਖੇ ਬਿਨਾਂ ਕੋਈ ਵੀ ਇਤਿਹਾਸਕਾਰ ਅੱਗੇ ਨਹੀਂ ਜਾ ਪਾਵੇਗਾ। 26 ਜਨਵਰੀ ਤੋਂ ਪਹਿਲਾਂ ਜਦੋਂ 3 ਜਨਵਰੀ ਨੂੰ ਇਹ ਐਲਾਨ ਕੀਤਾ ਗਿਆ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੇ ਉੱਤੋਂ ਕਿ 26 ਜਨਵਰੀ ਦਾ ਪ੍ਰੋਗਰਾਮ ਜਿਹੜਾ ਆ ਉਹ ਉਲੀਕ ਦਿੱਤਾ ਗਿਆ ਕਿਸਾਨ ਟਰੈਕਟਰ ਪਰੇਡ ਦਾ, ਇਹ ਔਨ ਰਿਕਾਰਡ ਆ, ਸੋਸ਼ਲ ਮੀਡੀਆ ਦੇ ਉੱਤੇ ਆ, ਅਖਬਾਰਾਂ ਦੇ ਵਿੱਚ ਆ। ਇਹ ਹੁਣ ਉਹ ਗੱਲ ਨਹੀਂ ਕਿ ਕਿਸੇ ਨੇ ਆਫਲਾਈਨ ਕੋਈ ਗੱਲ ਕਹੀ ਸੀ ਕਿਸੇ ਮੀਟਿੰਗ ਦੇ ਵਿੱਚ ਬੈਠਿਆਂ ਦੇ ਬਾਅਦ ਵਿੱਚ ਮੁੱਕਰ ਜੇ, ਇਸ ਗੱਲ ਤੋਂ ਬਿਲਕੁਲ ਨਹੀਂ ਮੁੱਕਰਿਆ ਜਾ ਸਕਦਾ। ਇਹ ਔਨ ਰਿਕਾਰਡ ਆ ਕਿ 3 ਤਰੀਕ ਤੋਂ ਲੈ ਕੇ ਤਕਰੀਬਨ 20 ਤਰੀਕ ਤੱਕ ਗਰਮ ਤਕਰੀਰਾਂ ਸਟੇਜ ਦੇ ਉੱਤੋਂ ਕੀਤੀਆਂ ਗਈਆਂ, ਆਗੂ ਸਾਹਿਬਾਨ ਬੋਲੇ, ਬਹੁਤਿਆਂ ਦੇ ਵਿੱਚੋਂ ਜਿਹੜੀਆਂ ਮੇਰੇ ਸਾਹਮਣੇ ਬਾਹਰ ਵੀ ਆ ਚੁੱਕੀਆਂ ਆ, ਤੁਸੀਂ ਸਾਰਿਆਂ ਨੇ ਸੁਣੀਆਂ ਵੀ ਹੋਣਗੀਆਂ। ਉਹ ਸਾਰੀਆਂ ਚੀਜ਼ਾਂ ਜਦੋਂ ਤਕਰੀਰਾਂ ਜਦੋਂ ਹੁੰਦੀਆਂ ਆ ਤਾਂ ਤੁਸੀਂ ਉਸ ਚੀਜ਼ ਨੂੰ ਮਹਿਸੂਸ ਕਰਕੇ ਵੇਖੋ ਕਿ ਜਿਹੜਾ ਨੌਜਵਾਨ ਉਸ ਮੋਰਚੇ ਦੇ ਨਾਲ ਜੁੜਿਆ ਆ, ਮੈਂ ਫਿਰ ਉਸੇ ਘਟਨਾਕ੍ਰਮ ਦੇ ਨਾਲ ਜੋੜ ਰਿਹਾ ਜਿਹੜੀ 26 ਨਵੰਬਰ ਨੂੰ ਵਾਪਰੀ ਸੀ, ਕਿ ਤੁਸੀਂ ਨੌਜਵਾਨਾਂ ਨੂੰ ਇਹ ਕਿਹਾ ਕਿ ਦਿੱਲੀ ਜਾਣਾ, ਪਰ ਤੁਹਾਡੇ ਮਨ ਦੇ ਵਿੱਚ ਆ ਗਿਆ ਕਿ ਨਹੀਂ ਅਸੀਂ ਸ਼ੰਭੂ ਬਹਿ ਜੀ, ਪਰ ਨੌਜਵਾਨ ਤੁਹਾਨੂੰ ਦਿੱਲੀ ਲੈ ਗਿਆ, ਕਿਉਂਕਿ ਤੁਸੀਂ ਉਹਨਾਂ ਦੇ ਇੱਕ ਮਨ ਦੇ ਵਿੱਚ ਉਹਨਾਂ ਦਾ ਜਿਹੜਾ ਜਜ਼ਬਾ ਆ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਜਿਹੜਾ ਗੁਰੂ ਸਾਹਿਬਾਨਾਂ ਨੇ ਸਾਡੇ ਵਿੱਚ ਜਜ਼ਬਾ ਭਰਿਆ ਹੈ ਜਾਂ ਜਿਹੜਾ ਸਾਡੇ ਵਿੱਚ ਸੰਘਰਸ਼ ਕਰਨ ਦੀ ਤਾਕਤ ਜਿਹੜੀ ਭਰੀ ਹੋਈ ਆ, ਉਸ ਨੂੰ ਕੋਈ ਵੀ ਡਿਸਓਨ ਨਹੀਂ ਕਰ ਸਕਦਾ। ਸੋ ਜਿਹੜਾ ਉਹ ਜਜ਼ਬਾ ਸੀਗਾ ਉਹ ਇਹਨਾਂ ਨੂੰ ਦਿੱਲੀ ਲੈ ਕੇ ਗਿਆ, ਔਰ ਉਸੇ ਜਜ਼ਬੇ ਦੇ ਨਾਲ ਫਿਰ ਦੁਬਾਰਾ ਖੇਡਿਆ ਗਿਆ, ਤਕਰੀਰਾਂ ਕੀਤੀਆਂ ਗਈਆਂ ਗਰਮ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਗਿਆ ਕਿ ਦਿੱਲੀ ਪ੍ਰਵੇਸ਼ ਕਰਨ ਦੇ ਲਈ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਨੂੰ 5000 ਟਰੈਕਟਰ ਲੈ ਕੇ ਜਾਣ ਦੀ ਇਜਾਜ਼ਤ ਸੀ, ਪਰ ਇਹਨਾਂ ਦੀਆਂ ਜਿਹੜੀਆਂ ਬਿਆਨਬਾਜ਼ੀ ਸੀ ਉਹ ਇਹ ਸੀ ਕਿ ਹਰ ਪਿੰਡ ਦੇ ਵਿੱਚੋਂ ਟਰੈਕਟਰ ਪਹੁੰਚੇ, ਹਰ ਘਰ ਦੇ ਵਿੱਚੋਂ ਟਰੈਕਟਰ ਪਹੁੰਚੇ, ਔਰ ਨੌਜਵਾਨ ਗਏ ਨੇ। ਅਸੀਂ ਵੇਖਿਆ ਹੈ ਕਿ ਕਿਵੇਂ ਟਰਾਲੀਆਂ ਦੇ ਉੱਤੇ 3-3 ਟਰੈਕਟਰ ਲੱਦ ਕੇ ਜਿਹੜਾ ਨੌਜਵਾਨ ਲੈ ਕੇ ਗਏ ਨੇ, ਔਰ ਉੱਥੇ ਜਾ ਕੇ ਜਦੋਂ ਸਾਰੀ ਚੀਜ਼ ਵਾਪਰੀ ਆ ਔਰ ਸਾਰੀਆਂ ਚੀਜ਼ਾਂ ਆਈਆਂ ਤੇ ਉਹ ਪਿਛਲੇ 20 ਦਿਨ ਦੇ ਵਿੱਚ ਇੱਕ ਨੈਰੇਟਿਵ ਸੈੱਟ ਹੋਇਆ ਸੀ ਕਿ ਅਸੀਂ ਦਿੱਲੀ ਦੇ ਵਿੱਚ ਜਾਣਾ ਹੈ। ਦਿੱਲੀ ਦੇ ਵਿੱਚ ਪਹਿਲਾਂ ਦੇ ਬਿਆਨ ਆਏ ਕਿ ਪੈਰਲਲ ਪਰੇਡ ਹੋਵੇਗੀ, ਜਿੱਥੇ ਸਰਕਾਰੀ ਪਰੇਡ ਹੁੰਦੀ ਉਹਦੇ ਬਰਾਬਰ ਤੇ ਸਾਡੀ ਪਰੇਡ ਹੋਵੇਗੀ। ਫਿਰ ਉੱਥੋਂ ਗੱਲ ਆਇਆ ਕਿ ਨਹੀਂ ਰਿੰਗ ਰੋਡ ਤੇ ਹੋਵੇਗੀ, ਔਰ ਅਖੀਰ ਤੱਕ ਜਾਂਦਿਆਂ 22-23 ਤਰੀਕ ਤੱਕ ਇਹ ਗੱਲ ਤੈਅ ਹੋ ਚੁੱਕੀ ਸੀ ਜਾਂ ਨੌਜਵਾਨਾਂ ਦੇ ਵਿੱਚ ਗੱਲ ਆਉਣ ਲੱਗ ਪਈ ਸੀ ਕਿ ਹੁਣ ਜਿਹੜਾ ਮੈਪ ਹੈ ਉਹ ਰਿੰਗ ਰੋਡ ਤੇ ਜਾਣ ਦਾ ਵੀ ਨਹੀਂਗਾ। ਸੋ ਉਹ ਨਿਰਾਸ਼ਤਾ ਸੀਗੀ ਨੌਜਵਾਨਾਂ ਦੇ ਵਿੱਚ। ਸੋ ਇੱਕ ਸਟੇਜ ਨੇ ਇਹ ਐਲਾਨ ਕਰਤਾ ਕਿ ਅਸੀਂ ਰਿੰਗ ਰੋਡ ਤੇ ਜਾਵਾਂਗੇ, ਤੇ ਨੌਜਵਾਨ ਉਹਨਾਂ ਦੇ ਪਿੱਛੇ ਲੱਗ ਤੁਰਿਆ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਸੀਗਾ ਕਿ ਅਸੀਂ ਦਿੱਲੀ ਜਾਣਾ ਆ। ਪਰ ਜਿਹੜੀ ਇੱਕ ਫੈਕਟ ਜਿਹੜਾ ਸ਼ਾਇਦ ਬਹੁਤ ਘੱਟ ਬਾਹਰ ਆਇਆ ਆ, ਉਹ ਇਹ ਆ ਕਿ ਜਦੋਂ ਉਹ ਨੌਜਵਾਨ ਲਾਲ ਚਲੇ ਗਏ ਨੇ ਤੇ ਉੱਥੇ ਉਹਨਾਂ ਨੇ ਜਾਂਦਿਆਂ ਹੀ ਝੰਡਾ ਨਹੀਂ ਚੜਾਇਆ, ਜਿਹੜੀ ਕਿ ਗੱਲ ਇਹ ਵਾਰ-ਵਾਰ ਪ੍ਰਚਾਰੀ ਗਈ ਹੈ ਕਿ ਨੌਜਵਾਨ ਗਏ ਇਹਨਾਂ ਜਾਂਦਿਆਂ ਝੰਡਾ ਚੜਾਤਾ। ਇਹਨਾਂ ਦੀ ਕੋਈ ਰੀਅਲ ਚੀਜ਼ ਨਹੀਂ ਗੀ। ਅਸਲੀਅਤ ਦੇ ਵਿੱਚ ਤਕਰੀਬਨ ਉੱਥੇ 1.5-2 ਘੰਟੇ ਨੌਜਵਾਨਾਂ ਨੇ ਆਗੂਆਂ ਨੂੰ ਉਡੀਕਿਆ ਆ। ਇਹ ਇੱਕ ਮਤਲਬ ਮੈਂ ਫਿਰ ਜਿਹੜੀ ਨੌਜਵਾਨਾਂ ਦੀ ਗੱਲ ਹੈ ਉਹ ਮੈਂ ਦੱਸ ਰਿਹਾ ਕਿ ਕਿੰਨਾ ਸਬਰ ਆ ਜਾਂ ਕਿੰਨੀ ਧੀਰਜ ਆ ਉਹਨਾਂ ਦੇ ਵਿੱਚ ਕਿ ਨੌਜਵਾਨ ਇੰਨੀ ਵੱਡੀ ਗਿਣਤੀ ਦੇ ਵਿੱਚ ਆਪ ਮੁਹਾਰੇ ਹੋ ਕੇ ਸੜਕਾਂ ਦੇ ਉੱਤੇ ਉਤਰੇ ਹੋਣ, ਕਿਸੇ ਇੱਕ ਵੀ ਚੀਜ਼ ਦਾ ਨੁਕਸਾਨ ਨਾ ਹੋਇਆ ਹੋਵੇ। ਲੋਕਾਂ ਨੇ ਉਹਨਾਂ ਦੇ ਉੱਤੇ, ਹਾਲਾਂਕਿ ਉਹ ਰੋਡ ਵੀ ਨਹੀਂ, ਉਹ ਰੂਟ ਨਹੀਂ ਸੀ ਉਹ ਉਧਰ ਨੂੰ ਜਾਣ ਦਾ, ਪਰ ਉਸ ਦੇ ਬਾਵਜੂਦ ਉਹਨਾਂ ਨੂੰ ਵੇਖਣ ਦੇ ਲਈ ਇੰਨੀ ਵੱਡੀ ਗਿਣਤੀ ਦੇ ਉੱਤੇ ਲੋਕ ਅਚਾਨਕ ਆ ਗਏ ਹੋਣ ਤੇ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ ਹੋਵੇ ਔਰ ਤਾੜੀਆਂ ਮਾਰ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਹੋਵੇ, ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੂਰੀ ਸ਼ਾਂਤਮਈ ਤਰੀਕੇ ਦੇ ਨਾਲ ਜਾਂਦਿਆਂ ਬਿਨਾਂ ਕੋਈ ਪਬਲਿਕ ਦੀ ਭੰਨਤੋੜ ਕੀਤੇ ਹੋਏ ਲਾਲ ਕਿਲੇ ਤੱਕ ਗਏ ਨੇ। ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਬੜਾ ਅਹਿਮ ਨੁਕਤਾ ਹੈ ਜਿਹੜਾ ਸਾਨੂੰ ਵਿਚਾਰਨਾ ਚਾਹੀਦਾ ਹੈ, ਔਰ ਇਹ ਸਾਨੂੰ ਪ੍ਰਚਾਰਨਾ ਵੀ ਚਾਹੀਦਾ ਹੈ ਕਿ ਪੰਜਾਬ ਦਾ ਨੌਜਵਾਨ ਹੁੱਲੜ ਨੌਜਵਾਨ ਨਹੀਂਗਾ। ਔਰ ਜਦੋਂ ਲਾਲ ਕਿਲੇ ਤੇ ਗਏ ਨੇ ਤੇ ਜਾਂਦਿਆਂ ਹੀ ਇਹ ਅੰਦਰ ਨਹੀਂ ਵੜੇ। ਤਕਰੀਬਨ 1.5-2 ਘੰਟੇ ਆਗੂਆਂ ਦਾ ਉੱਥੇ ਇੰਤਜ਼ਾਰ ਕੀਤਾ ਗਿਆ ਕਿ ਸ਼ਾਇਦ ਆਗੂ ਸਾਹਿਬਾਨ ਉੱਥੇ ਆਉਣ ਤੇ ਨੌਜਵਾਨਾਂ ਨੂੰ ਸੰਬੋਧਨ ਹੋ ਕੇ ਕੁਝ ਗੱਲਾਂ ਕਰਨ ਜਾਂ ਉੱਥੇ ਹੀ ਮੋਰਚਾ ਜਿਹੜਾ ਪੱਕਾ ਕੀਤਾ ਜਾਵੇ ਤੇ ਗੌਰਮੈਂਟ ਦੇ ਉੱਤੇ ਉਹਨੂੰ ਪ੍ਰੈਸ਼ਰ ਬਣਾਇਆ ਜਾਵੇ, ਪਰ ਇਵੇਂ ਨਹੀਂ ਹੋਇਆ। ਸੋ ਮਤਲਬ ਮੇਰਾ ਕਹਿਣ ਦਾ ਕਿ ਨੌਜਵਾਨਾਂ ਨੇ ਇਸ ਸੰਘਰਸ਼ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਕਿ ਉਸ ਨੂੰ ਜਿਹੜਾ ਆ ਆਗੂ ਸਾਹਿਬਾਨ ਕੈਸ਼ ਕਰਨ। ਪੂਰਾ ਪ੍ਰੈਸ਼ਰ ਬਣਾਉਣ ਦੇ ਵਿੱਚ ਨੌਜਵਾਨਾਂ ਦਾ ਇੱਕ ਹੱਥ ਰਿਹਾ ਆ, ਔਰ ਨੌਜਵਾਨਾਂ ਨੇ ਇਸ ਦੇ ਵਿੱਚ ਇੱਕ ਅਹਿਮ ਰੋਲ ਅਦਾ ਕੀਤਾ ਆ। ਔਰ ਇਹ ਗੱਲ ਸਿਰਫ ਇਸ ਕਰਕੇ ਨਹੀਂ ਹੋਈ ਕਿ ਸਾਡੀ ਖੇਤੀ ਦੇ ਉੱਤੇ ਇੱਕ ਹਮਲਾ ਹੋ ਗਿਆ ਸੀ। ਇਹ ਨੌਜਵਾਨ ਨੇ ਇਸ ਤਰੀਕੇ ਦੇ ਨਾਲ ਲਿਆ ਜਾਂ ਪੰਜਾਬ ਦੇ ਲੋਕਾਂ ਨੇ ਇਸ ਤਰੀਕੇ ਨਾਲ ਲਿਆ ਕਿ ਇਹ ਸਾਡੀ ਇਕੱਲਾ ਫਸਲਾਂ ਦੀ ਗੱਲ ਨਹੀਂ, ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਗੱਲ ਆ। ਔਰ ਇਹ ਜਿਹੜਾ ਸਲੋਗਨ ਅਸੀਂ ਦਿੱਤਾ ਸੀ ਕਿ ਇਹ ਗੱਲ ਇਕੱਲੀ ਫਸਲਾਂ ਦੀ ਨਹੀਂ ਨਸਲਾਂ ਤੱਕ ਦੀ ਆ, ਇਹ ਸਲੋਗਨ ਬਹੁਤ ਚੱਲਿਆ ਹੈ।
ਔਰ ਇਸ ਨੂੰ ਅਲੱਗ-ਅਲੱਗ ਸੈਲੀਬ੍ਰਿਟੀਜ਼ ਨੇ ਵੀ ਇਸਤੇਮਾਲ ਕੀਤਾ ਆ। ਬਹੁਤ ਸਾਰੇ ਬਾਅਦ ਵਿੱਚ ਬੈਨਰ ਵੀ ਬਣੇ ਨੇ। ਹੁਣ ਤੇ ਆਮ ਹੀ ਜ਼ੁਬਾਨ ਦੇ ਉੱਤੇ ਗੱਲ ਹੋ ਚੁੱਕੀ ਆ ਕਿ ਖੇਡ ਜਿਹੜੀ ਆ ਜਾਂ ਇਹ ਸੰਘਰਸ਼ ਆ, ਇਹ ਇਕੱਲਾ ਫਸਲਾਂ ਦਾ ਨਹੀਂ ਗਾ, ਇਹ ਨਸਲਾਂ ਤੱਕ ਦਾ ਆ। ਔਰ ਉਹ ਸਾਰੀ ਚੀਜ਼ ਜਿਹੜੀ ਆਪਾਂ ਵਿਚਾਰੀਏ ਤੇ ਨੌਜਵਾਨਾਂ ਜਿਹੜੇ ਆ ਉਹਨਾਂ ਨੇ ਜਦੋਂ ਮਹਿਸੂਸ ਕੀਤਾ ਕਿ ਸਾਡੀ ਆਉਣ ਵਾਲੀਆਂ ਨਸਲਾਂ ਦੀ ਲੜਾਈ ਆ, ਤੇ ਉਹ ਜ਼ਾਹਿਰ ਜੀ ਗੱਲ ਆ ਫਿਰ ਇਸ ਪੱਧਰ ਦੇ ਉੱਤੇ ਸੰਘਰਸ਼ ਜਿਹੜਾ ਹੋਣਾ ਸੀਗਾ ਉਹ ਤੈਅ ਸੀਗਾ। ਔਰ ਅਸੀਂ ਇਹ ਵੀ ਆਸ ਨੌਜਵਾਨ ਦੇ ਉੱਤੋਂ ਜਿਹੜੀ ਆ ਉਹ ਬਿਲਕੁਲ ਲਾ ਸਕਦੇ ਹਾਂ ਹੁਣ ਕਿ ਉਹ ਨੌਜਵਾਨ ਹੁੱਲੜਬਾਜ਼ ਨਹੀਂ ਗਾ, ਨਾ ਹੀ ਉਹ ਇਨ ਫਿਊਚਰ ਕਦੇ ਹੋਵੇਗਾ। ਜਿਵੇਂ ਦਾ ਵੀ ਪ੍ਰੋਗਰਾਮ ਦਿੱਤਾ ਜਾਵੇਗਾ ਨੌਜਵਾਨ ਉਸ ਦੇ ਉੱਤੇ ਫੁੱਲ ਚਾੜਦਾ ਆ, ਔਰ ਹਮੇਸ਼ਾ ਅੱਗੇ ਜਾ ਕੇ ਉਹ ਜਿਹੜਾ ਉਹ ਚਾੜਦਾ ਰਹੇਗਾ। ਤੇ ਜਿਹੜੀ ਪੰਜਾਬ ਦੀ ਕਿਸਾਨੀ ਆ, ਹੁਣ ਮੈਂ ਫਿਰ ਦੁਬਾਰਾ ਜਿਹੜਾ ਇਸ ਸੰਘਰਸ਼ ਤੋਂ ਥੋੜਾ ਬਾਹਰ ਆਉਣਾ ਚਾਹਾਂਗਾ, ਕਿਉਂਕਿ ਇਹ 2-4 ਗੱਲਾਂ ਸੀਗੀਆਂ ਜਿਹੜੀਆਂ ਮੈਨੂੰ ਲੱਗਦਾ ਕਿ ਸੰਘਰਸ਼ ਦੇ ਨਾਲ ਰਿਲੇਟਡ ਆ ਔਰ ਇਸ ਦੇ ਉੱਤੇ ਗੱਲ ਕਰਨੀ ਬਣਦੀ ਸੀ। ਤੇ ਮੈਂ ਆਪਣਾ ਜਿਹੜਾ ਵਿਊ ਪੁਆਇੰਟ ਆ ਦਿੱਤਾ। ਇਨ ਫਿਊਚਰ ਜਾਂ ਅੱਗੇ ਜਾ ਕੇ ਇਸੇ ਕਾਲ ਦੇ ਵਿੱਚ ਜੇ ਕੋਈ ਸਵਾਲ ਆਵੇਗਾ ਇਹ ਜਿਹੜੀਆਂ ਗੱਲਾਂ ਮੈਂ ਕੀਤੀਆਂ ਤਾਂ ਮੈਂ ਉਹਦਾ ਜਵਾਬ ਦੇਣ ਦੇ ਲਈ ਤਿਆਰ ਹਾਂ। ਔਰ ਜਿਹੜੀ ਇਹ ਸੰਘਰਸ਼ ਆ ਇਹਨੂੰ ਨੌਜਵਾਨ ਇੱਕ ਹੋਰ ਤਰੀਕੇ ਨਾਲ ਵੀ ਵੇਖਦਾ ਆ। ਇਹ ਸਾਡੀ ਪੀੜ੍ਹੀ ਦਾ, ਜਿਹੜੀ ਮੌਜੂਦਾ ਪੀੜ੍ਹੀ ਆ, ਅਸੀਂ ਇਹ ਸਾਡਾ ਪਹਿਲਾ ਸੰਘਰਸ਼ ਆ। ਜਿਵੇਂ ਮੈਂ ਪਹਿਲਾਂ ਕਿਹਾ ਕਿ ਪੰਜਾਬ ਦੀ ਕੋਈ ਵੀ ਪੀੜ੍ਹੀ ਜਦੋਂ ਤੋਂ ਖਾਲਸਾ ਹੁੰਦੇ ਚਾਹੇ ਕੋਈ ਵੀ ਪੀੜ੍ਹੀ ਐਸੀ ਨਹੀਂ ਲੰਘੀ ਜਿਹਨੇ ਸੰਘਰਸ਼ ਨਾ ਕੀਤਾ ਹੋਵੇ। ਕਿਉਂਕਿ ਇਹ ਜਿਹੜੀ ਇੱਕ ਪੀੜ੍ਹੀ ਬਦਲਦੀ ਆ ਉਹ ਤਕਰੀਬਨ ਅਪਰੋਕਸੀਮੇਟ ਅਸੀਂ ਜਿਹੜਾ ਇੱਕ ਐਵਰੇਜ ਕੱਢ ਕੇ ਸਮਾਂ ਲਾਉਂਦੇ ਹਾਂ 30 ਸਾਲ ਦਾ ਲਾਉਂਦੇ ਹਾਂ ਕਿ 30 ਸਾਲ ਬਾਅਦ ਨਵੀਂ ਪੀੜ੍ਹੀ ਆ ਜਾਂਦੀ ਹੈ। 30 ਸਾਲ ਬਾਅਦ ਜਿਹੜੀ ਆ ਨਵੀਂ ਪੀੜ੍ਹੀ ਚੇਂਜ ਹੋ ਜਾਂਦੀ ਆ। ਜੇ 40 ਸਾਲ ਤੋਂ ਵੱਧ ਪੰਜਾਬ ਦੇ ਵਿੱਚ ਸੰਘਰਸ਼ ਦੇ ਲਈ ਸ਼ਾਂਤੀ ਨਹੀਂ ਹੋਈ ਤੇ ਇਹ ਗੱਲ ਔਨ ਫੈਕਟਸ ਹੈ ਕਿ ਕੋਈ ਵੀ ਪੰਜਾਬ ਦੀ ਪੀੜ੍ਹੀ ਬਿਨਾਂ ਸੰਘਰਸ਼ ਕੀਤੇ ਨਹੀਂ ਨਿਕਲੀ। ਔਰ ਸਾਡੀ ਪੀੜ੍ਹੀ ਦਾ ਇਹ ਪਹਿਲਾ ਸੰਘਰਸ਼ ਆ, ਖਾਸ ਕਰਕੇ ਕਿਉਂਕਿ ਅਸੀਂ ਬਹੁਤਾਤ ਜਿਹੜੇ ਆ ਉਹ 80s ਦੇ ਜਾਂ 90s ਦੇ ਬੋਰਨ ਆ। ਔਰ ਸਾਡੀ ਪੀੜ੍ਹੀ ਦਾ ਜਿਹੜਾ 80s ਦੇ ਸੰਘਰਸ਼ ਚੱਲਿਆ ਉਹਦੇ ਵਿੱਚ ਜਿਹੜੇ 80s ਦੇ ਬੋਰਨ ਹੋਣਗੇ ਉਹ ਬਹੁਤ ਛੋਟੇ ਹੋਣਗੇ। ਜਿਹੜਾ 90s ਦਾ ਚੱਲਿਆ ਉਹਦੇ ਵਿੱਚ ਤੇ ਉਹਨਾਂ ਨੂੰ ਬੇਸ਼ੱਕ ਹੋਸ਼ ਵੀ ਨਹੀਂ ਆਈ ਹੋਵੇਗੀ। ਔਰ ਇਹ ਜਿਹੜੇ 80s ਐਂਡ 90s ਦੇ ਬੋਰਨ ਨੇ ਇਹਨਾਂ ਦਾ ਇਹ ਪਹਿਲਾ ਸੰਘਰਸ਼ ਆ ਜਿਹੜਾ ਇਹ ਕਰਦੇ ਪਏ ਨੇ। ਔਰ ਉਹ ਪਹਿਲਾ ਸੰਘਰਸ਼ ਹੀ ਸਿੱਧਾ ਉਹਨਾਂ ਦੀਆਂ ਫਸਲਾਂ ਦੇ ਉੱਤੇ ਆ ਗਿਆ। ਔਰ ਇਹ ਜਿਹੜੀਆਂ ਫਸਲਾਂ ਆ ਇਹਨੂੰ ਸਿੱਧਾ ਸਿੱਧਾ ਪੰਜਾਬ ਦੀ ਆਰਥਿਕਤਾ ਦੇ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ। ਤੇ ਇਹ ਇੱਕ ਵੱਡਾ ਕਾਰਨ ਬਣਿਆ ਕਿ ਜਦੋਂ ਕਿਸੇ ਦੀ ਆਰਥਿਕਤਾ ਤੇ ਸੱਟ ਵੱਜਦੀ ਆ, ਕਿਉਂਕਿ ਜਿਹੜੇ ਪਿਛਲੇ ਸੰਘਰਸ਼ ਚੱਲੇ ਸੀਗੇ ਜ਼ਿਆਦੇ ਉਹ ਕਿਸੇ ਦੇ ਨਾਲ ਡਾਇਰੈਕਟਲੀ ਰਿਲੇਟਡ ਨਹੀਂ ਸੀ। ਸਾਨੂੰ ਆਪਣੇ ਬਜ਼ੁਰਗਾਂ ਦੀ ਜਿਹੜੀ ਆ ਉਹ ਦਾਦ ਦੇਣੀ ਚਾਹੀਦੀ ਹੈ ਕਿ ਉਹਨਾਂ ਨੇ ਏਡੇ ਏਡੇ ਵੱਡੇ ਸੰਘਰਸ਼ ਲੜੇ, ਔਰ ਉਹ ਵੀ ਖਾਸ ਕਰਕੇ ਉਹ ਸੰਘਰਸ਼ ਲੜੇ ਜਿਹੜੇ ਸਿੱਧੇ ਸਿੱਧੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਸੰਬੰਧਿਤ ਨਹੀਂ ਸੀ। ਪੰਜਾਬੀ ਸੂਬਾ ਮੋਰਚਾ ਲੱਗਣਾ ਜਾਂ ਆਨੰਦਪੁਰ ਸਾਹਿਬ ਦਾ ਮਤਾ ਆਉਣਾ ਉਹਦੇ ਤੇ ਪੂਰਾ ਮੋਰਚਾ ਲੱਗਣਾ, ਧਰਮ ਯੁੱਧ ਮੋਰਚਾ ਲੱਗਣਾ, ਇਹਨਾਂ ਦੇ ਵਿੱਚ ਕੋਈ ਵੀ ਐਸੀ ਚੀਜ਼ ਨਹੀਂ ਸੀ ਜਿਹੜੀ ਸਿੱਧੀ ਸਿੱਧੀ ਕਿਸੇ ਦੇ ਘਰ ਦੇ ਨਾਲ ਸੰਬੰਧਿਤ ਹੋਵੇ। ਪਰ ਉਸ ਦੇ ਬਾਵਜੂਦ ਉਸ ਸਾਰੀ ਫੀਲਡ ਨੂੰ ਜਿਸ ਤਰੀਕੇ ਨਾਲ ਸਾਡੇ ਬਜ਼ੁਰਗਾਂ ਨੇ ਲੜਿਆ ਜਾਂ ਉੱਥੇ ਸੰਘਰਸ਼ ਚੱਲੇ ਔਰ ਵੱਡੀਆਂ ਪ੍ਰਾਪਤੀਆਂ ਵੀ ਕੀਤੀਆਂ, ਉਹ ਸ਼ਲਾਘਾਯੋਗ ਹੈ। ਪਰ ਇਸ ਵਾਰ ਜਿਹੜਾ ਸਾਡੇ ਲਈ ਇੱਕ ਪਲੱਸ ਪੁਆਇੰਟ ਹੋਇਆ ਉਹ ਇਹ ਆ, ਮੈਂ ਪਲੱਸ ਪੁਆਇੰਟ ਕੋਈ ਪੋਜ਼ਿਟਿਵ ਸੈਂਸ ਦੇ ਵਿੱਚ ਨਹੀਂ ਕਹਿ ਰਿਹਾ ਇਸ ਨੂੰ ਕਿ ਇਹ ਬਹੁਤ ਵਧੀਆ ਚੱਲਿਆ ਆ। ਪਲੱਸ ਪੁਆਇੰਟ ਜਸਟ ਸਿਰਫ ਇਸ ਸੰਘਰਸ਼ ਦੇ ਪੱਖੋਂ ਕਿ ਉਹ ਪਲੱਸ ਪੁਆਇੰਟ ਇਸ ਵਾਰ ਇਹ ਸੀ ਕਿ ਜਿਹੜਾ ਹਮਲਾ ਸੀ ਇਸ ਵਾਰ ਹਕੂਮਤ ਦਾ ਉਹ ਸਿੱਧਾ ਸਾਡੇ ਘਰਾਂ ਦੇ ਉੱਤੇ ਸੀ। ਉਹ ਸਿੱਧਾ ਮੇਰੇ ਨਾਲ ਤੇ ਤੁਹਾਡੇ ਨਾਲ ਰਿਲੇਟਡ ਸੀ। ਉਹ ਸਿੱਧਾ ਜਿਹੜਾ ਹਮਲਾ ਸੀਗਾ ਉਹ ਸਾਡੇ ਫੂਡ ਦੇ ਉੱਤੇ ਆ, ਸਾਡੇ ਅਨਾਜ ਦੇ ਉੱਤੇ ਆ। ਤੇ ਸਾਨੂੰ ਸਾਰਿਆਂ ਨੂੰ ਇੰਝ ਲੱਗਾ ਕਿ ਨਹੀਂ, ਇਹ ਸਾਡਾ ਸਾਰਿਆਂ ਦਾ ਸੰਘਰਸ਼ ਆ। ਇਹ ਵੀ ਇੱਕ ਮੇਨ ਕਾਰਨ ਬਣਿਆ ਕਿ ਨੌਜਵਾਨ ਜਿਹੜੇ ਆ ਜਾਂ ਜਿਹੜਾ ਸਮਾਜ ਆ ਜਿਹੜਾ ਬੇਸ਼ੱਕ ਸਿੱਧੀ ਸਿੱਧੀ ਖੇਤੀ ਨਹੀਂ ਵੀ ਕਰਦਾ ਉਹ ਵੀ ਇਸ ਸੰਘਰਸ਼ ਦਾ ਹਾਮੀ ਜਿਹੜਾ ਆ ਬਣ ਗਿਆ। ਤੇ ਇਹਦੇ ਵਿੱਚ ਵੀ ਜਿਹੜਾ ਨੌਜਵਾਨ ਆ ਉਹਦਾ ਜਿਹੜਾ ਰੋਲ ਆ ਉਹ ਅੱਖੋਂ ਪਰੋਕੇ ਨਹੀਂ ਕੀਤਾ ਜਾ ਸਕਦਾ ਕਿ ਜਿਹੜਾ ਨੌਜਵਾਨ ਆਪਣਾ ਫਿਊਚਰ ਸਿਰਫ ਵਿਦੇਸ਼ਾਂ ਦੇ ਵਿੱਚ ਵੇਖਦਾ ਸੀ ਉਹ ਵੀ ਜਿਹੜਾ ਆ ਹੁਣ ਉਹਨੂੰ ਲੱਗਣ ਲੱਗਾ ਕਿ ਨਹੀਂ, ਜੇ ਮੈਂ ਵਿਦੇਸ਼ਾਂ ਦੇ ਵਿੱਚ ਚਲਿਆ ਵੀ ਜਾਵਾਂਗਾ, ਜਿਵੇਂ ਉਹ ਨਵਰੀਤ ਮੁੰਡਾ ਜਿਹੜਾ ਸ਼ਹੀਦ ਹੋਇਆ, ਜਿਹੜਾ ਪੁਲਿਸ ਤੇ ਪ੍ਰਚਾਰ ਰਿਹਾ ਕਿ ਉਹ ਟਰੈਕਟਰ ਡਿੱਗਣ ਦੇ ਨਾਲ ਹੋਇਆ, ਪਰ ਉਹ ਔਨ ਫੈਕਟ ਆ ਉਹਦੇ ਪਰਿਵਾਰ ਨੇ ਵੀ ਇਸ ਗੱਲ ਦੀ ਤਸਲੀਮ ਕੀਤੀ ਆ। ਔਰ ਜਿਹੜੀਆਂ ਰਿਪੋਰਟਸ ਆਈਆਂ ਆ ਉਹਦੇ ਮਤਲਬ ਇੱਥੋਂ ਗੋਲੀ ਲੱਗੀ ਆ ਔਰ ਇੱਧਰ ਦੀ ਲੰਗੀ ਆ ਸਾਰਾ ਪਾੜ ਕੇ, ਉਹ ਔਨ ਰਿਕਾਰਡ ਆ ਗੱਲਾਂ। ਸੋ ਉਹ ਜਿਹੜਾ ਮੁੰਡਾ ਸ਼ਹੀਦ ਹੋਇਆ ਉਹ ਆਸਟ੍ਰੇਲੀਆ ਦੇ ਵਿੱਚ ਵੈਲ ਸੈਟਲਡ ਸੀ। ਹੁਣ ਜਿਹੜੇ ਬਾਹਰ ਬੈਠੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਮਤਲਬ ਕੀ ਜ਼ਰੂਰਤ ਪਈ ਕਿ ਉਹ ਇਸ ਸੰਘਰਸ਼ ਦਾ ਸਾਥ ਦੇ ਰਹੇ ਨੇ। ਈਵਨ ਅੱਜ ਵੀ ਮੈਲਬੌਰਨ ਦੇ ਵਿੱਚ ਜਿਹੜਾ ਆਸਟ੍ਰੇਲੀਆ ਦਾ ਸ਼ਹਿਰ ਆ ਉੱਥੇ ਬਹੁਤ ਵੱਡਾ ਇਕੱਠ ਹੋਇਆ, ਨੌਜਵਾਨਾਂ ਨੇ ਵੱਡੀ ਗਿਣਤੀ ਦੇ ਸ਼ਮੂਲੀਅਤ ਕੀਤੀ ਆ। ਉੱਥੇ ਵੀ ਜਿਹੜਾ ਪ੍ਰੋਟੈਸਟ ਹੋਇਆ ਇੰਡੀਅਨ ਐਮਬੈਸੀ ਦੇ ਬਾਹਰ, ਔਰ ਅਲੱਗ-ਅਲੱਗ ਮੁਲਕਾਂ ਦੇ ਵਿੱਚ ਪਹਿਲਾਂ ਵੀ ਹੋ ਚੁੱਕੇ ਆ। ਪਰ ਉਹ ਜਿਹੜਾ ਬਾਹਰ ਬੈਠਾ ਨੌਜਵਾਨ ਸੀ ਜਿਹਨੂੰ ਜਿਹੜਾ ਇਹ ਸੋਚ ਰਿਹਾ ਸੀ ਕਿ ਹੁਣ ਮੈਂ ਵਾਪਸ ਹੀ ਨਹੀਂ ਆਉਣਾ ਸ਼ਾਇਦ, ਜਾਂ ਉਹ ਉੱਥੇ PR ਲੈਣ ਦੇ ਲਈ ਉਤਾਵਲਾ ਸੀ ਜਾਂ ਉੱਥੇ ਹੀ ਰਹਿਣ ਦੇ ਲਈ ਉਤਾਵਲਾ ਸੀ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉੱਥੇ ਸੈੱਟ ਕਰਨ ਦੇ ਉਤਾਵਲਾ ਸੀ, ਇੱਕ ਐਸੀ ਚੀਜ਼ ਸੀ ਜਿਹੜੀ ਉਹਨੂੰ ਖਿੱਚ ਲਿਆਈ
ਦੁਬਾਰਾ ਇਸ ਸੰਘਰਸ਼ ਦੇ ਵਿੱਚ। ਤੇ ਉਹ ਚੀਜ਼ ਸੀ ਕਿ ਉਹ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਨਾਲ ਜੇ ਕਿਸੇ ਤਰੀਕੇ ਨਾਲ ਜੁੜੇ ਹੋਏ ਨੇ ਤੇ ਉਹ ਜ਼ਮੀਨਾਂ ਦੇ ਕਰਕੇ ਨੇ। ਬਹੁਤਿਆਂ ਨੂੰ ਅਸੀਂ ਇਹ ਵੀ ਜਾਣਦੇ ਹਾਂ ਜਿਹੜੇ ਲੋਕ ਆਪਣਾ ਪੂਰਾ ਪੂਰਾ ਪਰਿਵਾਰ ਲੈ ਕੇ ਵਿਦੇਸ਼ਾਂ ਦੇ ਵਿੱਚ ਸੈਟਲ ਹੋ ਚੁੱਕੇ ਨੇ, ਉਹਨਾਂ ਦਾ ਇੱਥੇ ਕੋਈ ਵੀ ਨਹੀਂ ਰਹਿੰਦਾ। ਜੇ ਕੋਈ ਰਹਿੰਦਾ ਹੈ ਤੇ ਬਜ਼ੁਰਗ ਮਾਂ-ਬਾਪ ਹੋ ਸਕਦਾ ਰਹਿੰਦੇ ਹੋਣ, ਉਹ ਵੀ ਉਹਨਾਂ ਦੀ ਖਿੱਚ ਹੈ ਇਸ ਜ਼ਮੀਨ ਦੇ ਨਾਲ, ਇਸ ਪਰਿਵਾਰ ਦੇ ਨਾਲ, ਇੱਥੇ ਪੰਜਾਬ ਦੇ ਨਾਲ, ਤੇ ਤਾਂ ਰਹਿੰਦੇ ਨੇ। ਅਦਰਵਾਈਜ਼ ਉਹਨਾਂ ਦੇ ਕੋਲੇ ਓਪਰਚੁਨਿਟੀ ਹੈ ਕਿ ਉਹ ਵੀ ਆਪਣੇ ਬੱਚਿਆਂ ਦੇ ਕੋਲ ਜਾ ਕੇ ਸੈਟਲ ਹੋ ਸਕਦੇ ਨੇ, ਪਰ ਜਿਹੜੀ ਅਗਲੀ ਪੀੜ੍ਹੀ ਆ ਉਹ ਵਿਦੇਸ਼ਾਂ ਦੇ ਵਿੱਚ ਸੈਟਲਡ ਆ। ਪਰ ਜੇ ਉਹਨਾਂ ਦਾ ਕੋਈ ਲਗਾਵ ਹੈ ਪੰਜਾਬ ਦੇ ਨਾਲ, ਉਹ ਜ਼ਮੀਨਾਂ ਦੇ ਨਾਲ ਹੀ ਮਤਲਬ ਸੰਬੰਧਿਤ ਆ ਕਿ ਉਹਨਾਂ ਦੀ ਇੱਥੇ ਜ਼ਮੀਨ ਆ, ਉਹਨਾਂ ਦੇ ਪੁਰਖਿਆਂ ਨੇ ਇੱਥੇ ਵਾਹੀ ਕੀਤੀ ਆ, ਇੱਥੇ ਦੀਆਂ ਬੰਜਰ ਜ਼ਮੀਨਾਂ ਨੂੰ ਆਬਾਦ ਕੀਤਾ ਆ, ਔਰ ਜਿਹੜੇ ਟੋਏ ਟਿੱਬੇ ਸੀਗੇ ਉਹਨਾਂ ਨੂੰ ਬਲਦਾਂ ਦੇ ਨਾਲ ਵਾਹ ਕੇ ਪੱਧਰਿਆਂ ਕੀਤਾ ਆ, ਔਰ ਇਹਨਾਂ ਨੂੰ ਇੰਨਾ ਕੁ ਯੋਗ ਕੀਤਾ ਆ ਕਿ ਉਹ ਉਸ ਮਿੱਟੀ ਦੀ ਕਮਾਈ ਤੋਂ ਉਹਨਾਂ ਨੂੰ ਫਿਰ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਭੇਜਿਆ। ਸੋ ਇਹ ਜਿਹੜੀ ਜ਼ਮੀਨ ਦੀ ਖਿੱਚ ਆ ਉਹ ਉਹਨਾਂ ਨੂੰ ਇਸ ਮੂਵਮੈਂਟ ਦੇ ਵਿੱਚ ਖਿੱਚ ਕੇ ਲਿਆਈ ਆ, ਔਰ ਇਹ ਸਦੀਵੀ ਰਹਿਣੀ ਆ, ਕਿਉਂਕਿ ਸਭ ਤੋਂ ਪਿਆਰੀ ਚੀਜ਼ ਜਾਂ ਸਭ ਤੋਂ ਖਿੱਚਵੀਂ ਚੀਜ਼ ਜਿਹੜੀ ਆ ਇਸ ਦੁਨੀਆ ਦੇ ਵਿੱਚ ਉਹ ਮਿੱਟੀ ਆ। ਔਰ ਮਿੱਟੀ ਦੀ ਖੁਸ਼ਬੂ ਤੇ ਮਿੱਟੀ ਦੀ ਖਿੱਚ ਜਿਹੜੀ ਆ ਉਹ ਹਮੇਸ਼ਾ ਹੀ ਬੰਦੇ ਦੇ ਨਾਲ ਜੁੜੀ ਰਹਿੰਦੀ ਆ। ਅਸੀਂ ਇਹਨਾਂ ਚੀਜ਼ਾਂ ਨੂੰ ਬਖੂਬੀ ਜਾਣਦੇ ਹਾਂ, ਖਾਸ ਤੌਰ ਤੇ ਉਹ ਲੋਕ ਜਿਹੜੇ ਸਿੱਧੇ ਸਿੱਧੇ ਪਿੰਡਾਂ ਦੇ ਨਾਲ ਸੰਬੰਧਿਤ ਨੇ, ਕਿ ਮਿੱਟੀ ਦੀ ਖੁਸ਼ਬੂ ਤੇ ਮਿੱਟੀ ਦੀ ਖਿੱਚ ਜਿਹੜੀ ਆ ਉਹ ਕਿੰਨੀ ਹੁੰਦੀ ਆ। ਔਰ ਇਹ ਚਾਹੇ ਕੋਈ ਵਿਦੇਸ਼ਾਂ ਦੇ ਵਿੱਚ ਜਾ ਕੇ ਲੱਖ ਸੈਟਲ ਹੋ ਜਾਏ, ਪਰ ਉਹਦੇ ਮਨ ਦੇ ਵਿੱਚ ਹਮੇਸ਼ਾ ਰਹਿੰਦਾ ਆ ਕਿ ਉਹ ਬੇਗਾਨੀ ਧਰਤੀ ਤੇ ਨੇ, ਔਰ ਆਪਣੀ ਧਰਤੀ ਉਹ ਹਮੇਸ਼ਾ ਪੰਜਾਬ ਨੂੰ ਹੀ ਸਮਝਦਾ ਹੈ, ਔਰ ਇਹ ਸਮਝਣਾ ਵੀ ਚਾਹੀਦਾ ਹੈ। ਸੋ ਉਹਦੇ ਵਿੱਚ ਵੀ ਨੌਜਵਾਨਾਂ ਦਾ ਇੱਕ ਅਹਿਮ ਰੋਲ ਜਿਹੜਾ ਸੰਘਰਸ਼ ਦੇ ਪ੍ਰਤੀ ਰਿਹਾ, ਉਹ ਜਿਹੜਾ ਆ ਆਰਥਿਕਤਾ ਦਾ ਹੈ। ਇਹ ਸੰਘਰਸ਼ ਜਿਸ ਵੱਡੇ ਪੱਧਰ ਤੇ ਪਹੁੰਚਿਆ, ਔਰ ਜਿੰਨਾ ਇਸ ਦੇ ਉੱਤੇ ਖਰਚਾ ਹੋ ਰਿਹਾ ਆ ਮੌਜੂਦਾ ਸਮੇਂ ਦੇ ਵਿੱਚ, ਜਾਂ ਪਿਛਲੇ ਤਕਰੀਬਨ 2 ਮਹੀਨੇ ਤੋਂ, ਕਿਉਂਕਿ 2 ਮਹੀਨੇ ਤੋਂ ਤਾਂ ਬਹੁਤ ਜ਼ਿਆਦਾ ਇੱਕਦਮ ਵੱਧ ਗਿਆ ਨਾ। ਪਹਿਲਾਂ ਜਿਹੜਾ ਸੀਗਾ ਉਹ ਇੱਥੇ ਪੰਜਾਬ ਦੇ ਵਿੱਚ ਲੋਕਲ ਪ੍ਰੋਟੈਸਟ ਹੁੰਦੇ ਸੀ, ਕੋਈ ਖਰਚਾ ਬਹੁਤਾ ਜ਼ਿਆਦਾ ਨਹੀਂ ਸੀ ਹੋ ਰਿਹਾ। ਪਰ ਜਦੋਂ ਤੋਂ ਇਹ ਸੰਘਰਸ਼ ਜਿਹੜਾ ਹੈ ਉਹ ਦਿੱਲੀ ਦੀਆਂ ਬਰੂਹਾਂ ਤੇ ਚਲਾ ਗਿਆ ਹੈ, ਔਰ ਉੱਥੇ ਈਵਨ ਤੁਸੀਂ ਵੇਖੋ ਕਿ ਪੰਜਾਬ ਦੇ ਜਿਹੜਾ ਸਿੱਧਾ ਸਿੱਧਾ ਪਾਣੀਆਂ ਦੇ ਨਾਲ ਸੰਬੰਧਿਤ ਪੰਜਾਬ ਸ਼ਬਦ ਆ, ਕਿ ਉਹਨਾਂ ਪਾਣੀਆਂ ਦੇ ਪੁੱਤਰਾਂ ਨੂੰ ਉੱਥੇ ਪਾਣੀ ਵੀ ਮੁੱਲ ਲੈਣਾ ਪੈ ਰਿਹਾ ਹੈ। ਔਰ ਉੱਥੇ ਉਹ ਕਿੰਨਾ ਖਰਚਾ ਕਰ ਰਹੇ ਹੋਣਗੇ, ਉੱਥੇ ਕਿੰਨਾ ਖਰਚਾ ਹੋ ਰਿਹਾ ਹੈ, ਇਹ ਗੱਲਾਂ ਅਸੀਂ ਜਿਹੜੇ ਉੱਥੇ ਜਾ ਕੇ ਆਏ ਹਾਂ ਜਾਂ ਉੱਥੇ ਜਾਂਦੇ ਹੁੰਦੇ ਨੇ ਉਹ ਤੇ ਆਪਣੀਆਂ ਅੱਖਾਂ ਦੇ ਨਾਲ ਵੇਖ ਕੇ ਆਏ ਨੇ, ਔਰ ਉਹ ਅੰਦਾਜ਼ਾ ਲਾ ਸਕਦੇ ਨੇ। ਜਿਹੜੇ ਨਹੀਂ ਜਾ ਕੇ ਆਏ ਉਹ ਸੋਸ਼ਲ ਮੀਡੀਆ ਦੇ ਥਰੂ ਵੇਖ ਸਕਦੇ ਨੇ ਕਿ ਜਿੱਦਾਂ ਤੇ ਉੱਥੇ ਲੰਗਰ ਪੱਕਦੇ ਨੇ, ਕਿੱਦਾਂ ਉੱਥੇ ਪਾਣੀ ਦੇ ਲਈ ਜਿਹੜਾ ਆ ਉਹ ਕਿੰਨੀਆਂ ਬੋਤਲਾਂ ਉੱਥੇ ਇਸਤੇਮਾਲ ਹੁੰਦੀਆਂ ਆ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਰੋੜਾਂ ਰੁਪਈਆ ਰੋਜ਼ ਦਾ ਉੱਥੇ ਦਾ ਖਰਚਾ ਆ। ਔਰ ਉਹ ਖਰਚਾ ਜਿਹੜਾ ਸੰਘਰਸ਼ ਦਾ ਆ ਉਹ ਇੰਨਾ ਪੋਸੀਬਲ ਜਾਂ ਇੰਨਾ ਸਿੱਧਾ ਨਹੀਂ ਸੀ ਕਿ ਇਕੱਲਾ ਪੰਜਾਬ ਦੇ ਵਿੱਚ ਬੈਠਾ ਜਾਂ ਪੰਜਾਬ ਦੇ ਵਿੱਚ ਨੌਕਰੀ ਕਰ ਰਿਹਾ ਨੌਜਵਾਨ ਇੰਨਾ ਖਰਚਾ ਚੁੱਕ ਸਕੇ। ਜਿੰਨੇ ਵੀ ਅਸੀਂ ਇਸ ਦੇ ਵਿੱਚ ਜੁੜੇ ਆ ਉਹਨਾਂ ਦੇ ਜੋ ਬਹੁਤਾਤ ਲੋਕ ਨੇ ਜਿਹੜੇ ਜੌਬ ਕਰਦੇ ਨੇ, ਔਰ ਅਸੀਂ ਆਪਣੇ ਆਪ ਵੱਲ ਅਸੀਂ ਖੁਦ ਇਸ ਗੱਲ ਦੀ ਝਾਤ ਮਾਰ ਕੇ ਵੇਖ ਸਕਦੇ ਹਾਂ ਕਿ ਅਸੀਂ ਉਸ ਦੇ ਵਿੱਚ ਇਕਨੋਮਿਕਲੀ, ਫਿਜ਼ੀਕਲੀ ਨਹੀਂ ਮੈਂ ਕਹਾਂ, ਇਕਨੋਮਿਕਲੀ ਅਸੀਂ ਉਸ ਸੰਘਰਸ਼ ਦੇ ਵਿੱਚ ਕਿੰਨਾ ਯੋਗਦਾਨ ਦਿੱਤਾ ਹੈ ਜਾਂ ਕਿੰਨਾ ਯੋਗਦਾਨ ਦੇਣ ਦੇ ਯੋਗ ਸੀਗੇ। ਪਰ ਜੇਕਰ ਇਸ ਸੰਘਰਸ਼ ਦੇ ਵਿੱਚ ਇਕਨੋਮਿਕਲੀ ਇੱਕ ਵੱਡਾ ਯੋਗਦਾਨ ਪਾਇਆ ਤੇ ਸਾਡੇ ਉਹਨਾਂ ਨੌਜਵਾਨਾਂ ਨੇ ਜਾਂ ਉਹਨਾਂ ਬਜ਼ੁਰਗਾਂ ਨੇ ਪਾਇਆ ਜਿਹੜੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਬੈਠੇ ਸੀ, ਔਰ ਉਹਨਾਂ ਨੇ ਇਸ ਕਰਕੇ ਪਾਇਆ ਕਿਉਂਕਿ ਉਹਨਾਂ ਦੀ ਇੱਥੇ ਇੱਕ ਖਿੱਚ ਆ। ਸੋ ਉਹ ਖਿੱਚ ਦੇ ਨਾਲ ਹੀ ਉਹਨਾਂ ਨੇ ਪਾਇਆ। ਔਰ ਮੈਂ ਇਹ 2-3 ਫੈਕਟ ਜਿਹੜੇ ਆ ਉਹ ਸਾਂਝੇ ਕੀਤੇ ਨੇ ਕਿਉਂਕਿ ਸਮਾਂ ਮੈਨੂੰ ਲੱਗਦਾ ਹੈ ਕਾਫੀ ਹੋ ਚੁੱਕਾ ਹੈ। ਉਸ ਤੋਂ ਬਾਅਦ ਅਗਲੇ ਬੁਲਾਰੇ ਜੇ ਜੁਆਇਨ ਕੀਤੇ ਨੇ ਤੇ ਉਹਨਾਂ ਨੇ ਵੀ ਬੋਲਣਾ ਹੈ, ਜੇ ਨਹੀਂ ਤੇ ਆਪਾਂ ਸਵਾਲ ਜਵਾਬ ਵੀ ਲੈਣੇ ਆ। ਸੋ ਉਸ ਦੇ ਵਿੱਚ ਜਿਹੜਾ ਇੱਕ ਅਹਿਮ ਜਿਹੜਾ ਹਰ ਪੱਖ ਤੋਂ ਯੋਗਦਾਨ ਹੈ, ਜਿਹੜਾ ਮੈਂ ਕਹਿ ਰਿਹਾ ਕਿ ਚਾਹੇ ਉਹ ਪੰਜਾਬ ਦੇ ਵਿੱਚ ਸੰਘਰਸ਼ ਹੋ ਰਿਹਾ ਸੀ, ਉਹਨੂੰ ਦਿੱਲੀ ਲੈ ਕੇ ਜਾਣਾ ਫਿਜ਼ੀਕਲੀ, ਦਿੱਲੀ ਤੋਂ ਬਰੂਹਾਂ ਤੋਂ ਉਹਨੂੰ ਦਿੱਲੀ ਦੇ ਵਿੱਚ ਲੈ ਕੇ ਜਾਣਾ, ਬੇਸ਼ੱਕ ਉਸ ਨੂੰ ਕੈਸ਼ ਨਹੀਂ ਕੀਤਾ ਜਾ ਸਕਿਆ। ਫਿਰ ਉਸ ਦੇ ਉੱਤੇ ਇਕਨੋਮਿਕਲੀ ਉਹਦਾ ਸਾਰਾ ਬਰਡਨ ਚੁੱਕਣਾ, ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰਨਾ, ਉਹਦਾ ਇੱਕ ਪ੍ਰਚਾਰ ਕਰਨਾ ਜਿਹੜਾ ਇੱਕ ਟ੍ਰੈਂਡ ਵੀ ਚੱਲਿਆ ਕਿ ਟਰੈਕਟਰ ਟੂ ਟਵਿੱਟਰ। ਹੁਣ ਬਜ਼ੁਰਗਾਂ ਨੇ ਟਵਿੱਟਰ ਥੋੜ੍ਹੀ ਚਲਾਉਣਾ, ਬਹੁਤ ਘੱਟ ਨੇ ਜਿਹੜੇ ਚਲਾਉਂਦੇ ਨੇ, ਔਰ ਬਖੂਬੀ ਚਲਾ ਵੀ ਲੈਂਦੇ ਨੇ, ਇਹਦੇ ਵਿੱਚ ਮੈਂ ਕੋਈ ਉਹਨਾਂ ਨੂੰ ਝੁਠਲਾ ਨਹੀਂ ਰਿਹਾ। ਪਰ ਬਹੁਤਾਤ ਜਿਹੜੇ ਆ ਨੌਜਵਾਨ ਨੇ, ਔਰ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦਾ ਜਾਂ ਸੋਸ਼ਲ ਮੀਡੀਆ ਪਲੇਟਫਾਰਮਸ ਦਾ ਇਸਤੇਮਾਲ ਨੌਜਵਾਨਾਂ ਨੇ ਕਰਕੇ ਇਸ ਸੰਘਰਸ਼ ਨੂੰ ਇੱਥੇ ਤੱਕ ਲੈ ਗਏ ਨੇ ਕਿ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਹੁਣ ਜਿਹੜੀਆਂ ਇਸ ਦੇ ਹੱਕ ਦੇ ਵਿੱਚ ਬੋਲੀਆਂ ਆ, ਇਹ ਵੀ ਉਹਨਾਂ ਦਾ ਇੱਕ ਯੋਗਦਾਨ ਆ। ਔਰ ਫਿਰ ਜਿਹੜੇ ਇਹਨਾਂ ਦੇ ਉੱਤੇ ਹਮਲੇ ਹੋਏ ਆ ਇੰਟੈਲੈਕਚੁਅਲ ਪੱਧਰ ਦੇ ਉੱਤੇ, ਜਿਹੜੀਆਂ ਸੈਲੀਬ੍ਰਿਟੀਜ਼ ਇਸ ਸੰਘਰਸ਼ ਦੇ ਖਿਲਾਫ ਬੋਲੀਆਂ, ਉਹਨਾਂ ਨੂੰ ਜਵਾਬ ਦੇਣ ਦੇ ਵਿੱਚ ਨੌਜਵਾਨਾਂ ਦਾ ਇੱਕ ਅਹਿਮ ਰੋਲ ਰਿਹਾ ਆ, ਔਰ ਉਹਨਾਂ ਨੂੰ ਸਾਇਲੈਂਟ ਕਰਨ ਦੇ ਵਿੱਚ ਨੌਜਵਾਨਾਂ ਨੇ ਇੱਕ ਅਹਿਮ ਰੋਲ ਅਦਾ ਕੀਤਾ। ਬੇਸ਼ੱਕ ਉਹ ਨੌਜਵਾਨ ਕੋਈ ਸੈਲੀਬ੍ਰਿਟੀ ਵੀ ਹੋ ਸਕਦਾ ਹੈ, ਮੈਂ ਇਹ ਨਹੀਂ ਕਹਿ ਰਿਹਾ ਕਿ ਆਮ ਹੀ ਨੌਜਵਾਨ, ਕੋਈ ਸੈਲੀਬ੍ਰਿਟੀ ਵੀ ਹੋ ਸਕਦਾ ਹੈ, ਉਹ ਸਾਰੇ। ਸੋ ਮਤਲਬ ਕੋਈ ਵੀ ਫੀਲਡ ਇਸ ਸੰਘਰਸ਼ ਦਾ ਜਿਹੜਾ ਕਿਸਾਨੀ ਦੇ ਨਾਲ ਸੰਬੰਧਿਤ ਸੰਘਰਸ਼ ਆ, ਉਹ ਅਜਿਹਾ ਨਹੀਂ ਰਿਹਾ ਜਿਹਦੇ ਵਿੱਚ ਨੌਜਵਾਨਾਂ ਨੇ ਆਪਣਾ ਬਣਦਾ ਰੋਲ ਅਦਾ ਨਾ ਕੀਤਾ ਹੋਵੇ।
ਸੋ ਅਸੀਂ ਇਨ ਫਿਊਚਰ ਵੀ ਇਹ ਉਮੀਦ ਲਾ ਸਕਦੇ ਹਾਂ ਕਿ ਇਹ ਸੰਘਰਸ਼ ਜਿਹੜਾ ਆ ਜਲਦੀ ਮੁੱਕੇ। ਮੇਰੀ ਤੇ ਇਹੀ ਅਰਦਾਸ ਆ ਕਿ ਇਹ ਸੰਘਰਸ਼ ਜਲਦੀ ਮੁੱਕੇ ਔਰ ਨੌਜਵਾਨਾਂ ਦਾ ਜਿਹੜਾ ਇਸ ਦੇ ਵਿੱਚ ਯੋਗਦਾਨ ਆ ਉਹ ਪੈਣਾ ਬੰਦ ਹੋਵੇ, ਜਾਂ ਸਾਰੀ ਸਮਾਜ ਦਾ ਜਿਹੜਾ ਪੈਣਾ ਬੰਦ ਹੋ ਜਾਏ। ਔਰ ਉਹ ਬੰਦ ਉਦੋਂ ਹੀ ਹੋਵੇ ਜਦੋਂ ਇਹ ਸੰਘਰਸ਼ ਸਿਰੇ ਚੜ ਜਾਏ ਔਰ ਸਾਡੀ ਜਿੱਤ ਹੋਵੇ। ਔਰ ਇਹ ਸੰਘਰਸ਼ ਜਲਦੀ ਮੁੱਕਣਾ ਚਾਹੀਦਾ ਹੈ। ਔਰ ਜੇ ਨਹੀਂ ਮੁੱਕ ਰਿਹਾ ਇਸ ਸਭ ਦੇ ਬਾਵਜੂਦ, ਤੇ ਉਹ ਇਹੀ ਆ ਕਿ ਇਸ ਦੇ ਵਿੱਚ ਜਿਹੜਾ ਮੋਦੀ ਸਰਕਾਰ ਦਾ ਅੜੀਅਲ ਰਵੱਈਆ ਆ ਉਹੀ ਵਿੱਚ ਅੜਿਆ ਹੋਇਆ ਆ। ਇਸ ਤੋਂ ਬਿਨਾਂ ਕੋਈ ਗੱਲ ਨਹੀਂ ਗੀ। ਜਿਹੜਾ ਪਰਸੋਂ ਚੌਥੇ ਨਰਿੰਦਰ ਤੋਮਰ ਦਾ ਜਿਹੜਾ ਬਿਆਨ ਸੀਗਾ ਉਹ ਵੀ ਉਹਨਾਂ ਨਾਲ ਇਹ ਸਾਫ਼ ਕਰਦਾ ਹੈ ਕਿ ਉਹ ਇਹ ਕਹਿ ਰਿਹਾ ਕਿ ਇਹ ਸੰਘਰਸ਼ ਸਿਰਫ ਪੰਜਾਬ ਹਰਿਆਣੇ ਜਾਂ ਕਿ ਇੱਕ ਦੋ ਸਟੇਟਾਂ ਤੱਕ ਸੀਮਤ ਹੈ, ਬਾਕੀ ਇੰਡੀਆ ਦੇ ਵਿੱਚ ਨਹੀਂ ਹੈਗਾ। ਔਰ ਉੱਥੇ ਇਹ ਪੋਸੀਬਲ ਵੀ ਨਹੀਂ ਗਾ ਏਡੇ ਵੱਡੇ ਪੱਧਰ ਦੇ ਉੱਤੇ, ਕਿਉਂਕਿ ਜਿਹੜੀ ਗੱਲ ਮੈਂ ਜਿੱਥੋਂ ਇਹ ਲੈਕਚਰ ਸ਼ੁਰੂ ਕੀਤਾ ਸੀ ਆਪਣਾ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਜਿਹੜਾ ਸੰਘਰਸ਼ ਕਰਨ ਦੀ ਤਾਸੀਰ ਆ ਜਾਂ ਜਿਹੜਾ ਸੰਘਰਸ਼ ਕਰਨ ਵਾਲਾ ਖੂਨ ਆ ਉਹ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ, ਜਾਂ ਜਿਹੜਾ ਇਹ ਖਿੱਤਾ ਆ ਜਿਹੜਾ ਪਹਿਲਾਂ ਇੱਕ ਵੱਡਾ ਸਾਂਝਾ ਪੰਜਾਬ ਸੀਗਾ, ਉਹਨਾਂ ਲੋਕਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਆ। ਬਾਕੀ ਜਿਹੜਾ ਇੰਡੀਆ ਆ ਜਾਂ ਬਾਕੀ ਦਾ ਜਿਹੜਾ ਹਿੰਦੁਸਤਾਨ ਆ ਜਾਂ ਬਾਕੀ ਦਾ ਜਿਹੜਾ ਇਹ ਖਿੱਤਾ ਆ, ਠੀਕ ਹੈ ਉਹਨਾਂ ਦੇ ਵਿੱਚ ਵੀ ਲੋਕ ਸੰਘਰਸ਼ ਕਰਦੇ, ਪਰ ਉਹਨਾਂ ਦੀ ਤਾਸੀਰ ਜਾਂ ਉਹਨਾਂ ਦੇ ਵਿੱਚ ਉਹ ਉਹਨਾਂ ਜਜ਼ਬਾ ਨਹੀਂ ਆ ਕਿ ਉਹ ਹਕੂਮਤ ਦੇ ਖਿਲਾਫ ਇੰਨੇ ਵੱਡੇ ਪੱਧਰ ਤੇ ਮੱਥਾ ਲਾ ਸਕਣ। ਸੋ ਪੰਜਾਬ ਦੇ ਲੋਕਾਂ ਦੀ ਤਾਸੀਰ ਤੇ ਪੰਜਾਬ ਦੇ ਲੋਕਾਂ ਦਾ ਖੂਨ ਹੈ ਜਿਹੜਾ ਉਹ ਮੱਥਾ ਲਾ ਰਿਹਾ ਹੈ। ਔਰ ਨਰਿੰਦਰ ਤੋਮਰ ਆਪਣੀ ਜਗ੍ਹਾ ਇੱਕ ਫੈਕਟ ਤੱਕ ਠੀਕ ਵੀ ਆ ਕਿ ਇਹ ਸੰਘਰਸ਼ ਪੰਜਾਬ ਹਰਿਆਣਾ ਜਾਂ ਯੂਪੀ ਦੇ ਕੁਝ ਖਿੱਤਿਆਂ ਤੱਕ ਜ਼ਿਆਦਾ ਸੀਮਤ ਆ, ਬਾਕੀ ਦਾ ਇੰਡੀਆ ਦੇ ਉੱਤੇ ਸਾਇਲੈਂਟ ਆ। ਬੇਸ਼ੱਕ ਕੁਝ ਨੁਮਾਇੰਦੇ ਉਹਨਾਂ ਦੇ ਆ ਕੇ ਸਟੇਜਾਂ ਦੇ ਉੱਤੇ ਬੋਲਦੇ ਨੇ ਔਰ ਉਹਨਾਂ ਦਾ ਹੱਕ ਬਣਦਾ ਵੀ, ਉਹਨਾਂ ਨੂੰ ਬੋਲਣਾ ਵੀ ਚਾਹੀਦਾ, ਆਪਣੇ ਖਿੱਤੇ ਦੀ ਗੱਲ ਜਿਹੜੀ ਆ ਉਹ ਦੱਸਣੀ ਵੀ ਚਾਹੀਦੀ ਆ। ਔਰ ਤੀਸਰੀ ਔਰ ਆਖਰੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਉਹ ਇਹ ਆ ਕਿ ਪਹਿਲਾਂ ਤਾਂ ਇਹ ਪ੍ਰਚਾਰਿਆ ਜਾਂਦਾ ਸੀ ਸਰਕਾਰ ਵੱਲੋਂ ਕਿ ਇਹ ਬਿੱਲ ਜਿਹੜੇ ਨੇ ਬਹੁਤ ਵਧੀਆ ਨੇ, ਕਿ ਇਹਦੇ ਵਿੱਚ ਕੋਈ ਗਲਤੀ ਨਹੀਂ ਗੀ। ਈਵਨ ਹੁਣ ਵੀ ਜਿਹੜਾ ਨਰਿੰਦਰ ਤੋਮਰ ਦਾ ਬਿਆਨ ਸੀ ਉਹ ਇਹ ਸੀ ਵੀ ਇਹਦੇ ਵਿੱਚ ਕਾਲਾ ਕੀ ਆ, ਸਾਨੂੰ ਦੱਸੋ ਤੇ ਸਹੀ ਇਹਦੇ ਵਿੱਚ ਮਾੜਾ ਕੀ ਆ। ਪਰ ਉਸ ਦੇ ਬਾਵਜੂਦ ਜੇ ਸਰਕਾਰ ਅਮੈਂਡਮੈਂਟਸ ਕਰਨ ਦੇ ਲਈ ਤਿਆਰ ਹੋ ਗਈ ਆ ਤੇ ਇਹਦਾ ਮਤਲਬ ਸਰਕਾਰ ਮੰਨ ਗਈ ਹੈ ਨਾ ਕਿ ਇਸ ਬਿੱਲ ਦੇ ਵਿੱਚ ਕੁਝ ਨਾ ਕੁਝ ਮਾੜਾ ਹੈ। ਜੇਕਰ ਇਹ ਬਿੱਲ ਇੰਨਾ ਹੀ ਚੰਗਾ ਹੈ ਜਾਂ ਇੰਨਾ ਹੀ ਪਵਿੱਤਰ ਆ, ਸਾਰੇ ਦੇ ਸਾਰੇ ਇਹ ਬਿੱਲ ਜਾਂ ਜਿਹੜੇ ਕਾਨੂੰਨ ਬਣ ਚੁੱਕੇ ਹਨ, ਉਹ ਜੇ ਕਾਨੂੰਨ ਇੰਨੇ ਹੀ ਚੰਗੇ ਨੇ ਤੇ ਫਿਰ ਸਰਕਾਰ ਅਮੈਂਡਮੈਂਟਸ ਦੇ ਲਈ ਤਿਆਰ ਕਿਉਂ ਹੋ ਰਹੀ ਹੈ? ਇਹ ਵੀ ਇੱਕ ਸਵਾਲ ਹੈ। ਜੇਕਰ ਤੁਸੀਂ ਅਮੈਂਡਮੈਂਟਸ ਦੇ ਲਈ ਤਿਆਰ ਹੋ ਰਹੇ ਹੋ ਤੇ ਫਿਰ ਇਹਦਾ ਮਤਲਬ ਹੈ ਕਿ ਉਸ ਦੇ ਵਿੱਚ ਕਿਤੇ ਨਾ ਕਿਤੇ ਤਾਂ ਲੂਪ ਹੋਲਸ ਮੌਜੂਦ ਨੇ ਜਿਨ੍ਹਾਂ ਨੂੰ ਦੂਰ ਕਰਨ ਦੇ ਲਈ ਅਮੈਂਡਮੈਂਟਸ ਕੀਤੀਆਂ ਜਾਣਗੀਆਂ। ਔਰ ਜੇਕਰ ਅੱਜ ਤੁਸੀਂ ਇਸ ਗੱਲ ਦੇ ਉੱਤੇ ਆ ਗਏ ਹੋ 8 ਮਹੀਨਿਆਂ ਦੇ ਵਿੱਚ ਕਿ ਹਾਂ ਇਸ ਦੇ ਵਿੱਚ ਕੁਝ ਮਾੜਾ ਹੈ ਜਿਸ ਦੇ ਲਈ ਅਮੈਂਡਮੈਂਟਸ ਕਰਕੇ ਇਹਨੂੰ ਠੀਕ ਕੀਤਾ ਜਾ ਸਕਦਾ ਹੈ, ਤੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਵੀ ਮੰਨੋਗੇ ਜੇਕਰ ਸੰਘਰਸ਼ ਪੋਜ਼ਿਟਿਵ ਤਰੀਕੇ ਦੇ ਨਾਲ ਚੱਲਦਾ ਰਿਹਾ ਕਿ ਹਾਂ ਇਹ ਬਿੱਲ ਹੀ ਮਾੜੇ ਆ ਔਰ ਸਰਕਾਰ ਨੂੰ ਬਿੱਲ ਵਾਪਸ ਲੈਣੇ ਪੈਣਗੇ। ਔਰ ਜੇਕਰ ਵਾਪਸ ਨਹੀਂ ਲੈਂਦੇ ਤੇ ਇੱਕ ਬੜਾ ਤਗੜਾ ਸਵਾਲ ਸਾਡੀ ਪੀੜ੍ਹੀ ਦੇ ਸਾਹਮਣੇ ਆਉਣ ਲੱਗਾ ਆ ਜਾਂ ਨੌਜਵਾਨਾਂ ਦੇ ਸਾਹਮਣੇ ਆਉਣਾ, ਜਿਸ ਦੇ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਆ। ਉਹ ਇਹ ਆ ਕਿ ਇਹ ਹਮੇਸ਼ਾ ਪ੍ਰਚਾਰਿਆ ਜਾਂਦਾ ਰਿਹਾ ਕਿ ਡੈਮੋਕ੍ਰੇਸੀ ਦੇ ਵਿੱਚ ਪੀਸਫੁਲੀ ਪ੍ਰੋਟੈਸਟ ਕਰਨ ਦਾ ਇੱਕ ਅਹਿਮ ਸਥਾਨ ਆ, ਔਰ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਕਿ ਉਹ ਹੈ ਵੀ। ਪਰ ਮੈਂ ਉਹ ਗੱਲ ਕਰ ਰਿਹਾ ਜੇ ਪੋਸੀਬਲ ਆ ਜਾਂ ਜਿਹੜੀ ਚੀਜ਼ ਹੋ ਸਕਦੀ ਹੈ, ਚਾਹੇ ਉਹਦਾ 1% ਚਾਂਸ ਹੋਵੇ, ਸਾਨੂੰ ਸੋਚਣਾ ਚਾਹੀਦਾ, ਸਾਡੀ ਪੀੜ੍ਹੀ ਨੂੰ ਪਹਿਲਾਂ ਹੀ ਉਸ ਦੇ ਲਈ ਤਿਆਰ ਰਹਿਣਾ ਚਾਹੀਦਾ ਕਿ ਜੇਕਰ ਇਸ ਸੰਘਰਸ਼ ਦਾ ਜਿਹੜਾ ਸਮਾਧਾਨ ਆ ਉਹ ਪੀਸਫੁਲੀ ਰਹਿੰਦਿਆਂ ਨਾ ਹੋਇਆ ਜਾਂ ਸਰਕਾਰ ਨੇ ਇਹ ਬਿੱਲ ਵਾਪਸ ਜੇ ਨਾ ਕੀਤੇ, ਤੇ ਇਹ ਸੋਚਣਾ ਪਵੇਗਾ ਕਿ ਕੀ ਵਾਕਿਆ ਹੀ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਪੀਸਫੁਲੀ ਇੰਨਾ ਲੰਬਾ ਸੰਘਰਸ਼ ਕਰਨਾ ਔਰ ਇੰਨੇ ਜ਼ਿਆਦਾ ਨੌਜਵਾਨਾਂ ਦਾ ਜਾਂ ਇੰਨੇ ਜ਼ਿਆਦਾ ਵੱਡੇ ਵਰਗ ਦੀ ਸ਼ਮੂਲੀਅਤ ਹੋਣਾ ਔਰ ਉਸ ਦੇ ਬਾਵਜੂਦ ਸਰਕਾਰ ਦਾ ਨਾ ਮੰਨਣਾ, ਕੀ ਵਾਕਿਆ ਹੀ ਇਹ ਡੈਮੋਕ੍ਰੇਸੀ ਹੈ? ਜਾਂ ਕੀ ਵਾਕਿਆ ਹੀ ਇਹ ਇੱਕ ਸਹੀ ਤਰੀਕਾ ਹੈ ਪ੍ਰੋਟੈਸਟ ਕਰਨ ਦਾ? ਜਾਂ ਕੀ ਵਾਕਿਆ ਹੀ ਇਹ ਇੱਕ ਦਾਗ ਲੱਥ ਜਾਏਗਾ ਜਿਹੜਾ ਪਹਿਲਾਂ ਕਿਹਾ ਜਾਂਦਾ ਰਿਹਾ ਕਿ ਕੁਝ ਕੁ ਲੋਕ ਪ੍ਰੋਟੈਸਟ ਕਰਦੇ ਆ ਜੀ ਤਾਂ ਕਰਕੇ ਨਹੀਂ ਗੱਲਾਂ ਮੰਨੀਆਂ ਜਾਂਦੀਆਂ? ਹੁਣ ਤੇ ਸਾਰਾ ਸਮਾਜ ਪ੍ਰੋਟੈਸਟ ਕਰ ਰਿਹਾ, ਉਸ ਦੇ ਬਾਵਜੂਦ ਸਰਕਾਰ ਨਹੀਂ ਮੰਨ ਰਹੀ। ਤੇ ਦੈਨ ਇਹ ਸਾਡੇ ਕੋਲ ਇੱਕ ਸਵਾਲ ਆ ਜਾਂਦਾ ਹੈ ਕਿ ਫਿਰ ਸੰਘਰਸ਼ ਕਿਵੇਂ ਚੱਲੇਗਾ, ਜਾਂ ਇਸ ਡੈਮੋਕ੍ਰੇਸੀ ਦੇ ਵਿੱਚ ਜਿਹਨੂੰ ਇਹ ਸੋ ਕਾਲਡ ਡੈਮੋਕ੍ਰੇਸੀ ਅਸੀਂ ਜੇ ਕਹਿਣਾ ਹੋਵੇ ਤੇ ਉਸ ਦੇ ਵਿੱਚ ਫਿਰ ਸੰਘਰਸ਼ ਕਿਸ ਤਰੀਕੇ ਨਾਲ ਹੋਣਗੇ। ਔਰ ਜੇਕਰ ਅਸੀਂ ਇਸ ਚੀਜ਼ ਲਈ ਸੋਚਣ ਦੇ ਤਿਆਰ ਹਾਂ ਤਾਂ ਸਾਨੂੰ ਅੱਗੇ ਜਾ ਕੇ ਇਸ ਦੇ ਉੱਤੇ ਡਿਸਕਸ਼ਨ ਕਰਨੀ ਚਾਹੀਦੀ ਆ। ਹੁਣ ਨਹੀਂ, ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜਾ ਜ਼ਰੂਰ ਇਹੋ ਜਿਹੇ ਵੈਬੀਨਾਰਸ ਹੋਣੇ ਚਾਹੀਦੇ ਆ ਜਿਸ ਦੇ ਉੱਤੇ ਇਹ ਵੀ ਗੱਲਾਂ ਜਿਹੜੀਆਂ ਨੌਜਵਾਨ ਪ੍ਰਚਾਰਨ ਜਾਂ ਵਿਚਾਰਨ ਆਪਣੇ ਵਿੱਚ, ਔਰ ਜਿਹੜਾ ਇਹ ਬਿੱਲ ਆ ਇਹ ਵਾਪਸ ਆਉਣ। ਔਰ ਜੇਕਰ ਬਿੱਲ ਨਹੀਂ ਵਾਪਸ ਹੋ ਰਹੇ ਤਾਂ ਉਸਦੇ ਵਿੱਚ ਸਿਰਫ ਮੋਦੀ ਸਰਕਾਰ ਦੀ ਈਗੋ ਆ, ਉਹਦੀ ਹਉਮੈ ਆ, ਉਹਦਾ ਹੰਕਾਰ ਆ। ਔਰ ਇਹ ਵੀ ਗੱਲਾਂ ਔਨ ਰਿਕਾਰਡ ਨੇ, ਇਹਨਾਂ ਦੀਆਂ ਟ੍ਰਿਬਿਊਨਸ ਦੇ ਵਿੱਚ ਖਬਰਾਂ ਲੱਗ ਚੁੱਕੀਆਂ ਨੇ, ਇਹਨਾਂ ਦੇ ਜਿਹੜੇ ਐਮਪੀਸ ਨੇ ਬੋਲ ਚੁੱਕੇ ਨੇ ਕਿ ਯਾਰ ਜੇ ਅਸੀਂ ਇਹ ਬਿੱਲ ਵਾਪਸ ਕਰਤੇ ਫਿਰ ਤੇ ਸਾਰੇ ਵਾਪਸ ਕਰਾਉਣ ਲਈ ਆ ਜਾਣ। ਮਤਲਬ ਪ੍ਰੋਬਲਮ ਬਿੱਲ ਨੂੰ ਨਹੀਂ ਸਮਝਦੇ ਬਈ, ਉਹ ਪ੍ਰੋਬਲਮ ਇਹ ਸੋਚਦੇ ਨੇ ਕਿ ਜੇਕਰ ਇਹ ਵਾਪਸ ਹੋ ਗਿਆ ਤਾਂ ਫਿਰ ਬਾਕੀ
ਜਿਹੜੇ ਬਿੱਲ ਬਣਨੇ ਨੇ ਜਾਂ ਜਿਹੜੇ ਬਾਕੀ ਇਹਨਾਂ ਨੇ ਮਾੜੀਆਂ ਗੱਲਾਂ ਕਰਨੀਆਂ ਨੇ ਉਹ ਵੀ ਫਿਰ ਵਾਪਸ ਹੋਣ ਦੇ ਲਈ ਲੋਕ ਸੰਘਰਸ਼ ਕਰਨਗੇ। ਸੋ ਪ੍ਰੋਬਲਮ ਉਹਨਾਂ ਦੇ ਈਗੋ ਦੇ ਵਿੱਚ ਆ, ਉਹਨਾਂ ਦੇ ਇੱਕ ਸਿਸਟਮ ਦੇ ਵਿੱਚ ਪ੍ਰੋਬਲਮ ਹੈ, ਨਾ ਕਿ ਇਕੱਲੇ ਬਿਲਸ ਦੇ ਵਿੱਚ। ਸੋ ਮੋਦੀ ਨੂੰ ਆਪਣੀ ਜਿਹੜੀ ਈਗੋ ਆ ਉਹ ਛੱਡਣੀ ਚਾਹੀਦੀ ਆ ਔਰ ਲੋਕਾਂ ਦੇ ਰੋਹ ਦੇ ਸਾਹਮਣੇ ਝੁਕਣਾ ਚਾਹੀਦਾ, ਤਾਂ ਕਿ ਉਹ ਪ੍ਰੂਵ ਕਰ ਸਕੇ ਕਿ ਉਹ ਇੱਕ ਰੀਅਲ ਡੈਮੋਕ੍ਰੇਸੀ ਦਾ ਚਿਹਰਾ ਆ। ਅਦਰਵਾਈਜ਼ ਇਹ ਜਿਹੜਾ ਆ ਇੱਕ ਤਾਨਾਸ਼ਾਹ ਦੇ ਰੂਪ ਦੇ ਵਿੱਚ ਦੁਨੀਆ ਦੇ ਵਿੱਚ ਜਾਣਿਆ ਜਾਵੇਗਾ। ਸੋ ਇੰਨੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਨੂੰ ਲੱਗਦਾ ਹੈ ਕਿ ਕਾਫੀ ਅਸੀਂ ਡੈਪਥ ਦੇ ਵਿੱਚ ਜਾ ਕੇ ਜਿਹੜਾ ਇਨ ਐਕਚੁਅਲ ਉੱਥੇ ਜੋ ਵੀ ਵਾਪਰਿਆ ਉਹਦੇ ਬਾਰੇ ਆਪਾਂ ਦੇਖਿਆ ਸੁਣਿਆ। ਸੋ ਤੁਸੀਂ ਉਹਨੂੰ ਰੂਬਹੂ ਉਸੇ ਤਰ੍ਹਾਂ ਹੀ ਪੇਸ਼ ਕੀਤਾ ਹੈ। ਤੋ ਸਰ ਸਾਡੇ ਕੋਲ ਕੁਝ ਸਵਾਲ ਨੇ, ਸੋ ਅਸੀਂ ਉਹ ਸਵਾਲ 1 ਬਾਈ 1 ਜਿਹੜੇ ਆ ਤੁਹਾਨੂੰ ਪੁੱਛਦੇ ਆ। ਸੋ ਮੈਂ ਸਵਾਲ ਪੜ੍ਹਾਂ ਜੀ? ਜੀ ਜੀ ਜ਼ਰੂਰ ਜੀ ਸਰ, ਜਿਵੇਂ ਆਪਾਂ ਗੱਲ ਕੀਤੀ ਹੈ ਕਿ ਨੌਜਵਾਨ ਜਿਹੜੇ ਨੇ ਇੱਕ ਡਰਾਈਵਿੰਗ ਫੋਰਸ ਦੇ ਤੌਰ ਤੇ ਇਸ ਸਾਰੇ ਐਜੀਟੇਸ਼ਨ ਦੇ ਵਿੱਚ ਰਹੇ ਨੇ। ਹੁਣ ਅਸੀਂ ਵੇਖਦੇ ਹਾਂ ਕਿ ਜਿਵੇਂ ਹਰਿਆਣੇ ਦੇ ਜਾਂ ਉੱਤਰ ਪ੍ਰਦੇਸ਼ ਦੇ ਨੌਜਵਾਨ ਵੀ ਕਾਫੀ ਐਕਟਿਵਲੀ ਇਸ ਸਾਰੇ ਸੰਘਰਸ਼ ਵਿੱਚ ਪਾਰਟਿਸਿਪੇਟ ਕਰ ਰਹੇ ਨੇ। ਤੁਸੀਂ ਇਸ ਜਿਹੜਾ ਨਵਾਂ ਟ੍ਰੈਂਡ ਆਇਆ, ਜਿਵੇਂ ਅਸੀਂ ਕਹਿ ਲਈਏ ਕਿ ਟਿਕੈਤ ਸਾਹਿਬ ਦੇ ਜਿਹੜਾ ਉਹਨਾਂ ਨੇ ਇਮੋਸ਼ਨਲ ਜਿਹੜਾ ਆਪਣਾ ਮੈਸੇਜ ਦਿੱਤਾ ਸੀਗਾ, ਸੋ ਇੱਕ ਤਰ੍ਹਾਂ ਦੇ ਨਾਲ ਇੱਕ ਵੱਡੇ ਹੋਰ ਲਹਿਰ ਜਿਹੜੀ ਹੈ ਖੜੀ ਹੋ ਰਹੀ ਹੈ। ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਕਿਵੇਂ ਜਿਹੜਾ ਅੰਦੋਲਨ ਹੈ ਦੂਸਰੀ ਸਟੇਟ ਦੇ ਵਿੱਚ ਵੀ ਐਂਟਰ ਕਰ ਰਿਹਾ, ਨੌਜਵਾਨ ਐਕਟਿਵਲੀ ਪਾਰਟਿਸਿਪੇਟ ਕਰ ਰਹੇ ਨੇ? ਬਿਲਕੁਲ, ਇਹਦੇ ਵਿੱਚ ਕੋਈ ਦੁਰਾਵਾ ਨਹੀਂ। ਜੇ ਮੈਂ ਪਹਿਲਾਂ ਵੀ ਗੱਲ ਕਿਹਾ ਸੀਗਾ ਕਿ ਜਿਹੜਾ ਐਜੀਟੇਸ਼ਨ ਆ ਉਹ ਮੁੱਖ ਤੌਰ ਦੇ ਉੱਤੇ ਇਹਨਾਂ 3 ਸਟੇਟਸ ਦੇ ਵਿੱਚ ਚੱਲਦਾ ਪਿਆ ਆ ਔਰ ਵੱਡੇ ਪੱਧਰ ਦੇ ਉੱਤੇ ਚੱਲਦਾ ਪਿਆ ਆ। ਪੰਜਾਬ, ਹਰਿਆਣਾ ਤੇ ਯੂਪੀ, ਕੁਝ ਹਿੱਸਾ ਉੱਤਰਾਖੰਡ ਦਾ ਵੀ ਇਸ ਦੇ ਵਿੱਚ ਇਨਵੋਲਵਡ ਆ। ਪਰ ਮੈਂ ਪਿਛਲੇ ਦਿਨੀ ਜਿਹੜਾ ਮੁੰਡਾ ਨਵਰੀਤ ਸ਼ਹੀਦ ਹੋਇਆ, ਮੈਂ ਉਹਦੇ ਭੋਗ ਦੇ ਉੱਤੇ ਜਾ ਕੇ ਆਇਆ ਔਰ ਮੈਂ ਉੱਤਰਾਖੰਡ ਤੇ ਯੂਪੀ ਦਾ ਇੱਕ ਵੱਡਾ ਹਿੱਸਾ ਲੰਘ ਕੇ ਜਿਹੜਾ ਹੈ ਉੱਥੇ ਉਹਨਾਂ ਦੇ ਕੋਲ ਅਸੀਂ ਪਹੁੰਚਿਆ। ਔਰ ਮੈਂ ਇਹਦੇ ਵਿੱਚ ਜੇ ਕਹਿਣਾ ਹੋਵੇ ਤੇ ਕੋਈ ਦੁਰਾਵਾ ਨਹੀਂ ਗਿਆ ਕਿ ਬਾਕੀ ਦਾ ਜਿਹੜਾ ਖਿੱਤਾ ਆ, ਜਿਹੜਾ ਇਨ ਡੈਪਥ ਉੱਤਰਾਖੰਡ ਤੇ ਇਨ ਡੈਪਥ ਜਿਹੜਾ ਯੂਪੀ ਆ, ਉਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਧਰਨੇ ਮੁਜ਼ਾਹਰੇ ਪੰਜਾਬ ਤੇ ਹਰਿਆਣੇ ਦੇ ਵਿੱਚ ਹੋ ਰਹੇ ਨੇ, ਉਸ ਪੱਧਰ ਦੇ ਯੂਪੀ ਤੇ ਉੱਤਰਾਖੰਡ ਦੇ ਵਿੱਚ ਨਹੀਂ ਹੈਗੇ ਉੱਥੇ। ਕਿਉਂਕਿ ਉਹਨਾਂ ਦੀ ਇੱਕ ਪ੍ਰੋਬਲਮ ਯੂਪੀ ਦੀ ਜਿਹੜੀ ਆ ਉਹ ਇਹ ਆ ਕਿ ਉੱਥੇ ਦੀ ਜਿਹੜੇ ਲੋਕ ਨੇ, ਉਹ ਪਹਿਲੀ ਗੱਲ ਤੇ ਇਹ ਆ ਕਿ ਉਹਨਾਂ ਦਾ ਜਿਹੜਾ ਪੇਂਡੂ ਵਰਗ ਆ ਉਹ ਇੰਨਾ ਜ਼ਿਆਦਾ ਐਜੂਕੇਟ ਨਹੀਂ ਗਾ, ਉਹ ਪੜ੍ਹਿਆ ਲਿਖਿਆ ਨਹੀਂ ਹੈਗਾ ਇਹਨਾਂ। ਔਰ ਅੱਜ ਵੀ ਉੱਥੇ ਦੇ ਜਿਹੜੇ ਪਿੰਡ ਨੇ ਕੋਈ ਬਹੁਤੇ ਵਧੀਆ ਕੰਡੀਸ਼ਨਸ ਦੇ ਵਿੱਚ ਨਹੀਂ ਹੈਗੇ। ਔਰ ਉੱਥੇ ਦੇ ਜਿਹੜੇ ਦੂਸਰੀ ਗੱਲ, ਜਿਹੜਾ ਉੱਥੇ ਗੰਨਾ ਜਿਹੜਾ ਆ ਬਹੁਤ ਜ਼ਿਆਦਾ ਪੈਦਾਵਾਰ ਹੁੰਦੀ ਆ ਔਰ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਲੋਕ ਆਪਣਾ ਉਹ ਗੰਨਾ ਸਾਂਭਣ ਦੇ ਲਈ ਜਿਹੜਾ ਉਹ ਲੱਗੇ ਹੋਏ ਨੇ, ਇਸ ਕਰਕੇ ਬਹੁਤੇ ਵੱਡੇ ਐਜੀਟੇਸ਼ਨਸ ਨਹੀਂ ਹੋ ਰਹੇ। ਹਾਂ, ਜਦੋਂ ਤੋਂ ਟਿਕੈਤ ਸਾਹਿਬ ਦੇ ਉਹ ਹੰਝੂਆਂ ਦੀ ਗੱਲ ਆਈ ਆ, ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਆ ਕੁਝ ਬਹੁਤ ਵੱਡੀਆਂ ਮਹਾਪੰਚਾਇਤ ਜਿਹੜੀ ਆ ਉਹ ਯੂਪੀ ਦੇ ਵਿੱਚ ਹੋਈਆਂ ਆ। ਤੇ ਈਵਨ ਜਦੋਂ ਅਸੀਂ ਗਏ ਆ ਉਸ ਤੋਂ 1-2 ਦਿਨ ਪਹਿਲਾਂ ਸ਼ਾਮਲੀ ਦੇ ਵਿੱਚ ਵੀ ਬਹੁਤ ਵੱਡੀ ਜਿਹੜੀ ਆ ਮਹਾਪੰਚਾਇਤ ਹੋ ਕੇ ਹਟੀ ਸੀ, ਉਹਦੇ ਬੈਨਰਸ ਵੀ ਉੱਥੇ ਅਜੇ ਵੀ ਲੱਗੇ ਹੋਏ ਸੀ। ਸੋ ਨੌਜਵਾਨ ਆ ਰਹੇ ਨੇ, ਬਹੁਤ ਵੱਡੇ ਪੱਧਰ ਦੇ ਉੱਤੇ ਆ ਰਹੇ ਨੇ ਇਹਨਾਂ ਸਟੇਟਸ ਦੇ ਵਿੱਚ। ਪਰ ਉਸ ਦੇ ਬਾਵਜੂਦ ਜਿਹੜੀ ਮੈਂ ਗੱਲ ਕਰਨੀ ਚਾਹ ਰਿਹਾ ਸੀ ਇਹ ਸੀ ਕਿ ਉੱਤਰਾਖੰਡ ਦਾ ਜਿਹੜਾ ਹਿੱਸਾ ਆ ਬੜੀ ਫਰਟਾਈਲ ਲੈਂਡ ਆ। ਉਹਨਾਂ ਦੇ ਕੋਲ ਵੀ ਜਿੰਨੀ ਖੇਤੀ ਹੁੰਦੀ ਆ ਚੋਟੀ ਦੇ ਪੱਧਰ ਦੀ ਹੁੰਦੀ ਆ। ਜਿਵੇਂ ਤੁਸੀਂ ਉੱਤਰਾਖੰਡ 'ਚ ਜਾਓ, ਜਿਹੜੀ ਉੱਥੇ ਜਿੰਨੇ ਏਰੀਆ ਦੇ ਵਿੱਚ ਖੇਤੀ ਹੁੰਦੀ, ਬੰਦਾ ਅੱਖੀਂ ਵੇਖ ਕੇ ਕਹਿ ਸਕਦਾ ਕਿ ਸ਼ਾਇਦ ਇੱਥੇ ਪੰਜਾਬ ਨਾਲੋਂ ਵੀ ਜ਼ਿਆਦਾ ਪੈਦਾਵਾਰ ਹੁੰਦੀ ਹੋਵੇ ਜਿੰਨੀ ਉੱਥੇ ਦੀ ਫਰਟਾਈਲ ਲੈਂਡ ਹੈ ਔਰ ਜਿਸ ਤਰੀਕੇ ਨਾਲ ਹੁੰਦਾ ਆ। ਪਰ ਉੱਥੇ ਵੀ ਜਿਹੜੀ ਉਹ ਲੈਂਡ ਹੋਲਡਰਸ ਨੇ, ਉਹ ਬਹੁਤਾਤ ਲੋਕ ਉਹ ਨੇ ਜਿਹੜੇ ਜਾਂ ਤੇ ਪੰਜਾਬ ਦੇ ਵਿੱਚ ਗਏ ਹੋਏ ਨੇ, ਜਾਂ ਇਹ ਕਹਿਣਾ ਹੋਵੇ ਕਿ ਸਿੱਖੀ ਦੀ ਬੈਕਗਰਾਉਂਡ ਦੇ ਨਾਲ ਜਾਂ ਸਿੱਖ ਪਰਿਵਾਰਾਂ ਦੇ ਨਾਲ ਜਾਂ ਪੰਜਾਬ ਦੇ ਪਰਿਵਾਰਾਂ ਦੇ ਨਾਲ ਰਿਲੇਟਡ ਨੇ। ਇਹ ਵੀ ਇੱਕ ਰਿਐਲਿਟੀ ਹੈ। ਜਿਹੜਾ ਉੱਥੇ ਦਾ ਲੋਕਲ ਲੈਂਡ ਹੋਲਡਰ ਆ ਉਹ ਬਹੁਤ ਥੋੜਾ ਆ, ਜਾਂ ਜੋ ਹੈਗਾ ਤੇ ਛੋਟੇ ਛੋਟੇ ਨੇ। ਜਿਹੜੇ ਵੱਡੇ ਲੈਂਡ ਹੋਲਡਰਸ ਨੇ ਉਹ ਜਿਹੜੇ ਲੋਕ ਨੇ ਔਰ ਉਹ ਐਜੀਟੇਸ਼ਨ ਦੇ ਵਿੱਚ ਵੱਧ ਚੜ ਕੇ ਹਿੱਸਾ ਪਾ ਰਹੇ ਨੇ। ਸੋ ਚਾਹੇ ਉਹ ਕੋਈ ਵੀ ਹੋਵੇ, ਮੈਂ ਗੱਲ ਜਿਹੜੀ ਉਹ ਸੀਮਤ ਕਰਾਂ ਆਪਣੀ, ਕਿ ਚਾਹੇ ਉਹ ਉੱਥੇ ਦਾ ਲੋਕਲ ਹੋਵੇ ਜਾਂ ਜਿਹੜੇ ਇੱਧਰੋਂ ਜਾ ਕੇ ਉੱਧਰ ਵਸੇ ਨੇ, ਇਹਦੇ ਵਿੱਚ ਕੋਈ ਦੁਰਾਵਾ ਨਹੀਂ। ਉਹ ਐਜੀਟੇਸ਼ਨ ਦੇ ਵਿੱਚ ਆ ਰਹੇ ਨੇ ਔਰ ਉਹਨਾਂ ਨੂੰ ਆਉਣਾ ਵੀ ਚਾਹੀਦਾ ਔਰ ਬਾਕੀ ਸਟੇਟਸ ਨੂੰ ਵੀ ਆਉਣਾ ਚਾਹੀਦਾ ਆ। ਇਹ ਇਕੱਲੀ ਜਿਹੜੀ ਲੜਾਈ ਆ ਉਹ ਪੰਜਾਬ ਹਰਿਆਣੇ ਦੀ ਜਾਂ ਯੂਪੀ ਦੀ ਨਹੀਂ ਹੈਗੀ। ਬੇਸ਼ੱਕ ਪੰਜਾਬ ਤੇ ਹਰਿਆਣੇ ਦਾ ਇਹਦੇ ਵਿੱਚ ਇੱਕ ਪੋਲੀਟੀਕਲ ਰੋਲ ਵੀ ਆ, ਜਿਹਦੇ ਕਾਰਨ ਪੰਜਾਬ ਨੂੰ ਤੇ ਹਰਿਆਣੇ ਨੂੰ ਅਜੇ ਤੱਕ ਸ਼ਾਇਦ MSP ਮਿਲਦੀ ਰਹੀ ਆ। ਕੋਈ ਸ਼ਾਇਦ ਇਹ ਕਹਿ ਸਕਦਾ ਹੈ ਕਿ ਪੰਜਾਬ ਦੇ ਨਾਲ ਪਿਆਰ ਆ ਉਹਨਾਂ ਨੂੰ ਜਾਂ ਇੱਦਾਂ ਦੀ ਕੋਈ ਗੱਲ ਨਹੀਂ ਗੀ। ਇੱਕ ਪੋਲੀਟੀਕਲ ਰੀਜ਼ਨਸ ਦੇ ਰਾਹੀਂ ਹੀ ਪੰਜਾਬ ਨੂੰ ਅਜੇ ਤੱਕ MSP ਮਿਲਦੀ ਰਹੀ ਆ। ਔਰ ਜੇਕਰ ਯੂਪੀ ਜਾਂ ਉੱਤਰਾਖੰਡ ਜਾਂ ਦੂਜੀਆਂ ਸਟੇਟਸ ਦੇ ਵਿੱਚ ਜਾਂ ਬਿਹਾਰ ਦੇ ਵਿੱਚ ਨਹੀਂ ਮਿਲ ਰਹੀ ਤਾਂ ਉਹਦਾ ਇੱਕ ਇਹ ਪੋਲੀਟੀਕਲ ਰੀਜ਼ਨ ਵੀ ਹੈਗਾ। ਉਹ ਅਸੀਂ ਇੱਥੇ ਡਿਸਕਸ ਨਹੀਂ ਕਰ ਰਹੇ। ਪਰ ਜੇ ਉਹ ਨੌਜਵਾਨ ਆ ਰਹੇ ਨੇ ਤੇ ਇੱਕ ਸ਼ਲਾਘਾਯੋਗ ਕਦਮ ਹੈ। ਔਰ ਜੇ ਇਨ ਫਿਊਚਰ ਇੱਕ ਪ੍ਰੈਸ਼ਰ ਦੇ ਤੌਰ ਦੇ ਉੱਤੇ ਸਰਕਾਰ ਇਸ ਨੂੰ ਵੇਖੇ, ਕਿਉਂਕਿ ਯੂਪੀ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਆ, ਹਰਿਆਣੇ ਦੇ ਵਿੱਚ ਭਾਜਪਾ ਦੀ ਸਰਕਾਰ ਆ, ਪਰ ਹਰਿਆਣੇ ਦੇ ਲੋਕਾਂ ਨੇ ਜਿਸ ਧੜੱਲੇ ਦੇ ਨਾਲ ਔਰ ਜਿੰਨੇ ਜ਼ੋਰ ਦੇ ਨਾਲ ਭਾਜਪਾ ਦੀ ਸਰਕਾਰ ਨੂੰ ਨਕਾਰਿਆ ਆ,
ਉਹ ਵੀ ਇੱਕ ਸ਼ਲਾਘਾਯੋਗ ਕਦਮ ਹੈ। ਔਰ ਯੂਪੀ ਦੇ ਵਿੱਚ ਅਜੇ ਲੋਕ ਉਹਨੇ ਵੱਡੇ ਪੱਧਰ ਤੇ ਨਹੀਂ ਉੱਠੇ। ਉਹਦਾ ਇੱਕ ਇਹ ਵੀ ਕਾਰਨ ਆ ਕਿ ਜਿਸ ਤਰੀਕੇ ਨਾਲ ਭਾਜਪਾ ਸਰਕਾਰ ਜਦੋਂ ਦੀ ਹੋਂਦ 'ਚ ਆਈ ਆ, ਉਦੋਂ ਤੋਂ ਲੈ ਕੇ ਅਜੇ ਤੱਕ ਜਿਸ ਤਰੀਕੇ ਨਾਲ ਉਹਨੇ ਯੂਪੀ ਦੇ ਲੋਕਾਂ ਨੂੰ ਲਤਾੜਿਆ ਆ, ਖਾਸ ਤੌਰ ਦੇ ਉੱਤੇ ਦਲਿਤ ਵਰਗ ਦੇ ਨਾਲ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਉੱਥੇ ਡੀਲ ਕੀਤਾ ਆ ਔਰ ਵੱਡੇ ਪੱਧਰ ਦੇ ਉੱਤੇ ਉਹਨਾਂ ਨੂੰ ਦਬਾਇਆ ਆ, ਉਹ ਵੀ ਇੱਕ ਡਰ ਤੇ ਸਹਿਮ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਹੋ ਸਕਦਾ ਹੈ, ਜਿਹਦੇ ਕਾਰਨ ਉਹ ਨਹੀਂ ਆ ਰਹੇ, ਪਰ ਉਹਨਾਂ ਨੂੰ ਆਉਣਾ ਚਾਹੀਦਾ। ਜੀ ਸਰ, ਜਿਵੇਂ ਅਸੀਂ ਤੁਹਾਡਾ ਜਿਹੜਾ ਸਾਰਾ ਇਹ ਸੁਣਿਆ ਹੈਗਾ, ਵਿਚਾਰ ਸੁਣੇ ਨੇ, ਤੇ ਇੱਕ ਵੱਖਰੀ ਕਿਸਮ ਦੀ ਇੱਕ ਜਿਹੜੀ ਦੂਸਰੀ ਸਾਈਡ ਜਿਹੜੀ ਕਿ ਮੀਡੀਆ ਕਵਰ ਨਹੀਂ ਕਰ ਰਿਹਾ, ਜਾਂ ਸੋਸ਼ਲ ਮੀਡੀਆ ਤੇ ਵੀ ਜਿਹਨੂੰ ਇੰਨਾ ਜ਼ਿਆਦਾ ਜਿਹਨੂੰ ਸਰਕੂਲੇਟ ਨਹੀਂ ਕੀਤਾ ਜਾ ਰਿਹਾ, ਕਿ ਨੌਜਵਾਨ ਜਿਹੜੇ ਨੇ ਉਹਨਾਂ ਦਾ ਯੋਗਦਾਨ ਵੀ ਬੜਾ ਰਿਹਾ ਹੈ, ਤੇ ਨੌਜਵਾਨਾਂ ਨੇ ਆਪਣੀ ਮਿਹਨਤ ਪੂਰੀ ਕੀਤੀ ਹੈ, ਸੇਵਾ ਵੀ ਕੀਤੀ ਹੈ। ਸੋ ਕਿਤੇ ਨਾ ਕਿਤੇ ਉਹਨਾਂ ਨੂੰ ਸਾਈਡਲਾਈਨ ਜਿੱਦਾਂ ਕਰਨ ਦੀ ਗੱਲ ਕਹਿ ਰਹੇ ਆ, ਜਾਂ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਬਦਨਾਮ ਕਰਨ ਦੀ ਕੋਸ਼ਿਸ਼, ਜਿਹੜਾ 26 ਦਾ ਇਨਸੀਡੈਂਟ ਜਿਹੜਾ ਸਾਡੇ ਸਾਹਮਣੇ ਆਇਆ ਸੀ ਲਾਲ ਕਿਲੇ ਵਾਲਾ। ਸੋ ਸਰ, ਇੱਥੇ ਇੱਕ ਸਾਡੇ ਕੋਲ ਕੁਐਸਚਨ ਹੈ ਕਿ ਜਿਵੇਂ ਇੱਕ ਟਰੈਪ ਦੇ ਵਿੱਚ ਫਸ ਗਏ ਸੀ ਨੌਜਵਾਨ, ਕੀ ਤੁਸੀਂ ਵੇਖਦੇ ਹੋ ਕਿ ਉਹ ਟਰੈਪ ਸੀ ਪੁਲਿਸ ਵੱਲੋਂ, ਜਾਂ ਕੋਆਰਡੀਨੇਸ਼ਨ ਦੀ ਕਮੀ ਰਹਿ ਗਈ ਹੈ, ਜਾਂ ਕਿਤੇ ਨਾ ਕਿਤੇ ਜਿਹੜੇ ਨੌਜਵਾਨ ਸੀ ਉਹਨਾਂ ਦੇ ਵਿੱਚ ਕੁਝ ਇਹੋ ਜਿਹੇ ਅਨਸਰ ਆ ਗਏ ਸੀ ਜਿਨ੍ਹਾਂ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਮੋਟੀਵੇਟ ਕੀਤਾ ਤੇ ਉਹ ਇਹ ਸਾਰੇ ਜਿਹੜੇ ਘਟਨਾਕ੍ਰਮ ਦੇ ਵਿੱਚ ਸ਼ਾਮਲ ਹੋਏ? ਤੁਸੀਂ ਇਸ ਲਾਲ ਕਿਲੇ ਵਾਲੇ ਇਨਸੀਡੈਂਟਸ ਨੂੰ ਕਿਵੇਂ ਵੇਖਦੇ ਹੋ? ਦੇਖੋ, ਇਹ ਸਾਰੀਆਂ ਘਟਨਾਵਾਂ ਬੜੀ ਕੰਪਲੈਕਸ ਜੀ ਸਿਚੁਏਸ਼ਨ ਦੇ ਵਿੱਚ ਵਾਪਰੀਆਂ ਨੇ। ਸਿਰਫ ਇੱਕ ਜਾਂ ਦੋ ਫੈਕਟ ਨਹੀਂਗਾ ਜਿਹਦੇ ਨਾਲ ਨੌਜਵਾਨ ਲਾਲ ਕਿਲੇ ਦੇ ਉੱਤੇ ਚਲੇ ਗਏ ਨੇ, ਸਾਰੀਆਂ ਚੀਜ਼ਾਂ ਮਿਕਸ ਹੋਈਆਂ ਨੇ। ਜੇਕਰ ਸਭ ਤੋਂ ਪਹਿਲੀ ਗੱਲ ਕਰਨੀ ਹੋਵੇ, ਉਹਦੇ ਵਿੱਚ ਇਹ ਸੀ ਕਿ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਾਹਿਬਾਨ ਆ, ਉਹਨਾਂ ਨੇ ਜਿਸ ਤਰੀਕੇ ਦੇ ਨਾਲ ਲਚਕ ਦਿਖਾ ਲਈ ਸਰਕਾਰ ਦੇ ਸਾਹਮਣੇ ਆਪਣਾ ਪ੍ਰੋਗਰਾਮ ਦੇਣ ਤੋਂ ਬਾਅਦ, ਔਰ ਸਰਕਾਰ ਤੇ ਪ੍ਰੈਸ਼ਰ ਬਿਲਡ ਕਰਨ ਦੇ ਵਿੱਚ ਇੱਕ ਵਾਰੀ ਪੂਰੇ ਕਾਮਯਾਬ ਹੋਏ, ਔਰ ਬਾਅਦ ਵਿੱਚ ਜਦੋਂ ਲਚਕ ਦਿਖਾਉਣੀ ਸ਼ੁਰੂ ਹੋਈ ਔਰ ਜਦੋਂ ਸਰਕਾਰ ਦਾ ਪ੍ਰੈਸ਼ਰ ਇਹ ਆਪਣੇ ਉੱਤੇ ਝੱਲਣੇ ਸ਼ੁਰੂ ਹੋਏ, ਔਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਗੱਲ ਹੋਈ ਆ, ਉਹਦੇ 'ਚ ਸਰਕਾਰ ਨੇ ਵੀ ਫਾਇਦਾ ਚੁੱਕਿਆ ਆ। ਕਿਉਂਕਿ ਜਦੋਂ ਉਹਨਾਂ ਦੇ ਵਿੱਚ ਲਚਕ ਆਈ ਸਰਕਾਰ ਦੇ ਵਿੱਚ, ਕਿਉਂਕਿ ਮੈਂ ਜਿਹੜੀ ਗੱਲ ਮੈਂ ਪਹਿਲਾਂ ਕਹਿ ਚੁੱਕਾ ਕਿ 20 ਦਿਨ ਪੂਰਾ ਮਾਹੌਲ ਬਣਿਆ ਕਿ ਅਸੀਂ ਦਿੱਲੀ ਜਾਣਾ ਆ। ਜੀ, ਸਟੇਜਿਸ ਤੋਂ ਗੱਲਾਂ ਆਈਆਂ ਨੇ, ਇਹ ਕੋਈ ਨੌਜਵਾਨਾਂ ਨੇ ਨਹੀਂ ਕੀਤੀਆਂ, ਇਹ ਜ਼ਿੰਮੇਵਾਰ ਆਗੂਆਂ ਨੇ ਕੀਤੀਆਂ ਨੇ। ਔਰ ਜਦੋਂ ਉਹ ਮਾਹੌਲ ਬਣ ਗਿਆ ਪੰਜਾਬ ਦੇ ਵਿੱਚ, ਜਿਵੇਂ ਪਹਿਲਾਂ ਮੈਂ ਕਿਹਾ ਸੀ ਕਿ ਜਿੱਦਾਂ ਦਿੱਲੀ ਜਾਣ ਦਾ ਬਣਿਆ ਸੀ, ਇੱਦਾਂ ਹੀ ਦਿੱਲੀ ਦੇ ਵਿੱਚ ਜਾਣ ਦਾ ਜਦੋਂ ਮਾਹੌਲ ਨੌਜਵਾਨਾਂ ਦੇ ਵਿੱਚ ਬਣਿਆ, ਤੇ ਸਰਕਾਰ ਦੀ ਵੀ ਆਪਣੀ ਇੰਟੈਲੀਜੈਂਸ ਹੁੰਦੀ ਆ। ਉਹਨੇ ਜਦੋਂ ਇਹ ਮਹਿਸੂਸ ਕੀਤਾ ਹੋਵੇਗਾ ਕਿ ਹੁਣ ਜਿਹੜਾ ਨੌਜਵਾਨ ਆ ਉਹ ਤੇ ਦਿੱਲੀ ਜਾਣ ਲਈ ਤਿਆਰ ਬੈਠਾ ਆ, ਪਰ ਆਗੂ ਬੈਕਫੁੱਟ ਦੇ ਉੱਤੇ ਹੋ ਚੁੱਕੇ ਨੇ, ਆਗੂ ਨਹੀਂ ਜਾ ਰਹੇ, ਤੇ ਇਹ ਵੀ ਇੱਕ ਪੋਸੀਬਿਲਿਟੀ ਹੈ ਕਿ ਸਰਕਾਰ ਨੇ ਆਪਣਾ ਵੀ ਇੱਕ ਸਿੱਟਾ ਜਾਂ ਆਪਣਾ ਇੱਕ ਪੱਤਾ ਜਿਹੜਾ ਆ ਉਹ ਖੇਡਿਆ ਆ, ਔਰ ਉਹਨਾਂ ਨੇ ਜਿਹੜਾ ਆ ਉਹਨਾਂ ਜ਼ਿਆਦਾ ਰਿਟੈਲੀਏਸ਼ਨ ਨਹੀਂ ਕੀਤੀ ਕਿ ਨੌਜਵਾਨਾਂ ਨੂੰ ਡੱਕਿਆ ਜਾਵੇ। ਈਵਨ ਉੱਥੇ ਬੇਸ਼ੱਕ 4-5 ਬੈਰੀਕੇਡਿੰਗ ਹੋਈਆਂ ਸੀ। ਇਹ ਨਹੀਂ ਤੁਸੀਂ ਕਹਿ ਸਕਦੇ ਕਿ ਸਿਰਫ ਨੌਜਵਾਨ ਰਿੰਗ ਰੋਡ ਦੇ ਉੱਤੇ ਚੜੇ ਤੇ ਸਿੱਧਾ ਲਾਲ ਕਿਲੇ ਜਾ ਕੇ ਪਹੁੰਚ ਗਏ। ਉੱਥੇ ਅਥਰੂ ਗੈਸ ਦੇ ਗੋਲੇ ਵੀ ਚੱਲੇ ਨੇ। ਉਹ ਗੱਲ ਵੱਖਰੀ ਆ ਕਿ ਇਸ ਵਾਰ ਫੇਰ ਉਸੇ ਤਰੀਕੇ ਨਾਲ ਪੁਲਿਸ ਨੂੰ ਭਾਰੀ ਪੈ ਗਏ ਅਥਰੂ ਗੈਸ ਦੇ ਗੋਲੇ, ਕਿਉਂਕਿ ਜਿਹੜੀ ਹਵਾ ਸੀਗੀ ਉਹ ਉਧਰ ਦੀ ਸੀ ਜਿੱਧਰ ਪੁਲਿਸ ਹੁੰਦੀ। ਉਹ ਜਦੋਂ ਗੋਲਾ ਛੱਡਦੇ ਸੀ ਤੇ ਹਵਾ ਉਧਰ ਨੂੰ ਚਲੇ ਜਾਂਦੇ ਸੀ, ਉਹਨਾਂ ਨੂੰ ਬੰਦ ਕਰਨਾ ਪੈਂਦਾ ਸੀ। ਲਾਠੀ ਚਾਰਜ ਵੀ ਹੋਇਆ, ਨੌਜਵਾਨਾਂ ਦੇ ਗੁੱਟ ਵੀ ਟੁੱਟੇ ਨੇ, ਕਈਆਂ ਦੇ ਸੱਟਾਂ ਵੀ ਲੱਗੀਆਂ ਨੇ। ਔਰ ਉਹ ਸਾਰੀਆਂ ਚੀਜ਼ਾਂ ਸਿਰਫ ਲਾਲ ਕਿਲੇ ਜਾ ਕੇ ਨਹੀਂ ਵਾਪਰੀਆਂ, ਉਹ ਲਾਲ ਕਿਲੇ ਤੋਂ ਪਹਿਲਾਂ ਵੀ ਵਾਪਰੀਆਂ ਨੇ। ਜਿਹੜਾ ਨਵਰੀਤ ਮੁੰਡਾ ਸ਼ਹੀਦ ਹੋਇਆ ਉਹ ਬੈਰੀਕੇਡਿੰਗ ਦੇ ਉੱਤੇ ਸ਼ਹੀਦ ਹੋਇਆ, ਉਹ ਲਾਲ ਕਿਲੇ ਨਹੀਂ ਪਹੁੰਚਿਆ। ਸੋ ਇਹਦੇ ਵਿੱਚ ਪਰ ਜਿੱਡੇ ਵੱਡੇ ਪੱਧਰ ਦੇ ਉੱਤੇ ਪੁਲਿਸ ਨੂੰ ਰੋਕਣਾ ਚਾਹੀਦਾ ਸੀ, ਉਹਨਾਂ ਨਹੀਂ ਰੋਕਿਆ, ਇਹਦੇ ਵਿੱਚ ਕੋਈ ਦੋਰਾਮਾ ਨਹੀਂ। ਪਰ ਜੇਕਰ ਐਟ ਲਾਸਟ ਜੇ ਉਸ ਚੀਜ਼ ਨੂੰ ਕੈਸ਼ ਕਰਨਾ ਹੁੰਦਾ, ਜੇਕਰ ਕਿਸਾਨ ਆਗੂਆਂ ਨੇ ਉਸ ਪ੍ਰੈਸ਼ਰ ਨੂੰ ਬਿਲਡ ਕਰਕੇ ਰੱਖਿਆ ਹੁੰਦਾ ਸਰਕਾਰ ਦੇ ਉੱਤੇ, ਤੇ ਸ਼ਾਇਦ ਉਸ ਦਾ ਹੱਲ ਕੁਝ ਹੋਰ ਹੁੰਦਾ। ਪਰ ਜਦੋਂ ਉਹਨਾਂ ਵੇਖਿਆ ਕਿ ਆਗੂ ਬੈਕਫੁੱਟ ਤੇ ਚਲੇ ਗਏ ਨੇ, ਨੌਜਵਾਨ ਆਉਣ ਦੇ ਲਈ ਤਿਆਰ ਹੈ, ਤੇ ਉਹਨਾਂ ਨੇ ਆਪਣੇ ਪੱਖ ਦੇ ਵਿੱਚ ਉਹਨੂੰ ਭੁਗਤਾਇਆ। ਨੌਜਵਾਨਾਂ ਨੂੰ ਖੁੱਲ੍ਹ ਵੀ ਦਿੱਤੀ ਕਿ ਉਹ ਲਾਲ ਕਿਲੇ ਆ ਜਾਣ। ਔਰ ਜਦੋਂ ਆਏ ਨੇ ਤੇ ਉਹ 3-4 ਦਿਨ ਪੂਰਾ ਨੈਸ਼ਨਲ ਮੀਡੀਆ ਦੇ ਉੱਤੇ ਮੂਵਮੈਂਟ ਨੂੰ ਡਿਸਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਔਰ ਈਵਨ ਨੌਜਵਾਨਾਂ ਨੂੰ ਵੀ ਡਿਸਆਨ ਕੀਤਾ ਗਿਆ ਆ। ਉਹ ਕੀਤਾ ਵੀ ਕਿਸਾਨ ਜਥੇਬੰਦੀਆਂ ਵੱਲੋਂ ਗਿਆ ਆ, ਉਹ ਮਾੜੀ ਗੱਲ ਸੀ ਜੀ। ਲੋਕਲ ਜਿਹੜਾ ਨੈਸ਼ਨਲ ਮੀਡੀਆ ਆ ਉਹ ਡਿਸਆਨ ਕਰਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਜਿਹੜੇ ਮੂਵਮੈਂਟ ਨੂੰ ਲੀਡ ਕਰ ਰਹੇ ਨੇ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਜਦੋਂ ਏਡੀਆਂ ਵੱਡੀਆਂ ਮੂਵਮੈਂਟਸ ਚੱਲਦੀਆਂ ਹੋਣ, ਉਸ ਦੇ ਵਿੱਚ ਨੌਜਵਾਨਾਂ ਦੇ ਅਜਿਹੇ ਕਦਮ ਜਾਂ ਅਜਿਹੇ ਐਕਸ਼ਨਸ ਹੁੰਦੇ ਹੀ ਹੁੰਦੇ ਆ। ਤੁਸੀਂ ਜਿਹੜੀ ਇੰਡੀਆ ਦੀ ਈਵਨ ਅਸੀਂ ਫਰੀडम ਜਿਹੜੀ ਮੂਵਮੈਂਟ ਚੱਲੀ ਆ, ਤੁਸੀਂ ਉਸ ਦੇ ਵਿੱਚ ਅਸੀਂ ਭਗਤ ਸਿੰਘ ਨੂੰ ਇੱਕ ਨੌਜਵਾਨ ਦੇ ਤੌਰ ਤੇ ਵੇਖ ਸਕਦੇ ਹਾਂ। ਪਰ ਜਿਹੜੇ ਲੋਕ ਹਿਸਟਰੀ ਤੋਂ ਜਾਣੂ ਨੇ ਔਰ ਭਗਤ ਸਿੰਘ ਦੀ ਜੀਵਨੀ ਨੂੰ ਪੜ੍ਹਿਆ ਜਾਂ ਉਹਦੀਆਂ ਮੂਵਮੈਂਟਸ ਨੂੰ ਪੜ੍ਹਿਆ ਆ, ਉਹ ਇਹ ਗੱਲਾਂ ਬਖੂਬੀ ਜਾਣਦੇ ਆ ਕਿ ਬਹੁਤ ਜਗ੍ਹਾ ਦੇ ਉੱਤੇ ਭਗਤ ਸਿੰਘ ਵੀ ਈਵਨ ਐਕਸ਼ਨ ਜਿਹੜਾ ਆ ਉਹ ਗਲਤ ਕਰ ਚੁੱਕਿਆ ਸੀ, ਪਰ ਉਸ ਨੂੰ ਕਿਤੇ ਵੀ ਮੂਵਮੈਂਟ ਦੇ ਵਿੱਚ ਅੱਜ ਤੱਕ ਅਸੀਂ ਡਿਸਆਨ ਨਹੀਂ ਕੀਤਾ। ਅਸੀਂ ਉਹਨੂੰ ਜਸਟੀਫਾਈ ਕੀਤਾ ਹੈ ਕਿ ਜੋ ਵੀ ਉਹਨੇ ਕੀਤਾ ਸਰਕਾਰ ਦੇ ਖਿਲਾਫ ਕੀਤਾ ਸੀ, ਠੀਕ ਕੀਤਾ ਸੀ।
ਇਹ ਜਿਹੜਾ ਲਾਹੌਰ ਵਾਲਾ ਇਨਸੀਡੈਂਟ ਆ ਉਹ ਇੱਕ ਪ੍ਰਮੁੱਖ ਇਨਸੀਡੈਂਟ ਹੈ ਕਿ ਜਿਸ ਬੰਦੇ ਨੂੰ ਮਾਰਨਾ ਸੀ ਉਹ ਨਹੀਂ ਮਰਿਆ ਤੇ ਕੋਈ ਹੋਰ ਮਰ ਗਿਆ, ਔਰ ਉਹਦੇ ਵਿੱਚ ਇੱਕ ਲੋਕਲ ਸਿਪਾਹੀ ਵੀ ਮਰਿਆ ਸੀ, ਪਰ ਉਸ ਨੂੰ ਅਸੀਂ ਡਿਸਾਊਂਡ ਨਹੀਂ ਕੀਤਾ ਅੱਜ ਤੱਕ। ਸੋ ਇਸੇ ਤਰੀਕੇ ਨਾਲ ਆਗੂਆਂ ਨੂੰ ਵੀ ਇੱਥੇ ਇਸ ਇਨਸੀਡੈਂਟ ਨੂੰ ਜਿਹੜੇ ਨੌਜਵਾਨ ਆ ਉਹਨਾਂ ਨੂੰ ਡਿਸਾਊਂਡ ਨਹੀਂ ਸੀ ਕਰਨਾ ਚਾਹੀਦਾ, ਉਹਨਾਂ ਨੂੰ ਆਪਣੇ ਪਾਲੇ ਦੇ ਵਿੱਚ ਰੱਖਣਾ ਚਾਹੀਦਾ ਸੀ, ਬਜਾਏ ਇਸ ਦੇ ਕਿ ਉਹਨੂੰ ਸਰਕਾਰ ਦੇ ਪਾਲੇ 'ਚ ਪਾ ਦਿੱਤਾ ਜਾ ਗਿਆ ਕਿ ਜੀ ਇਹ ਤਾਂ ਸਾਰੇ ਬੀਜੇਪੀ ਦੇ ਨੇ। ਕੁਝ ਹਿੱਸਾ ਜ਼ਰੂਰ ਉਹਦੇ ਵਿੱਚ ਹੋ ਸਕਦਾ ਹੈ, ਪਰ ਜਿਸ ਤਰੀਕੇ ਨਾਲ ਪ੍ਰਚਾਰਿਆ ਗਿਆ ਔਰ ਇੱਕ ਦੋ ਬੰਦੇ ਦੇ ਉੱਤੇ ਗੱਲ ਸੁੱਟੀ ਗਈ ਆ ਉਹ ਸਰਾਸਰ ਝੂਠ ਹੈ। ਉੱਦਾਂ ਦੀ ਕੋਈ ਗੱਲ ਨਹੀਂ ਗੀ। ਨੌਜਵਾਨ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਪਹੁੰਚਿਆ ਸੀਗਾ, 3-4 ਘੰਟੇ ਉੱਥੇ ਰਿਹਾ ਆ ਲਗਾਤਾਰ, ਔਰ ਉਹਨਾਂ ਨੇ ਆਗੂਆਂ ਦਾ ਜੋ ਵੀ ਕੀਤਾ ਆ ਉਹਨਾਂ ਦੀ ਵੇਟ ਵੀ ਕੀਤੀ। ਜਦੋਂ ਨਹੀਂ ਆਏ ਤਾਂ ਨੌਜਵਾਨ ਉੱਥੋਂ ਲਾਲ ਕਿਲ੍ਹੇ 'ਚੋਂ ਬਾਹਰ ਨਿਕਲ ਵੀ ਆਇਆ। ਸੋ ਉਹ ਸਾਰੀ ਜਿਹੜੀ ਚੀਜ਼ ਆ ਉਹ ਮਿਲੀ ਹੋਈ ਚੀਜ਼ ਸਾਰੀ ਮੈਂ ਕਹਾਂਗਾ ਕਿ ਘੁੰਮੀ ਸੀ, ਕੱਲਾ ਸਰਕਾਰ ਦਾ ਹੀ ਯੋਗਦਾਨ ਨਹੀਂ ਸੀ ਕਿ ਤੁਸੀਂ ਇਹ ਕਹੋ ਕਿ ਸਰਕਾਰ ਨੇ ਤੁਹਾਨੂੰ ਚੁੱਕਿਆ ਤੇ ਲਾਲ ਕਿਲ੍ਹੇ ਲੈ ਗਏ ਨੌਜਵਾਨਾਂ ਨੂੰ, ਜਾਂ ਤੁਸੀਂ ਇਹ ਕਹਿ ਦਿਓ ਕਿ ਜੀ ਜਿੰਨੇ ਲਾਲ ਕਿਲ੍ਹੇ ਤੇ ਗਏ ਉਹ ਸਰਕਾਰੀ ਬੰਦੇ ਸੀ ਜਾਂ ਸਰਕਾਰੀ ਅਨਸਰ ਸੀ ਜਾਂ ਸ਼ਰਾਰਤੀ ਅਨਸਰ ਸੀ। ਇੱਦਾਂ ਦੀ ਕੋਈ ਗੱਲ ਨਹੀਂ ਆ। ਇਹ ਸਾਰੀਆਂ ਚੀਜ਼ਾਂ ਮਿਕਸ ਹੋ ਕੇ ਉਹ ਸਾਰਾ ਇਨਸੀਡੈਂਟ ਜਿਹੜਾ ਆ ਉਹ ਵਾਪਰਿਆ ਹੈ। ਜੀ ਸਰ, ਜਿਵੇਂ ਇਹਦੇ ਨਾਲ ਹੀ ਇੱਕ ਜੋ ਮਿਲਦਾ ਜੁਲਦਾ ਕੁਐਸਚਨ ਹੈ ਜਿਹੜਾ ਆਪਣਾ ਲਾਲ ਕਿਲ੍ਹੇ ਵਾਲੀ ਘਟਨਾ, ਉਸ ਤੋਂ ਬਾਅਦ ਜਿਹੜੀਆਂ ਸਾਡੀਆਂ 2 ਆਰਗੇਨਾਈਜੇਸ਼ਨ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਆਈ ਥਿੰਕ ਸਟਾਰਟਿੰਗ ਤੋਂ ਹੀ ਸ਼ਾਇਦ ਨਾਲ ਸੀਗੀਆਂ, ਪਰ ਕਿਤੇ ਨਾ ਕਿਤੇ ਲੀਡਰਸ ਨੇ ਉਹਨਾਂ ਨੂੰ ਸਾਈਡ ਲਾਈਨ ਕਰਤਾ ਜਾਂ ਇਹ ਕਹਿਤਾ ਕਿ ਸਾਡਾ ਪਾਰਟ ਨਹੀਂ ਹੈ, ਇਹਨਾਂ ਨੇ ਸਾਡੇ ਜਿਹੜੇ ਸੰਘਰਸ਼ ਨੂੰ ਬਦਨਾਮ ਕੀਤਾ ਹੈ। ਸੋ ਕਿਵੇਂ ਵੇਖਦੇ ਹੋ ਕਿ ਇਹੋ ਜਿਹੀ ਜਿਹੜੀਆਂ ਸੰਸਥਾਵਾਂ ਨਾਲ ਇਹ ਵਰਤਾਰਾ ਜੋ ਵੀ ਵਾਪਰਿਆ ਇਹ ਠੀਕ ਹੈ? ਤੁਸੀਂ ਥੋੜਾ ਕੁਐਸਚਨ ਇਲੈਬੋਰੇਟ ਕਰ ਸਕਦੇ ਹੋ ਕਿ ਅਸੀਂ ਕਿਹੜੀਆਂ ਸੰਸਥਾਵਾਂ ਦੀ ਗੱਲ ਕਰ ਰਹੇ ਹਾਂ? ਜੀ, ਜਿਵੇਂ ਅਸੀਂ ਪੰਨੂ ਸਾਹਿਬ ਦੀ ਸੰਸਥਾ ਦੀ ਗੱਲ ਕਰ ਰਹੇ ਹਾਂ, ਜਿਹੜੇ ਉੱਥੇ ਸੀਗੇ, ਉਹਨਾਂ ਦੇ ਨਾਲ ਇੱਕ ਹੋਰ ਸੰਸਥਾ ਸੀ, ਜੇ ਕਿਤੇ ਨਾ ਕਿਤੇ ਇਹ ਵੀ ਗੱਲ ਆਈ ਹੈ ਕਿ ਇਹਨਾਂ ਨੇ ਪਲਾਨਿੰਗ ਕੀਤੀ ਹੈ, ਪੁਲਿਸ ਦੇ ਜਿਹੜੇ ਬੰਦੇ ਨੇ ਇਹਨਾਂ ਨੂੰ ਪਹਿਲਾਂ ਰਾਤ ਆ ਕੇ ਮਿਲਦੇ ਨੇ, ਨੌਜਵਾਨਾਂ ਤੇ ਇਹਨਾਂ ਦਾ ਕਾਫੀ ਪ੍ਰਭਾਵ ਸੀ, ਇਸ ਕਰਕੇ ਸਾਰਾ ਘਟਨਾਕ੍ਰਮ ਵਾਪਰਿਆ। ਸੋ ਇਹਨੂੰ ਮੈਂ ਇਹਦੇ ਬਾਰੇ ਗੱਲ ਕਰ ਰਿਹਾ ਸੀ। ਜਿਹੜੀ ਦੇਖੋ ਪੰਨੂ ਸਾਹਿਬ ਹੋਣਾ ਦੀ ਜਿਹੜੀ ਜਥੇਬੰਦੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਉਹ ਜਿਹੜਾ ਗਰੁੱਪ ਆ ਉਹ ਅਸੀਂ ਇਹ ਗੱਲ ਸਮਝੇ ਕਿ ਉਹ 31 ਦੇ ਵਿੱਚ ਨਹੀਂਗਾ। ਜਿਹੜੀ ਇੱਕ 31 ਦੀ ਤੇ 40 ਵਾਲੀ ਗੱਲ ਚੱਲਦੀ ਆ ਨਾ, ਉਹ ਪੰਜਾਬ ਦੀਆਂ 31 ਜਥੇਬੰਦੀਆਂ ਦੇ ਵਿੱਚ ਇਨਵੋਲਵਡ ਨਹੀਂ ਗਏ। ਜਿਹੜਾ 40 ਵਾਲਾ ਗਰੁੱਪ ਆ ਉਹਦੇ ਵਿੱਚ ਉਹਨਾਂ ਦਾ ਨਾਮ ਹੈ ਜਿਹੜੇ ਕੁੱਲ ਮਿਲਾ ਕੇ, ਪਰ ਜਿਹੜੀ ਡਿਸੀਜਨ ਮੇਕਿੰਗ ਹੁੰਦੀ ਆ ਜ਼ਿਆਦਾਤਰ ਉਹ 31 ਕਰਦੇ ਨੇ, ਔਰ ਉਹਦੇ ਵਿੱਚ ਜਿਹੜਾ ਆ ਪੰਨੂ ਸਾਹਿਬ ਉਹਨਾਂ ਦਾ ਗਰੁੱਪ ਹੈ ਉਹ ਮੌਜੂਦ ਨਹੀਂ ਹੈਗਾ ਡਿਸੀਜਨ ਮੇਕਿੰਗ ਦੇ ਵਿੱਚ 31 ਦੇ ਵਿੱਚ। ਜਦੋਂ ਪੰਜਾਬ ਦੇ ਵਿੱਚ ਵੀ ਈਵਨ ਉਹਨਾਂ ਦੇ ਐਜੀਟੇਸ਼ਨਸ ਚੱਲਦੇ ਸੀਗੇ ਤੇ ਉਹਨਾਂ ਦਾ ਜਿਹੜਾ ਡਿਸੀਜਨ ਸੀਗਾ ਉਹ ਆਪਣਾ ਹੁੰਦਾ ਸੀ, ਉਹ 31 ਦੇ ਡਿਸੀਜਨ ਦੇ ਵਿੱਚ ਇਨਵੋਲਵਡ ਨਹੀਂ ਸੀ ਹੁੰਦੇ, ਜਾਂ ਉਹਨਾਂ ਦੀਆਂ ਮੀਟਿੰਗਸ ਦੇ ਵਿੱਚ ਜਾ ਕੇ ਇਨਵੋਲਵ ਨਹੀਂ ਸੀ ਹੁੰਦੇ ਜਾਂ ਕੰਮ ਨਹੀਂ ਸੀ ਕਰਦੇ। ਸੋ ਉਹ ਜਿਹੜਾ ਗਰੁੱਪ ਆ ਉਹਦੀ ਸਟੇਜ ਉੱਥੇ ਵੀ ਵੱਖਰੀ ਰਹੀ ਆ, ਔਰ ਉਹ ਸਟੇਜ ਉਹਨਾਂ ਦੇ ਦਿੱਲੀ ਵਾਲੇ ਪਾਸੇ ਰਹੀ ਆ, ਔਰ ਉਸ ਤੋਂ ਪਿੱਛੇ ਇੱਧਰ ਪੰਜਾਬ ਵਾਲੇ ਪਾਸੇ ਨੂੰ, ਹਰਿਆਣੇ ਵਾਲੇ ਪਾਸੇ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਆ, ਵਿੱਚ ਬਹੁਤਾ ਜ਼ਿਆਦਾ ਗੈਪ ਹੋਣੇਗਾ, ਕੋਈ 1 ਕਿੱਲੇ ਦਾ ਗੈਪ ਆ। ਪਰ ਜਿਸ ਤਰੀਕੇ ਨਾਲ ਇਹ ਕਿਹਾ ਗਿਆ ਹੈ ਕਿ ਪੰਨੂ ਸਾਹਿਬ ਹੋਣੀ ਜਾਂ ਜਿਹੜੇ ਉਹ ਲੋਕ ਨੇ ਜਾਂ ਜਿਹੜੀ ਉਹ ਸਟੇਜ ਆ ਉਹ ਸਰਕਾਰੀ ਆ ਜਾਂ ਬੀਜੇਪੀ ਦੀ ਆ, ਉਹ ਬਿਲਕੁਲ ਗਲਤ ਗੱਲ ਆ। ਪੰਨੂ ਸਾਹਿਬ ਬਣਾ ਨੂੰ ਜਾਂ ਜਿਹੜੇ ਪੰਧੇਰ ਸਾਹਿਬ ਬਣੀ ਆ ਉਹ ਸਾਡੇ ਏਰੀਆ ਦੇ ਵਿੱਚ ਵਿਚਰਦੇ ਨੇ, ਅਸੀਂ ਜਾਣਦੇ ਆ ਉਹ ਕਿੱਦਾਂ ਦੀਆਂ ਐਜੀਟੇਸ਼ਨਸ ਲੜਦੇ ਰਹੇ ਹਨ, ਕਿਸਾਨਾਂ ਦੇ ਕਿੰਨੇ ਮਸਲੇ ਉਹ ਜਿਹੜੀ ਸਾਡੀ ਮਾਝੇ ਵਾਲੀ ਬੈਲਟ ਹੈ ਉਹਦੇ ਵਿੱਚ ਸੋਲਵ ਕਰਾਉਂਦੇ ਰਹੇ ਨੇ, ਔਰ ਕਿਸਾਨਾਂ ਦੇ ਹੱਕ ਦੇ ਵਿੱਚ ਖੜਦੇ ਰਹੇ ਨੇ। ਇਹ ਗੱਲ ਕਹਿਣੀ ਕਿ ਸਰਕਾਰੀ ਹੈ ਸਰਾਸਰ ਗਲਤ ਆ। ਔਰ ਫਿਰ ਇੱਕ ਹੋਰ ਜਿਹੜਾ ਅਗਲਾ ਸਵਾਲ ਆ ਇਹ ਵੀ ਆਉਂਦਾ ਹੈ ਕਿ ਜੇਕਰ ਉਹ ਸਰਕਾਰੀ ਨੇ, ਮੰਨ ਲਓ ਕਿ ਜੇ ਸਰਕਾਰੀ ਨੇ, ਕੀ ਇਹ ਪੋਸੀਬਲ ਹੈ ਕਿ ਸਰਕਾਰ ਆਪਣੀ ਹੀ ਜਿਹੜੀ ਬੈਲਟ ਆ ਜਾਂ ਜਿਹੜਾ ਉਹਦਾ ਆਪਣਾ ਹੀ ਕੈਡਰ ਆ ਉਹਦੇ ਉੱਤੇ ਹਮਲਾ ਕਰੇ, ਜਾਂ ਕੀ ਇਹ ਪੋਸੀਬਲ ਹੈ ਕਿ ਸਰਕਾਰ ਉਹਨਾਂ ਨੂੰ ਹੀ ਚੁੱਕਣ ਦੀ ਕੋਸ਼ਿਸ਼ ਕਰੇ, ਉਹ ਤੋਂ ਸਾਈਡਲਾਈਨ ਕਰਨ ਦੀ ਕੋਸ਼ਿਸ਼ ਕਰੇ? ਜੇਕਰ ਨਹੀਂ ਤੇ ਫਿਰ ਸਾਨੂੰ ਵੀ ਇਹ ਚੀਜ਼ ਜਿਹੜੀ ਆ ਉਹ ਸੋਚਣੀ ਚਾਹੀਦੀ ਆ ਕਿ ਸਰਕਾਰ ਕਦੀ ਆਪਣੇ ਬੰਦਿਆਂ ਨੂੰ ਕਮਜ਼ੋਰ ਨਹੀਂ ਕਰਦੀ ਹੁੰਦੀ, ਉਹਨਾਂ ਨੂੰ ਭੰਡਦੀ ਨਹੀਂ ਹੁੰਦੀ, ਉਹਨਾਂ ਦਾ ਜਿਹੜਾ ਤੰਤਰ ਆ ਉਹਨਾਂ ਨੂੰ ਮਾੜਾ ਨਹੀਂ ਕਰਦਾ ਹੁੰਦਾ, ਉਹ ਤਾਂ ਫਿਰ ਉਹਨਾਂ ਨੂੰ ਸਟਰੋਂਗ ਕਰਨਗੇ ਦੂਜੀ ਸਟੇਜ ਦੇ ਮੁਕਾਬਲੇ। ਔਰ ਜੇਕਰ ਮੇਨ ਸਟੇਜ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੀ ਸਟੇਜ ਚੁੱਕੀ ਜਾਵੇ ਤੇ ਤੁਹਾਡੀ ਸਟੇਜ ਸਟਰੋਂਗ ਹੋ ਜਾਏਗੀ ਜਾਂ ਤੁਹਾਡਾ ਮੂਵਮੈਂਟ ਸਟਰੋਂਗ ਹੋ ਜਾਏਗੀ, ਇਹ ਸਾਡਾ ਬੜਾ ਤਗੜਾ ਭੁਲੇਖਾ ਹੈ। ਜੇਕਰ ਸਟੇਜ ਉਹ ਚੁੱਕੀ ਗਈ ਤੇ ਇਹਦੇ ਕੋਈ ਦੋਰਾਵਾ ਨਹੀਂ ਕਿ ਸਟੇਜ ਦੂਜੀ ਵੀ ਨਹੀਂ ਰਹਿਣ ਦਿੱਤੀ ਜਾਵੇਗੀ ਸਟੇਟ ਵੱਲੋਂ। ਸੋ ਦੋਵਾਂ ਸਟੇਜਾਂ ਤੇ ਬਣਿਆ ਰਹਿਣਾ ਜਿਹੜਾ ਆ ਉਹ ਬੜਾ ਜ਼ਰੂਰੀ ਆ। ਚਾਹੇ ਮੈਂ ਕਹਿੰਦਾ ਕੱਲ ਨੂੰ ਤੀਸਰੀ ਸਟੇਜ ਵੀ ਲੱਗ ਜਾਏ, ਹਰ ਉਹ ਸਟੇਜ ਜਿਹੜੀ ਉੱਥੇ ਲੱਗੇ ਜੇਕਰ ਉਹ ਕਿਸਾਨੀ ਸੰਘਰਸ਼ ਦੇ ਨਾਲ ਰਿਲੇਟਡ ਆ ਔਰ ਕਿਸਾਨੀ ਸੰਘਰਸ਼ ਨੂੰ ਸਿਰੇ ਚਾੜਨ ਦੇ ਲਈ ਯਤਨਸ਼ੀਲ ਆ, ਤੇ ਸਾਨੂੰ ਉਹਦਾ ਵੈਲਕਮ ਕਰਨਾ ਚਾਹੀਦਾ, ਉਹਨੂੰ ਸਰਕਾਰ ਦੀ ਝੋਲੀ 'ਚ ਨਹੀਂ ਪਾਉਣਾ ਚਾਹੀਦਾ। ਜੀ ਸਰ, ਜਿਵੇਂ ਸਾਡੇ ਕੋਲ ਅਲੱਗ-ਅਲੱਗ ਜਿਹੜੇ ਆ ਸੁਝਾਅ ਵੀ ਆ ਰਹੇ ਨੇ ਕਿ ਸਾਨੂੰ ਕਿਸਾਨ ਲੀਡਰਸ ਦੇ ਨਾਲ ਜਿਹੜੀ ਆ ਉਹ ਸਪੋਰਟ ਕਰਨਾ ਚਾਹੀਦਾ ਆ। ਸੋ ਕਿਤੇ ਨਾ ਕਿਤੇ ਜਿਹੜੀ ਆ ਹਰ ਪਾਸੇ ਕੌਨਸ਼ੀਅਸਨੈਸ ਹੈ ਇਸ ਚੀਜ਼ ਦੀ।
ਤੋ ਸਰ ਇੱਕ ਆਖਰੀ ਸਵਾਲ ਹੈ ਹਿਸਾਬ ਨਾਲ ਸਾਡਾ ਕਿ ਜਿਵੇਂ ਅਸੀਂ ਗੱਲ ਕਰਦੇ ਹਾਂ ਭਵਿੱਖ ਦੀ ਗੱਲ ਵੀ ਕਰਦੇ ਹਾਂ, ਸੋ ਜਿਵੇਂ ਹੁਣ ਜਿਹੜੀ ਆਪਣੀ ਆਰਗੇਨਾਈਜੇਸ਼ਨ ਜਿਵੇਂ ਆ ਜਿਨ੍ਹਾਂ ਵਿੱਚ ਰਾਜੇਵਾਲ ਸਾਹਿਬ ਹੁਣੀ ਨੇ ਜਾਂ ਅਸੀਂ ਕਹਿੰਦੇ ਆ ਕਿ ਹੋਰ ਵੀ ਲੀਡਰਸ ਨੇ ਕਾਫੀ ਜਿਹੜੇ ਇਹਦੇ ਵਿੱਚ ਡਿਸੀਜ਼ਨ ਵੀ ਲੈ ਰਹੇ ਨੇ, ਸੋ ਕਿਤੇ ਨਾ ਕਿਤੇ ਜਿਹੜੇ ਨੌਜਵਾਨਾਂ ਦਾ ਕੋਈ ਨੁਮਾਇੰਦਾ, ਉਹਨਾਂ ਦੀ ਕੋਈ ਰਿਪਰੈਜ਼ੈਂਟੇਸ਼ਨ ਇਸ ਆਰਗੇਨਾਈਜੇਸ਼ਨ ਦੇ ਵਿੱਚ ਚਾਹੀਦੀ ਹੈ ਤੁਹਾਡੇ ਅਕੋਰਡਿੰਗ? ਨਹੀਂ, ਇਹ ਜਿਹੜੀ ਗੱਲ ਵੇਖੋ, ਕਿਸੇ ਇੱਕ ਡਿਸੀਜਨ ਕਹਿ ਦੇਣਾ ਜਾਂ ਕਿਸੇ ਇੱਕ ਵੱਲੋਂ ਕਹਿ ਦੇਣਾ ਕਿ ਚਾਹੀਦੀ ਹੈ ਜੇ ਨਹੀਂ ਹੈਗੀ, ਉਹਦੇ ਨਾਲ ਉੱਥੇ ਪ੍ਰੈਕਟੀਕਲੀ ਫਰਕ ਨਹੀਂ ਪੈਂਦਾ। ਜੇਕਰ ਤੁਸੀਂ ਇਸ ਨੂੰ ਪ੍ਰੈਕਟੀਕਲੀ ਵੇਖਿਆ ਜਾਵੇ ਤਾਂ ਮੈਂ ਇੱਕ ਐਗਜ਼ਾਮਪਲ ਦੇ ਸਕਦਾ ਹਾਂ ਕਿ ਜਿਹੜੇ ਦੋ ਪ੍ਰਮੁੱਖ ਨੌਜਵਾਨ ਇਸ ਮੂਵਮੈਂਟ ਦੇ ਵਿੱਚ ਉੱਭਰ ਕੇ ਸਾਹਮਣੇ ਆਏ ਆ, ਲੱਖਾ ਸਧਾਣਾ ਤੇ ਜੀ ਬੇਸ਼ੱਕ ਉਹ ਉਹਨਾਂ ਕੱਤੀਆਂ ਦੇ ਵਿੱਚ ਇਨਵੋਲਵਡ ਨਹੀਂ ਗਏ, ਪਰ ਉਹਨਾਂ ਕੱਤੀਆਂ ਦਾ ਇਹ ਹਾਰਡਕੋਰ ਡਿਸੀਜਨ ਰਿਹਾ ਆ ਕਿ ਅਸੀਂ ਉਹਨਾਂ ਨੂੰ ਆਪਣੇ ਵਿੱਚ ਇਨਵੋਲਵ ਨਹੀਂ ਕਰਨਾ। ਜੀ ਮਤਲਬ ਕੋਈ ਬੰਦਾ ਇਨਵੋਲਵ ਹੋਣਾ ਚਾਹਵੇ ਵੀ ਤਾਂ ਵੀ ਉਹ ਕਹਿ ਰਹੇ ਨੇ ਕਿ ਅਸੀਂ ਉਹਨਾਂ ਨੂੰ ਇਸ ਦੇ ਵਿੱਚ ਇਨਵੋਲਵ ਨਹੀਂ ਕਰਨਾ। ਇਹਨਾਂ ਦੋ ਜਿਹੜੇ ਚਿਹਰੇ ਨੇ ਖਾਸ ਤੌਰ ਦੇ ਉੱਤੇ ਦੀਪ ਸਿੱਧੂ ਤੇ ਲੱਖਾ ਸਧਾਣਾ ਰਹੇ ਨੇ, ਇਹ ਉਹਨਾਂ ਨੂੰ ਇਹਨਾਂ ਨੇ ਇਨਵੋਲਵ ਨਹੀਂ ਕੀਤਾ। ਸੋ ਪ੍ਰੈਜੈਂਟੇਸ਼ਨ ਹੋਣੀ ਤੇ ਹੋਣ ਦੇਣੀ, ਦੋਵਾਂ ਦੇ ਵਿੱਚ ਬੜਾ ਫਰਕ ਆ। ਜੇਕਰ ਸਾਨੂੰ ਲੱਗਦਾ ਕਿ ਇਹਦੇ 'ਚ ਕੋਈ ਦੁਰਾਵਾ ਨਹੀਂ ਹੈ ਕਿ ਹੋਣੀ ਚਾਹੀਦੀ ਆ, ਪਰ ਅਗਲੇ ਵੀ ਜੇ ਚਾਹਣ ਜਾਂ ਅਗਲੇ ਕਰਾਉਣੇ ਚਾਹਣ ਤਾਂ ਹੀ ਹੋ ਸਕਦੀ। ਔਰ ਦੂਸਰੀ ਗੱਲ ਦਾ ਮੈਂ ਜਿਹੜਾ ਜ਼ਰੂਰ ਜਵਾਬ ਦੇਣਾ ਚਾਹਾਂਗਾ, ਜਿਹੜੇ ਉਹ ਤੁਸੀਂ ਸ਼ੁਰੂ ਕਰਦਿਆਂ ਗੱਲ ਕਹੀ ਸੀ ਕਿ ਇਹ ਗੱਲ ਆ ਰਹੀ ਹੈ ਕਿ ਸਾਨੂੰ ਕਿਸਾਨ ਆਗੂਆਂ ਦਾ ਸਾਥ ਦੇਣਾ ਚਾਹੀਦਾ ਆ, ਇਹ ਸਮਾਂ ਨਹੀਂ ਗਾ ਬੋਲਣ ਦੇ ਲਈ। ਮੈਂ ਬਿਲਕੁਲ ਇਸ ਚੀਜ਼ ਦੇ ਨਾਲ ਸਹਿਮਤ ਹਾਂ ਕਿ ਸਾਨੂੰ ਸਾਥ ਦੇਣਾ ਚਾਹੀਦਾ। ਔਰ ਈਵਨ ਜਿੰਨੀ ਅਜੇ ਤੱਕ ਮੂਵਮੈਂਟ ਚੱਲੀ ਆ, ਤੁਸੀਂ ਵੇਖੋ ਨੌਜਵਾਨਾਂ ਨੇ ਸਾਥ ਦਿੱਤਾ ਆ। ਜੀ ਜੀ ਹੋਇਆ ਕਿ ਅਸੀਂ ਸਾਥ ਨਾ ਦਿੱਤਾ ਹੋਵੇ, ਨੌਜਵਾਨਾਂ ਨੇ, ਅਸੀਂ ਦਿੱਤਾ ਆ। ਪਰ ਜਿਹੜਾ ਇੱਕ ਸਾਡਾ ਨੈਗੇਟਿਵ, ਮੈਂ ਇਸ ਚੀਜ਼ ਨੂੰ ਇੰਪੈਕਟ ਮੰਨਦਾ ਹੈ ਕਿ ਬੋਲਣਾ ਨਹੀਂ। ਬੋਲਣਾ ਹਮੇਸ਼ਾ ਹੀ ਜਾਗਦੀ ਜ਼ਮੀਰ ਜਾਂ ਜਿਹੜੇ ਚੇਤਨ ਵਰਗ ਹੁੰਦਾ ਆ, ਉਹਨਾਂ ਦਾ ਫਰਜ਼ ਹੁੰਦਾ ਆ ਕਿ ਬੋਲਣ। ਪਰ ਕਿਸ ਹੱਦ ਤੱਕ ਬੋਲਣਾ, ਕਿਸ ਲਿਮਿਟ ਤੱਕ ਬੋਲਣਾ ਔਰ ਕਿਹੜੇ ਸ਼ਬਦਾਂ ਨਾਲ ਬੋਲਣਾ, ਉਹ ਚੀਜ਼ਾਂ ਮਾਇਨੇ ਰਖਾਉਂਦੀਆਂ। ਕੋਈ ਵੀ ਨੌਜਵਾਨ ਜਿਹੜਾ ਉੱਥੇ ਬੋਲਦਾ ਆ ਕਿਸੇ ਦੇ ਖਿਲਾਫ, ਤੁਸੀਂ ਉਹਨਾਂ ਦੇ ਸਾਰਿਆਂ ਦੇ ਬਿਆਨ ਵੇਖੋ, ਤੁਸੀਂ ਉਹਨਾਂ ਦੀਆਂ ਗੱਲਾਂ ਵੇਖੋ, ਉਹ ਕਿੰਨੀ ਗੰਭੀਰਤਾ 'ਚ ਬੋਲਦੇ ਨੇ। ਔਰ ਉਹ ਕਿਤੇ ਵੀ ਇਹ ਨਹੀਂ ਕਹਿੰਦੇ ਕਿ ਇਹ ਆਗੂ ਅਸੀਂ ਲਾ ਦਈਏ ਜਾਂ ਇਹਨਾਂ ਨੂੰ ਤੁਸੀਂ ਸਾਈਡ ਕਰ ਦਿਓ ਜੀ ਅਸੀਂ ਮੂਵਮੈਂਟ ਚਲਾਵਾਂਗੇ। ਉਹ ਸਾਰੇ ਇਹ ਕਹਿ ਰਹੇ ਨੇ ਕਿ ਮੂਵਮੈਂਟ ਤੁਸੀਂ ਚਲਾਓ, ਤੁਹਾਡਾ ਤਜਰਬਾ ਆ ਉਮਰਾਂ ਦਾ। ਪਰ ਜਿੱਥੇ ਜਿੱਥੇ ਵੀ ਉਹ ਆਪਣਾ ਸੁਜੈਸ਼ਨ ਦੇਣਾ ਚਾਹੁੰਦੇ ਨੇ ਜਾਂ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਇੱਥੇ ਆਗੂ ਸਾਹਿਬਾਨਾਂ ਦਾ ਬਿਆਨ ਗਲਤ ਆ ਜਾਂ ਇਹ ਐਕਸ਼ਨ ਪਲਾਨ ਇਹਨਾਂ ਦਾ ਗਲਤ ਆ, ਤੇ ਉੱਥੇ ਬੋਲਣਾ ਵੀ ਸਾਡਾ ਫਰਜ਼ ਬਣਦਾ ਆ। ਅਸੀਂ ਕਿਸੇ ਇੱਕ ਜਾਂ ਦੋ ਦੇ ਜਾਂ ਮੈਂ ਕੱਤੀਆਂ ਦੇ ਵੀ ਕਵਾਂ ਤੇ ਅਸੀਂ ਉਹਨਾਂ ਦੇ ਪਿੱਠੂ ਨਹੀਂ ਬਣ ਸਕਦੇ ਕਦੀ ਵੀ। ਅਸੀਂ ਪੂਰੀ ਦੀ ਪੂਰੀ ਮੂਵਮੈਂਟ ਦੀ ਕਮਾਨ ਉਹਨਾਂ ਨੂੰ ਨਹੀਂ ਦੇ ਸਕਦੇ। ਉਹ ਲੀਡਰ ਨੇ, ਪਰ ਲੀਡਰ ਜਿਹੜਾ ਹੈ ਉਹ ਹਮੇਸ਼ਾ ਸੁਸਾਇਟੀ ਦੇ ਨਾਲ ਤੇ ਕੈਡਰ ਦੇ ਨਾਲ ਚੱਲਦਾ ਹੁੰਦਾ ਆ। ਜੇਕਰ ਤੁਸੀਂ ਵੀ ਉਹਨੂੰ ਛੱਡ ਦਿਓ ਕਿ ਨਹੀਂ ਉਹਨਾਂ ਦੇ ਵਿਰੋਧ ਦੇ ਵਿੱਚ ਕੁਝ ਬੋਲਣਾ ਨਹੀਂ, ਫਿਰ ਡਿਕਟੇਟਰਸ਼ਿਪ ਹੋ ਜਾਏਗੀ ਕਿ ਜੋ ਉਹ ਕਰਨ ਉਹ ਸਾਨੂੰ ਠੀਕ ਹੈ, ਅਸੀਂ ਉਹਨਾਂ ਦੇ ਵਿਰੋਧ 'ਚ ਨਹੀਂ ਬੋਲਣਾ। ਸੋ ਸਾਡਾ ਜਿਹੜਾ ਇਹ ਵਿਰੋਧ ਆ ਉਹ ਉਸ ਤਰੀਕੇ ਦਾ ਵਿਰੋਧ ਨਹੀਂ ਗਾ ਕਿ ਅਸੀਂ ਉਹਨਾਂ ਨੂੰ ਮਾੜਾ ਕਹਿ ਰਹੇ ਆ ਜਾਂ ਅਸੀਂ ਉਹਨਾਂ ਨੂੰ ਸਟੇਜਾਂ ਤੋਂ ਲਾਉਣ ਦੇ ਲਈ ਤਿਆਰ ਹੋ ਕੇ ਗਲਮੇ ਤੋਂ ਫੜ ਕੇ, ਇੱਦਾਂ ਦੀ ਕੋਈ ਗੱਲ ਨਹੀਂ। ਜਿਹੜਾ ਵੀ ਸਾਡਾ ਵਿਰੋਧ ਆ ਉਹ ਕਿਸੇ ਇੱਕ ਦੋ ਪੁਆਇੰਟ ਦੇ ਉੱਤੇ ਆ, ਉਹਨਾਂ ਦੀਆਂ ਗੱਲਾਂ ਦੇ ਉੱਤੇ ਆ ਜਾਂ ਉਹਨਾਂ ਦੇ ਰਵੱਈਏ ਦੇ ਉੱਤੇ ਆ, ਔਰ ਉਹ ਹੋਣਾ ਵੀ ਚਾਹੀਦਾ। ਮੈਂ ਉਸ ਨੂੰ ਨੈਗੇਟਿਵ ਨਹੀਂ ਸਮਝਦਾ, ਇਸ ਨੂੰ ਸਗੋਂ ਪੋਜ਼ਿਟਿਵ ਵੇ ਦੇ ਨਾਲ ਲੈਣਾ ਚਾਹੀਦਾ। ਜੀ ਸਰ, ਸਾਡਾ ਇੱਕ ਅਖੀਰਲੀ ਗੱਲ ਜਿਹੜੀ ਮੈਂ ਐਡ ਕਰਨੀ ਚਾਹੁੰਦਾ ਕਿ ਜਿਹੜੀ ਇਹ ਗੱਲ ਕਹੀ ਜਾਂਦੀ ਕਿ ਸਮਾਂ ਨਹੀਂ ਆ ਬੋਲਣ ਦਾ, ਤੁਸੀਂ ਇਸ ਚੀਜ਼ ਨੂੰ ਸੋਚ ਕੇ ਜਾਂ ਮਹਿਸੂਸ ਕਰਕੇ ਵੇਖੋ ਕਿ ਜੇਕਰ ਚੱਲਦੀ ਮੂਵਮੈਂਟ ਦੇ ਵਿੱਚ ਨਹੀਂ ਬੋਲੋਗੇ ਔਰ ਇੱਕ ਪ੍ਰੈਸ਼ਰ ਗਰੁੱਪ ਉਹਨਾਂ ਦੇ ਉੱਤੇ ਬਣਾ ਕੇ ਨਹੀਂ ਰੱਖੋਗੇ, ਤੇ ਕੀ ਤੁਸੀਂ ਉਦੋਂ ਬੋਲੋਗੇ ਜਦੋਂ ਉਥੋਂ ਉਹ ਵਾਪਸ ਪੰਜਾਬ ਆ ਜਾਣਗੇ? ਸੋ ਮਤਲਬ ਇੱਕ ਸਵਾਲ ਹੈ ਸਿਰਫ। ਸੋ ਬੋਲਣਾ ਜਿਹੜਾ ਆ ਉਹਨੂੰ ਕਿਸ ਲਹਿਜੇ 'ਚ ਬੋਲਣਾ ਜਾਂ ਕਿਸ ਤਰੀਕੇ ਨਾਲ ਬੋਲਣਾ ਆ, ਉਹ ਚੀਜ਼ ਮਾਇਨੇ ਰਖਾਉਂਦਾ ਆ। ਅਸੀਂ ਇਹ ਬਿਲਕੁਲ ਨਾ ਰੱਖੀਏ ਕਿ ਯਾਰ ਇਹ ਸਮਾਂ ਨੀਗਾ ਆਗੂਆਂ ਦੇ ਖਿਲਾਫ ਬੋਲਣ ਦਾ ਜਾਂ ਇਹ ਸਮਾਂ ਨੀਗਾ ਆਗੂਆਂ ਦੇ ਬਾਰੇ ਗੱਲ ਕਰਨ ਦਾ। ਬਿਲਕੁਲ ਢੁਕਵਾਂ ਸਮਾਂ ਆ। ਔਰ ਸਮੇਂ ਦੇ ਉੱਤੇ ਗੀਤੀ ਗਾਲੀ, ਜਿਵੇਂ ਸਿਆਣਿਆਂ ਨੇ ਕਹਿਣਾ ਕਿ ਵੇਲੇ ਦੀ ਨਮਾਜ਼ਾਂ ਤੇ ਕਵੇਲੇ ਦੀਆਂ ਟੱਕਰਾਂ, ਇਹ ਫਿਰ ਉਹ ਗੱਲ ਹੋਵੇਗੀ ਜੇ ਅਸੀਂ ਵੇਲੇ ਦੇ ਉੱਤੇ ਨਹੀਂ ਬੋਲਾਂਗੇ ਜਾਂ ਆਗੂਆਂ ਨੂੰ ਦਰੁਸਤ ਜਿੱਥੋਂ ਜੋ ਨੌਜਵਾਨ ਸੋਚਦਾ ਆ ਉਹ ਚੀਜ਼ ਉਹਨਾਂ ਤੱਕ ਨਹੀਂ ਪਹੁੰਚਾਵਾਂਗੇ, ਤੇ ਉਹ ਆਪਣੇ ਹਿਸਾਬ ਨਾਲ ਡਿਸੀਜਨ ਲੈ ਕੇ ਵਾਪਸ ਵੀ ਆ ਸਕਦੇ ਨੇ, ਪੰਜਾਬ ਵਾਪਸ ਆ ਸਕਦੇ ਨੇ। ਸੋ ਜਿਹੜਾ ਇੱਕ ਪ੍ਰੈਸ਼ਰ ਬਣਨਾ ਆ ਉਹਨਾਂ ਦੇ ਉੱਤੇ ਸਾਨੂੰ ਬਣਾ ਕੇ ਰੱਖਣਾ ਚਾਹੀਦਾ। ਔਰ ਉਹ ਮੌਕੇ ਦੇ ਉੱਤੇ ਬੋਲ ਕੇ ਬਣ ਸਕਦਾ ਆ। ਇਹ ਨਹੀਂ ਆ ਕਿ ਉੱਥੇ ਕੋਈ ਡਿਸੀਜਨ ਹੋ ਕੇ ਵਾਪਸ ਆ ਜਾਏ ਤੇ ਅਸੀਂ ਬਾਅਦ ਵਿੱਚ ਜਾ ਕੇ ਪੰਜਾਬ ਦੇ ਵਿੱਚ ਦੁਹਾਈ ਪਾਉਂਦੇ ਫਿਰੀਏ ਕਿ ਲੀਡਰਾਂ ਮਾੜਾ ਕਰਤਾ, ਇੰਜ ਕਰਤਾ, ਉਂਝ ਕਰਤਾ, ਜਿਵੇਂ ਇਤਿਹਾਸ ਦੇ ਵਿੱਚ ਹੁੰਦਾ ਹੈ। ਸੋ ਇਹ ਇੱਕ ਨਿਵੇਕਲਾ ਤਰੀਕੇ ਦਾ ਪ੍ਰਦਰਸ਼ਨ ਹੈ ਇਸ ਵਾਰ ਕਿ ਇੱਥੇ ਨੌਜਵਾਨ ਨਾ ਤੇ ਆਗੂਆਂ ਨੂੰ ਰਿਪਲੇਸ ਕਰਦੇ ਪਏ ਨੇ, ਪਰ ਉਹਨਾਂ ਨੂੰ ਥਿੜਕਣ ਵੀ ਨਹੀਂ ਦੇ ਰਹੇ। ਤਾਂ ਉਹਦਾ ਕਾਰਨ ਇਹੀ ਹੈ ਕਿ ਉਹ ਨੌਜਵਾਨ ਬੋਲਦੇ ਨੇ, ਧੜੱਲੇ ਨਾਲ ਬੋਲਦੇ ਨੇ। ਜੀ, ਆਖਰੀ ਸਵਾਲ ਹੈ ਸਰ ਕਿ ਤੁਸੀਂ ਇਹ ਜਿਹੜਾ ਸਾਰਾ ਆਪਣਾ ਸੰਘਰਸ਼ ਹੈ ਇਹਦਾ ਫਿਰ ਭਵਿੱਖ ਕਿਵੇਂ ਵੇਖਦੇ ਹੋ? ਕੀ ਇਹਦੀ ਜਿਹੜੀ ਆ ਸਥਾਪਨਾਵਾਂ ਹੋ ਸਕਦੀਆਂ ਨੇ? ਜਿਹੜਾ ਸੰਘਰਸ਼ ਹੈ ਇਹਦੇ ਵਿੱਚ ਕੋਈ ਦੁਰਾਵਾ ਨਹੀਂ ਕਿ ਸਾਰੀ ਸੁਸਾਇਟੀ ਨੇ ਇਹਦੇ ਵਿੱਚ ਯੋਗਦਾਨ ਪਾਇਆ ਆ।
ਔਰ ਇਹਦੀਆਂ ਦੋ ਮੈਂ ਸਮਝਦਾ ਹਾਂ ਕਿ ਇੰਪਲੀਮੈਂਟੇਸ਼ਨ ਸੰਘਰਸ਼ ਦੀਆਂ ਸਾਰੀਆਂ ਜਾਂ ਦੋ ਤਰ੍ਹਾਂ ਦਾ ਰਿਜ਼ਲਟ ਜਿਹੜਾ ਉਹ ਨਿਕਲ ਸਕਦਾ ਹੈ ਔਰ ਸਾਨੂੰ ਦੋਵਾਂ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਕਦੀ ਵੀ ਯੈਸ ਐਂਡ ਨੋ ਦੀ ਗੱਲ ਨਹੀਂ ਹੁੰਦੀ ਕਿ ਸੰਘਰਸ਼ ਦੇ ਵਿੱਚ ਯੈਸ ਐਂਡ ਨੋ ਹੀ ਹੋਵੇ। ਸਾਨੂੰ ਕੋਈ ਇਨ ਬਿਟਵੀਨ ਜਾਂ ਵਿੱਚ ਵਾਲਾ ਜਿਹੜਾ ਰਸਤਾ ਹੈ ਉਸ ਦੇ ਬਾਰੇ ਵੀ ਤਿਆਰ ਰਹਿਣਾ ਚਾਹੀਦਾ। ਪਹਿਲਾ ਤਾਂ ਇਹ ਹੈ ਕਿ ਜੇਕਰ ਇਹ ਬਿੱਲ ਵਾਪਸ ਹੋਣੇ ਨੇ ਤੇ ਉਹ ਤਾਂ ਹੀ ਹੋਣੇ ਨੇ ਜੇਕਰ ਮੋਦੀ ਸਰਕਾਰ ਆਪਣਾ ਅੜੀਅਲ ਰਵੱਈਆ ਛੱਡੂਗੀ, ਜੇਕਰ ਉਹ ਆਪਣੀ ਹਉਮੈ ਨੂੰ ਇੱਕ ਪਾਸੇ ਰੱਖੂਗੀ ਜਿਹੜੀ ਕਿ ਹਾਲ ਤੱਕ ਦਿਖਦੀ ਨਹੀਂ। ਮੈਂ ਪ੍ਰੈਕਟੀਕਲ ਗੱਲ ਕਰ ਰਿਹਾ। ਇੱਕ ਐਕਟਿਵਿਸਟ ਹੁੰਦਾ ਹੈ, ਜੇਕਰ ਕੋਈ ਇੰਟੈਲੈਕਚੁਅਲ ਹੋਵੇ ਜਾਂ ਮਨ ਪਰਚਾਉਣ ਦੇ ਲਈ ਮੈਂ ਵੀ ਇਹ ਕਹਿ ਸਕਦਾ ਕਿ ਹਾਂ ਜੀ ਹਾਂ ਕੱਲ ਨੂੰ ਮੋਦੀ ਸਰਕਾਰ ਝੁਕ ਜਾਏਗੀ, ਕੱਲ ਨੂੰ ਹੀ ਵਾਪਸ ਲੈ ਲਏਗੀ, ਇੱਦਾਂ ਹੋ ਜਾਏਗਾ ਉੱਦਾਂ ਹੋ ਜਾਏਗਾ। ਮੈਂ ਉਹ ਗੱਲਾਂ ਨਹੀਂ ਕਰਨੀਆਂ ਚਾਹੁੰਦਾ। ਜੋ ਪ੍ਰੈਕਟੀਕਲ ਆ ਮੈਂ ਉਹੀ ਦੱਸ ਰਿਹਾ ਕਿ ਅਜੇ ਤੱਕ ਮੋਦੀ ਸਰਕਾਰ ਇਸ ਗੱਲ ਦੇ ਉੱਤੇ ਬਿਲਕੁਲ ਵੀ ਤਿਆਰ ਨਹੀਂ ਹੈ ਕਿ ਇਹ ਬਿੱਲ ਵਾਪਸ ਹੋਣ। ਅਮੈਂਡਮੈਂਟਸ ਦੇ ਲਈ ਤਿਆਰ ਆ, ਇਸ ਨੂੰ ਇੱਕ ਸਮੇਂ ਦੇ ਲਈ ਟਾਲ ਦੇਣ ਦੇ ਲਈ ਤਿਆਰ ਆ। ਔਰ ਜੇਕਰ ਇਸ ਨੂੰ 1.5, 2 ਜਾਂ 3 ਸਾਲ ਦੇ ਲਈ ਅਸੀਂ ਇਹ ਸੋਚੀਏ ਕਿ ਜੇ ਇਹਨਾਂ ਨੂੰ ਟਾਲ ਦਿੱਤਾ ਜਾਂਦਾ ਹੈ ਬਿੱਲਾਂ ਨੂੰ, ਤੇ ਇੱਕ ਇਹਦਾ ਪੋਜ਼ਿਟਿਵ ਪੱਖ ਵੀ ਜੇ ਅਸੀਂ ਵੇਖੀਏ ਤੇ ਉਹ ਇਹ ਵੀ ਬਣਦਾ ਹੈ ਕਿ ਕੋਈ ਵੀ ਸਰਕਾਰ 2-3 ਸਾਲਾਂ ਬਾਅਦ, ਜੋ ਮੈਂ ਮਹਿਸੂਸ ਕਰਦਾ, ਮੈਂ ਗਲਤ ਵੀ ਹੋ ਸਕਦਾ ਹਾਂ, ਇਸ ਨੂੰ ਕੋਈ ਇਹ ਨਹੀਂ ਹੈ ਕਿ ਜੋ ਮੈਂ ਕਹਿਤਾ ਉਹ ਇਲਾਹੀ ਸੱਚ ਹੀ ਸੱਚ ਆ। ਜੇਕਰ ਇਸ ਨੂੰ 3 ਸਾਲਾਂ ਦੇ ਲਈ ਟਾਲ ਦਿੱਤਾ ਜਾਂਦਾ ਹੈ ਔਰ MSP ਨੂੰ ਇੱਕ ਕਾਨੂੰਨ ਦੇ ਤੌਰ ਦੇ ਉੱਤੇ ਬਣਾ ਲਿਆ ਜਾਂਦਾ ਹੈ, ਤਾਂ ਵੀ ਇੱਕ ਬੜੀ ਤਗੜੀ ਇਸ ਸੰਘਰਸ਼ ਦੀ ਉਪਲਬਧੀ ਹੋਗੀ। ਕਿਉਂਕਿ ਕੋਈ ਵੀ ਸਰਕਾਰ ਮੈਨੂੰ ਲੱਗਦਾ 3 ਸਾਲਾਂ ਬਾਅਦ ਇਹ ਬੇਵਕੂਫੀ ਨਹੀਂ ਕਰੂਗੀ ਕਿ ਇਹੋ ਜਿਹੇ ਬਿੱਲ ਦੁਬਾਰਾ ਲਿਆਂਦੇ ਜਾਣ। ਸਰਕਾਰ ਨੂੰ ਵੀ ਭੱਜਣ ਦੇ ਲਈ ਰਾਹ ਚਾਹੀਦਾ ਹੈ ਔਰ ਮੌਜੂਦਾ ਸਮੇਂ ਦੇ ਉੱਤੇ ਸਰਕਾਰ ਨੂੰ ਵੀ ਭੱਜਣ ਦੇ ਲਈ ਰਾਹ ਨਹੀਂ ਲੱਭ ਰਿਹਾ। ਸਰਕਾਰ ਜਿਹੜੀ ਹੈ, ਜੇਕਰ ਉਹ ਇਹਨਾਂ ਬਿੱਲਾਂ ਨੂੰ ਵਾਕਿਆ ਵਾਪਸ ਕਰ ਲਏ ਜਾਂ ਬਿਲਕੁਲ ਖਤਮ ਕਰ ਦੇ, ਤਾਂ ਉਹ ਬਹੁਤ ਉਹਨਾਂ ਦੀ ਜਿਹੜਾ ਅਸੀਂ ਕਹਿਣਾ ਨਾ ਕਿ ਵੱਡੇ ਜਿਗਰੇ ਵਾਲੀ ਗੱਲ ਹੋਵੇਗੀ। ਪਰ ਉਹ ਜਿਗਰਾ ਮੋਦੀ ਸਰਕਾਰ ਜਿਹੜੀ ਆ ਉਹ ਕਦੀ ਵਿਖਾਲਣ ਦੇ ਲਈ ਹਾਲ ਦੀ ਘੜੀ ਤੱਕ ਤਿਆਰ ਨਹੀਂ ਹੋ ਰਹੀ। ਜਿੱਥੇ ਤੱਕ ਉਹ ਹੋ ਰਹੀ ਹੈ ਉਹ ਇਹੀ ਹੈ ਕਿ 1.5 ਜਾਂ 2 ਸਾਲ ਦੇ ਲਈ ਇਸ ਨੂੰ ਤੁਸੀਂ ਟਾਲ ਦਿਓ ਔਰ ਉਸ ਤੋਂ ਬਾਅਦ ਫਿਰ ਵੇਖਾਂਗੇ ਇਸ ਦਾ ਕੀ ਕਰਨਾ ਔਰ ਕਮੇਟੀ ਬਣਾ ਲਈ ਜਾਵੇ। ਜੇਕਰ ਉਸ ਕਮੇਟੀ ਦੇ ਵਿੱਚ ਕਿਸਾਨ ਨੁਮਾਇੰਦੇ ਜਿਹੜੇ ਇਸ ਸੰਘਰਸ਼ ਨੂੰ ਚਲਾ ਰਹੇ ਨੇ ਉਹ ਪੈ ਜਾਣ, ਬਜਾਏ ਇਸ ਦੇ ਕਿ ਜਿੱਦਾਂ ਸੁਪਰੀਮ ਕੋਰਟ ਨੇ ਬਣਾਈ ਸੀ ਵੀ ਕਮਰਿਆਂ ਦੇ ਵਿੱਚ ਬੈਠੇ 4 ਨੁਮਾਇੰਦੇ ਬਣਾ ਲਏ। ਜੇਕਰ ਇਹਨਾਂ ਦੇ ਨੁਮਾਇੰਦੇ ਜਿਹੜੇ ਆ ਪੈ ਜਾਂਦੇ ਨੇ ਉਸ ਕਮੇਟੀ ਦੇ ਵਿੱਚ ਔਰ ਇਹ ਹੋ ਜਾਂਦਾ ਤੈਅ ਕਿ ਜਿੰਨਾ ਚਿਰ ਉਹ ਡਿਸਾਈਡ ਨਹੀਂ ਕਰਦੇ ਉਹਨਾਂ ਚਿਰ ਬਿੱਲ ਇੰਪਲੀਮੈਂਟ ਨਹੀਂ ਹੋਣਗੇ ਔਰ MSP ਨੂੰ ਇੱਕ ਕਾਨੂੰਨ ਬਣਾ ਕੇ ਸਰਕਾਰ ਦੇ ਦਿੰਦੀ ਆ, ਤੇ ਉਨੀ ਚੀਜ਼ ਲੈ ਕੇ ਵੀ ਸਾਨੂੰ ਇਹ ਜਿਹੜੀ ਚੀਜ਼ ਆ ਉਹ ਇੱਕ ਜਿੱਤ ਦੇ ਤੌਰ ਦੇ ਉੱਤੇ ਵੇਖਣਾ ਚਾਹੀਦਾ ਆ। ਸਿੱਧਾ ਯੈਸ ਐਂਡ ਨੋ ਤੱਕ ਵੀ ਸਰਕਾਰਾਂ ਦੇ ਲਈ ਬਹੁਤ ਔਖਾ ਹੋ ਜਾਂਦਾ ਆ ਜੇ ਉਹਨੂੰ ਤੁਸੀਂ ਪ੍ਰੈਕਟੀਕਲੀ ਵੇਖੋ। ਜਜ਼ਬਾਤ ਦੇ ਤੌਰ ਦੇ ਉੱਤੇ, ਹੌਸਲਿਆਂ ਦੇ ਤੌਰ ਦੇ ਉੱਤੇ, ਮੋਟੀਵੇਸ਼ਨ ਦੇ ਤੌਰ ਦੇ ਉੱਤੇ ਉਹ ਗੱਲਾਂ ਕਰਨੀਆਂ ਚੰਗੀਆਂ ਨੇ ਕਿ ਬਿੱਲ ਵਾਪਸ ਹੀ ਹੋਣੇ ਚਾਹੀਦੇ ਆ, ਅਸੀਂ ਵੀ ਇਸ ਚੀਜ਼ ਨਾਲ ਸਹਿਮਤ ਹਾਂ। ਪਰ ਜੇਕਰ ਕਿਸੇ ਹੱਦ ਤੱਕ ਸਾਨੂੰ ਇਹ ਚੀਜ਼ ਮਿਲਦੀ ਆ ਕਿ MSP ਇੱਕ ਕਾਨੂੰਨ ਦੇ ਤੌਰ ਦੇ ਉੱਤੇ ਮਿਲ ਜਾਂਦੀ ਆ ਔਰ ਇਹ ਬਿੱਲ ਜਿਹੜੇ ਨੇ ਉਨੇ ਕੁ ਸਮੇਂ ਦੇ ਲਈ ਬੰਦ ਕਰ ਦਿੱਤੇ ਜਾਂਦੇ ਨੇ ਜਾਂ ਉਹਨੂੰ ਇਸ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਜਾਂਦਾ ਕਿ ਇਨ ਫਿਊਚਰ ਉਹ ਨਾ ਲਿਆਂਦੇ ਜਾਣ, ਤੇ ਉਹ ਵੀ ਇੱਕ ਰਾਹ ਜਿਹੜਾ ਜ਼ਰੂਰ ਸਾਨੂੰ ਖੁੱਲ੍ਹਾ ਛੱਡਣਾ ਚਾਹੀਦਾ। ਇਹਦੇ ਨਾਲ ਦੋਵੇਂ ਹੀ ਧਿਰਾਂ ਜਿਹੜੀਆਂ ਆ ਉਹ ਕਿਸੇ ਨਤੀਜੇ ਤੇ ਪਹੁੰਚ ਸਕਣਗੀਆਂ, ਕਿਸਾਨ ਆਗੂ ਵੀ ਔਰ ਸਰਕਾਰ ਵੀ। ਜੀ ਸਰ, ਮੈਨੂੰ ਲੱਗਦਾ ਹੈ ਕਿ ਸਾਡੇ ਸੁਣਨ ਵਾਲਿਆਂ ਨੂੰ ਵੀ ਕਾਫੀ ਜਿਹੜੇ ਸ਼ੰਕੇ ਨੇ ਉਹਨਾਂ ਦੇ ਦੂਰ ਹੋਏ ਨੇ, ਸਵਾਲਾਂ ਦੇ ਜਵਾਬ ਵੀ ਮਿਲੇ ਨੇ। ਸੋ ਖਤਮ ਕਰਨ ਤੋਂ ਪਹਿਲਾਂ ਮੈਂ ਇੱਕ ਅਰਵਿੰਦਰ ਕੌਰ ਜੀ ਸਾਡੇ ਨਾਲ ਜੁੜੇ ਨੇ, ਜਿਹੜੇ ਕਿਸਾਨ ਸੰਘਰਸ਼ ਦੇ ਵਿੱਚ ਇੱਕ ਪੱਤਰਕਾਰ ਵਜੋਂ ਵੀ ਜਿਹੜੇ ਕਾਰਜਸ਼ੀਲ ਸੀ ਉੱਥੇ। ਸੋ ਅਰਵਿੰਦਰ ਕੌਰ ਜੀ, ਜੇ ਮੇਰੀ ਆਵਾਜ਼ ਸੁਣ ਰਹੇ ਹੋਣ ਤੇ ਆਪਣੇ ਵਿਚਾਰ ਰੱਖ ਸਕਦੇ ਨੇ। ਅਰਵਿੰਦਰ ਕੌਰ ਜੀ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਸੋ ਮੈਨੂੰ ਲੱਗਦਾ ਹੈ ਕਿ ਸਾਡਾ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਪਾਇਆ ਕਿਉਂਕਿ ਉਹਨਾਂ ਦਾ ਕਾਲ ਆਇਆ ਸੀ, ਮੈਸੇਜਿਸ ਆਏ ਸੀ ਕਿ ਮੈਨੂੰ ਵੀ 2 ਮਿੰਟ ਦਿਓ, ਮੈਂ ਉੱਥੇ ਦੀ ਜਿਹੜੀ ਸਥਿਤੀ ਹੈ ਉਹਨੂੰ ਬਿਆਨ ਕਰਨਾ ਸੀ। ਸੋ ਅਸੀਂ ਇਸ ਲਈ ਵੀ ਮਾਫੀ ਮੰਗਦੇ ਹਾਂ ਕਿ ਸੁਖਵਿੰਦਰ ਸਿੰਘ ਜੀ ਜਿਹੜੇ ਸਾਡੇ ਨਾਲ ਅੱਜ ਨਹੀਂ ਜੁੜ ਪਾਏ ਕਿਉਂਕਿ ਉਹ ਦਿੱਲੀ ਵਿੱਚ ਨੇ, ਉੱਥੇ ਸੰਘਰਸ਼ ਦੇ ਵਿੱਚ ਨੇ। ਸੋ ਲੱਗਦਾ ਕਿ ਉੱਥੇ ਇੰਟਰਨੈਟ ਦੀ ਪ੍ਰੋਬਲਮ ਹੋਏਗੀ ਸ਼ਾਇਦ, ਇਸ ਕਰਕੇ ਸਾਡੇ ਨਾਲ ਨਹੀਂ ਜੁੜ ਪਾਏ। ਜਦੋਂ ਵੀ ਫਿਊਚਰ ਜਦੋਂ ਵੀ ਸਮਾਂ ਬਣਿਆ ਤੇ ਅਸੀਂ ਉਹਦਾ ਜਿਹੜਾ ਆ ਉਹ ਫਿਰ ਦੁਬਾਰਾ ਇੱਕ ਸੈਸ਼ਨ ਰੱਖਾਂਗੇ। ਸੋ ਹੁਣ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਜਿਵੇਂ ਸਾਨੂੰ ਇੱਕ ਸਵਾਲ ਵੀ ਆਇਆ ਸੀ ਕਿ GS ਕੈਂਥ ਸਰ ਕੌਣ ਨੇ। ਸੋ ਮੈਂ ਕਹਿਣਾ ਚਾਹਾਂਗਾ ਕਿ ਕੋਈ ਵੀ ਵੈਬੀਨਾਰ ਹੋਏ ਉਹਦਾ ਗੁਲਦਸਤਾ ਨੇ ਇਹ, ਉਹਦੇ ਵੈਬੀਨਾਰ ਦੀ ਸ਼ੋਭਾ ਬਣ ਜਾਂਦੇ ਨੇ ਜਿੱਥੇ ਵੀ ਆਉਂਦੇ ਨੇ, ਬਹੁਤ ਹੀ ਜ਼ਿਆਦਾ ਡੈਡੀਕੇਸ਼ਨ ਇਹਨਾਂ ਵਿੱਚ। ਸੋ ਕੈਂਥ ਸਰ, ਤੁਸੀਂ ਖੁਦ ਹੀ ਕੁਝ 2 ਸ਼ਬਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਈ ਪਰਮਜੀਤ ਮਾਨਪੁਰਾ ਨੂੰ ਸੁਣਿਆ, ਉਹਨਾਂ ਦੇ ਵਿਚਾਰ ਮੁੱਖ ਵਿਸ਼ਾ ਸੀਗਾ ਕਿਸਾਨੀ ਤੇ ਨੌਜਵਾਨੀ ਦੇ ਬਾਰੇ।
ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਉਹਨਾਂ ਦੇ ਬਾਰੇ ਤੇ ਮੈਂ ਕੁਝ ਜ਼ਿਆਦਾ ਵਿਸਤਾਰ ਨਾਲ ਨਹੀਂ ਕਹਿ ਸਕਦਾ, ਪਰੰਤੂ ਮੈਂ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ। ਇਸ ਜਿਵੇਂ ਇੱਕ ਪ੍ਰਸ਼ਨ ਕੀਤਾ ਸੀ ਤੁਸੀਂ, ਇਸ ਸੰਘਰਸ਼ ਕਿਸ ਤਰ੍ਹਾਂ ਇਸ ਦਾ ਅੰਤ ਹੋਵੇਗਾ, ਤੇ ਕਾਫੀ ਪ੍ਰयास ਕਰ ਰਹੇ ਨੇ ਕੁਝ ਐਸੇ ਸੱਜਣ ਜਿਹੜੇ ਕਹਿ ਸਕਦੇ ਹੋ ਤੁਸੀਂ ਅਨਕੰਟਰੋਵਰਸ਼ੀਅਲ ਨਹੀਂ ਹੈਗੇ। ਮੈਂ ਤੁਹਾਡਾ ਜ਼ਿਕਰ ਕਰਨਾ ਚਾਹਾਂਗਾ, ਮੈਂ ਕੱਢ ਲਵਾਂ ਜ਼ਰਾ, ਥੋੜਾ ਜਿਹਾ ਲਿਖਿਆ ਹੋਇਆ ਹੈ। ਇਸ ਤਰ੍ਹਾਂ ਜੀ, ਤੁਸੀਂ ਜਾਣਦੇ ਹੋਗੇ ਆਪਣੇ ਹੈਗੇ ਨੇ ਐਡਮਿਰਲ ਐਲ ਰਾਮਦਾਸ, ਰਿਟਾਇਰਡ ਫਾਰਮਰ ਚੀਫ ਆਫ ਨੇਵਲ ਸਟਾਫ। ਉਹਨਾਂ ਨੇ ਇੱਕ ਪੱਤਰ ਲਿਖਿਆ 29 ਜਨਵਰੀ ਨੂੰ ਪ੍ਰਾਈਮ ਮਿਨਿਸਟਰ ਨੂੰ ਤੇ ਪ੍ਰੈਜ਼ੀਡੈਂਟ ਗੋਬਿੰਦ ਹੋਰਾਂ ਨੂੰ, ਇਹ ਦਰਖਾਸਤ ਕਰਦੇ ਹਾਂ ਕਿ ਇਹ ਬਿੱਲ ਵਾਪਸ ਲੈ ਲੈਣੇ ਚਾਹੀਦੇ ਨੇ। ਉਹਨਾਂ ਦੇ ਮੁੱਖ ਵਿਚਾਰ ਤੇ ਇਹ ਨੇ ਕਿ ਜਿਹੜੇ ਵੀ ਸਾਡੇ ਕਿਸਾਨ ਨੇ ਔਰ ਨੌਜਵਾਨ ਜਿਹੜੇ ਸਾਡੇ ਫੌਜ ਦੇ ਵਿੱਚ ਜਾਂ ਪੁਲਿਸ ਦੇ ਵਿੱਚ ਹੈਗੇ ਨੇ, ਉਹ ਵੀ ਕਿਸਾਨਾਂ ਦੇ ਪਰਿਵਾਰਾਂ ਚੋਂ ਹੀ ਆਏ ਹੋਏ ਹੈਗੇ ਨੇ, ਔਰ ਹੈ ਕਿ ਈਵਨ ਆਪਦਾ ਧਰਮ ਖਤਮ ਕਰਨ ਦੇ ਮਗਰੋਂ ਵੀ ਉਹ ਵਾਪਸ ਆ ਕੇ ਪਰਿਵਾਰਾਂ ਦੇ ਵਿੱਚ ਕਿਸਾਨੀ ਹੀ ਕਰਦੇ ਹੈਗੇ ਨੇ। ਇਸ ਕਰਕੇ ਉਹਨਾਂ ਜੋ ਮੈਂ ਪੜ੍ਹ ਕੇ ਸੁਣਾ ਦੇਣਾ ਥੋੜਾ ਜਿਹਾ, ਮਾਫ ਕਰਨਾ ਜ਼ਰਾ, ਮੈਂ ਕੱਢ ਕੇ ਤੇ ਰੱਖਿਆ ਸੀਗਾ, ਹਾਂਜੀ ਅੱਗੇ ਪਿੱਛੇ ਹੋ ਸਕਦਾ। ਤੇ ਉਹ ਹਾਂਜੀ ਨੇ मैं अंग्रेजी च पढ़ देना इमीडिएटली, मैथों अनुवाद नहीं होना। ਹਾਂਜੀ ਹਾਂਜੀ ਸਰ, ਤੁਸੀਂ ਅੰਗਰੇਜ਼ੀ ਚ ਪੜ੍ਹ ਦਿਓ ਜੀ ਜੀ। ਹਾਂਜੀ, ਉਹ ਕਹਿੰਦੇ ਨੇ ਪਹਿਲਾਂ ਜਿਵੇਂ ਦੱਸ ਚੁੱਕੇ ਨੇ ਆਪਦੇ ਦੇ ਵਿੱਚ ਉਹ, I have also pointed out that in almost every kisan home there's a jawan who guards the frontiers and returns to the land after his tour of duty. The relationship should never be forgotten. Antagonizing Kisans and therefore Jawans can have serious fallouts, and the implications on national security cannot be overlooked, said Ramdas. ਇਹ ਸੱਜਣ ਹੈਗੇ ਨੇ ਜਿਨ੍ਹਾਂ ਨੇ ਆਪਦੇ ਰਿਟਾਇਰਮੈਂਟ ਦੇ ਮਗਰੋਂ ਮਹਾਰਾਸ਼ਟਰ ਦੇ ਵਿੱਚ ਜ਼ਮੀਨ ਖਰੀਦ ਕੇ ਕਿਸਾਨੀ ਸ਼ੁਰੂ ਕੀਤੀ ਹੋਈ ਹੈ। ਫਿਰ ਅੰਤ ਵਿੱਚ ਤੇ ਕਹਿੰਦੇ ਨੇ ਇਹ the president, Ramdas said that the officials mean officials of the government, unique position allows him to stem the tide of the terrible divide between Kisans, Jawans, and our people. And so he should mean the authorities, should use his title to bring back justice and peace as a great service to the people of this land and beyond. मेरा इस सुनाउन का मकसद ये सीगा कि प्रयास किए जा रहे ने। इस एक ते तुसीं सुनिया कि काफी ने कुछ बीजेपी के MLA MPs उन्होंने धमकियां भी दित्तियां, हरियाणा के MLAs ने 5-7 ने कि रिजाइन कर देंगे या रिजाइन कर दिता है। इसी तरह इस किस्म के प्रैशर इत्थों तक कि श्री हरिहरी ने किसी ने कहा भाई तुहानू इसका बड़ा नुकसान उठाना पड़ेगा,
ਤੇ ਹਲੇ ਵੀ ਸਮਝ ਜਾਓ। ਤੇ ਇਸ ਕਰਕੇ ਪ੍ਰयास ਕੀਤੇ ਜਾ ਰਹੇ ਨੇ ਕਿ ਉਹਨਾਂ ਦੀ ਵਿਚਾਰਧਾਰਾ ਦੇ ਵਿੱਚ ਕੁਝ ਫਰਕ ਪਾਇਆ ਜਾਵੇ। ਜਿਵੇਂ ਕਹਿ ਸੀ, ਭਾਵੇਂ ਉਹ ਮੁਸ਼ਕਲ ਲੱਗਦਾ ਹੈ, ਤੇ ਵੇਖੋ ਕੀ ਹੁਣ ਇਸ ਦਾ ਨਤੀਜਾ ਨਿਕਲਦਾ। ਹੋ ਸਕਦਾ ਕੋਈ ਥੋੜੀ ਮੋਟੀ ਮੀਡੀਏਸ਼ਨ ਦਾ ਕੋਸ਼ਿਸ਼ ਕੀਤੀ ਜਾਵੇ, ਉਹ ਕਿੱਥੋਂ ਤੱਕ ਉਹ ਸਫਲ ਹੋਵੇਗੀ ਇਹ ਤੇ ਜਾਨਣਾ ਬੜਾ ਮੁਸ਼ਕਲ ਹੈ। ਬਾਕੀ ਛੱਡ ਦਿੱਤੀ ਜਾਂਦੀ ਹੈ ਗੱਲ ਉਸ ਦਾਤੇ ਤੇ, ਉਸ ਨੂੰ ਜੋ ਮਨਜ਼ੂਰ ਹੈ ਉਸ ਦੀ ਅਰਦਾਸ ਕਰੋ ਕਿ ਸਫਲ ਹੋਵੇ। ਤੇ ਜੋ ਉਦੇਸ਼ ਦੇ ਨਾਲ ਸਾਡੇ ਹਾਂ, ਦੂਸਰੀ ਗੱਲ, ਦੂਸਰੀਆਂ ਸਟੇਟਸ ਤੋਂ ਵੀ ਇਸ ਦੇ ਵਿੱਚ ਪਹੁੰਚ ਰਹੇ ਨੇ ਆਪਣੇ ਅੰਦੋਲਨ ਕਰਨ ਵਾਸਤੇ। ਪਰ ਸਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਇਹ 4 ਸਟੇਟ, ਰਾਜਸਥਾਨ, ਯੂਪੀ, ਹਰਿਆਣਾ, ਪੰਜਾਬ, ਇਸ ਤੋਂ ਇਲਾਵਾ ਕਿਉਂਕਿ ਡਿਸਟੈਂਸ ਬਹੁਤ ਦੂਰ ਨੇ, ਇਸ ਕਰਕੇ ਉੱਥੋਂ ਜੱਥਿਆਂ ਦਾ ਆਉਣਾ ਕਾਫੀ ਕਠਿਨ ਹੈ। ਦੂਸਰਾ, ਉਹ ਇੰਨੇ ਸੰਪਰਕ ਨਹੀਂ ਹੈਗੇ ਕਿ ਉਹਨਾਂ ਕੋਲ ਉਹ ਸਾਧਨ ਹੋਣ ਐਡੀ ਦੂਰ ਆਪਣੇ ਖਾਣਾ ਪੀਣੇ ਦਾ ਇੰਤਜ਼ਾਮ ਕਰ ਸਕਣ ਜਾਂ ਲੰਗਰ ਲੱਗ ਸਕਣ ਰਸਤੇ ਦੇ ਵਿੱਚ। ਇਸ ਕਰਕੇ ਹਾਲਾਂਕਿ ਇੱਕ ਇਹ ਵੀ ਜਾਣਕਾਰੀ ਆਈ ਸੀ ਕਿ ਹਿੰਦੁਸਤਾਨ ਦੀਆਂ 273 ਸਟੇਟਸ ਦੇ ਵਿੱਚੋਂ 270 ਸਟੇਟਸ ਦੇ ਵਿੱਚ ਐਜੂਕੇਸ਼ਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆ ਜਿਹੜਾ ਬੰਦ ਹੋ ਜੈਮ ਕੀਤਾ ਸੀ ਨਾ ਕੀਤਾ ਗਿਆ ਸਕਸੈਸਫੁਲੀ। ਇਸ ਕਰਕੇ ਪ੍ਰयास ਕੀਤੇ ਜਾ ਰਹੇ ਨੇ ਇੱਥੋਂ ਤੱਕ ਕਿ ਹੁਣ ਇਹ ਸਮਝ ਲੈਣਾ ਕਿ ਇਹ ਸਿਰਫ ਪੰਜਾਬ ਦੀ ਲੜਾਈ ਰਹਿ ਗਈ ਹੈ ਜਾਂ ਕਿਸੇ ਇੱਕ ਧਰਮ ਵਰਗ ਦੀ ਲੜਾਈ ਰਹਿ ਗਈ ਹੈ, ਉਹ ਤੇ ਉਚਿਤ ਨਹੀਂ ਹੋਵੇਗਾ। ਇਹ ਹੁਣ ਤੇ ਸਾਰਾ ਜਨ ਅੰਦੋਲਨ ਬਣ ਚੁੱਕਿਆ ਹੈ, ਨਾ ਕੇਵਲ ਕਿਸਾਨ ਬਲਕਿ ਹਰ ਇੱਕ ਵਿਅਕਤੀ ਦਾ ਜੀਵਨ ਇਸ ਦੇ ਨਾਲ ਇਸ ਦੇ ਉੱਤੇ ਫਰਕ ਪੈਣ ਦੀ ਮੁਸ਼ਕਲ ਆਉਣ ਦਾ ਨਜ਼ਰ ਆ ਰਹੀ ਹੈ। ਇਸ ਕਰਕੇ ਜੁੜ ਰਹੇ ਨੇ ਲੋਕ ਇਸ ਦੇ ਨਾਲ। तो इस करके अरदास तो यही की जाएगी कि छेती तो छेती इसका कुछ सलूशन निकले। दाता मेहर करे। वाहिगुरू जी का खालसा, ਵਾਹਿਗੁਰੂ ਜੀ। ਜੀ ਕੈਂਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ ਤੇ ਮੈਂ ਹੁਣ ਕੁਝ ਅਨਾਉਂਸ ਜਿਹੜੀ ਆ ਉਹ ਕਰਨੀ ਚਾਹਾਂਗਾ ਆਪਣੇ ਜਿਹੜੇ ਮੇਨ ਸਪੀਕਰ ਉਹਨਾਂ ਦਾ ਧੰਨਵਾਦ ਕਰਨ ਤੋਂ ਪਹਿਲਾਂ ਕਿ ਜਿਹੜਾ ਸਾਡਾ ਇਹ ਵੈਬੀਨਾਰ ਸੀਰੀਜ਼ ਹੈ ਉਹਦਾ ਪਹਿਲਾ ਪਾਰਟ ਖਤਮ ਹੋ ਚੁੱਕਾ ਹੈ। ਸੋ ਨੈਕਸਟ ਜਿਹੜਾ ਸੈਸ਼ਨ ਹੋਏਗਾ ਦੂਜੇ ਪਾਰਟ ਦੇ ਅਧੀਨ ਆਏਗਾ। ਸੋ ਸਾਡੇ ਜਿਹੜੇ ਅਗਲੇ ਸਪੀਕਰ ਹੋਣ ਵਾਲੇ ਨੇ ਉਹਨਾਂ ਵਿੱਚ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ, ਵੀਰ ਸਿੰਘ, HS ਫੂਲਕਾ ਸਾਹਿਬ, ਸੁਖਵਿੰਦਰ ਅੰਮ੍ਰਿਤ, ਸਾਰੇ ਜਿਹੜੇ ਸਾਡੇ ਹੋਰ ਵੀ ਜਿਹੜੇ ਜਿੱਦਾਂ ਵੀ ਸਾਡਾ ਟਾਈਮ ਮਿਲੇਗਾ ਅਸੀਂ ਕਰਦੇ ਜਾਵਾਂਗੇ। ਸੋ ਜਿਹੜਾ ਨੈਕਸਟ ਪਾਰਟ ਹੈ ਤੁਸੀਂ ਉਹਦੇ ਵਿੱਚ ਜੁੜਨ ਦੀ ਕੋਸ਼ਿਸ਼ ਕਰਨੀ ਹੈ, ਦੂਸਰਿਆਂ ਨੂੰ ਵੀ ਨਾਲ ਜੋੜਨਾ ਹੈ। ਹੁਣ ਮੈਂ ਪਰਮਜੀਤ ਸਿੰਘ ਵਣ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ। ਮੈਂ ਧੰਨਵਾਦ ਕਰਦਾ ਡਾਕਟਰ ਪਲਵਿੰਦਰ ਖਹਿਰਾ ਜੀ ਦਾ ਕਿ ਉਹਨਾਂ ਨੇ ਸਾਡਾ ਸੰਪਰਕ ਕਰਵਾਇਆ ਤੇ ਸਰ ਨੂੰ ਸਾਡੇ ਨਾਲ ਜਿਹੜਾ ਇਹ ਵਾਰਤਾਲਾਪ ਜਿਹੜਾ ਉਹ ਅਸੀਂ ਬੁੱਝ ਗਿਆ। ਸੋ ਸਰ ਮੈਂ ਕਰਦਾ ਕਿ ਤੁਸੀਂ ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਜਦੋਂ ਅਸੀਂ ਬੇਨਤੀ ਕਰਾਂਗੇ ਤੁਸੀਂ ਸਾਨੂੰ ਸਹਿਯੋਗ ਦਿਓਗੇ ਤੇ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਰੱਖੋਗੇ। ਸੋ ਮੈਂ ਆਪ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਤੇ ਮੈਂ ਧੰਨਵਾਦ ਕਰਦਾ ਸਾਡੇ ਸਾਰੇ ਜੁੜੇ ਹੋਏ ਸਰੋਤਿਆਂ ਦਾ। ਸੋ ਆਪ ਸਭ ਦਾ ਵੀ ਬਹੁਤ ਬਹੁਤ ਧੰਨਵਾਦ। ਅਗਲੇ ਜੋ ਸੈਸ਼ਨ ਹੈ ਉਹਦੇ ਬਾਰੇ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਹੈ ਉਹ ਮੈਸੇਜ ਦੇ ਥਰੂ ਦੇ ਦਿੱਤੀ ਜਾਵੇਗੀ। ਸਭ ਦਾ ਬਹੁਤ ਬਹੁਤ ਸ਼ੁਕਰੀਆ।